ਸੁਰਸਾਗਰ ਟੈਲੀਵਿਜ਼ਨ ਦੇ ਸਾਰੇ ਹੀ ਦਰਸ਼ਕਾਂ ਨੂੰ ਰਵਿੰਦਰ ਸਿੰਘ ਪੰਨੂ ਵੱਲੋਂ ਸਤਿ ਸ੍ਰੀ ਅਕਾਲ। ਹਰ ਰੋਜ਼ ਅਸੀਂ ਆਪ ਜੀ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਕਰਦੇ ਹਾਂ। ਇੱਕ ਵਾਰੀ ਫਿਰ ਅਸੀਂ ਆਪ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਔਰ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਸਾਡੇ ਚੁਗਿਰਦੇ ਦੇ ਵਿੱਚ ਕੋਈ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਆਪ ਦੇ ਨਾਲ ਅਸੀਂ ਸਾਂਝ ਪਾਉਂਦੇ ਹਾਂ, ਤੁਹਾਡੇ ਤੋਂ ਜਾਣਕਾਰੀ ਲੈ ਕੇ ਜਾਂ ਫਿਰ ਚਾਰ ਸਪੇਰੇ ਇਕੱਤਰਤ ਕੀਤੀ ਹੋਈ ਜਾਣਕਾਰੀ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ ਤਾਂ ਕਿ ਸਾਡੀ ਸੋਸਾਇਟੀ, ਸਾਡਾ ਸਮਾਜ, ਸਾਡੇ ਲੋਕੀ ਬਹੁਤ ਵਧੀਆ ਨਿਰੋਲ ਜੀਵਨ ਜੀ ਸਕਣ ਅਤੇ ਮਾੜੇ ਅਤੇ ਚੰਗੇ ਦੀ ਪਹਿਚਾਣ ਕਰ ਸਕਣ। ਸੋ ਇਸ ਤੋਂ ਇਲਾਵਾ ਅਸੀਂ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਆਪਣੇ ਭੈਣ ਭਾਈ, ਰਿਸ਼ਤੇਦਾਰ, ਸਾਕ ਸੰਬੰਧੀਆਂ ਨੂੰ ਇਸ ਟੈਲੀਵਿਜ਼ਨ ਚੈਨਲ ਬਾਰੇ ਜ਼ਰੂਰ ਕਾਲ ਕਰਕੇ ਦੱਸੋ ਕਿ ਸੁਰਸਾਗਰ ਟੈਲੀਵਿਜ਼ਨ ਚੈਨਲ ਤੁਹਾਡੇ ਸ਼ਹਿਰ ਸਰੀ ਤੋਂ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸਵੇਰੇ ਸ਼ਾਮ ਗੁਰਬਾਣੀ, ਇਸ ਤੋਂ ਇਲਾਵਾ ਫਿਲਮਾਂ, ਡਰਾਮੇ, ਖਬਰਾਂ ਅਤੇ ਲਾਈਵ ਟਾਕ ਸ਼ੋਜ਼ ਜਿਸ ਤਰ੍ਹਾਂ ਇਹ ਅਸੀਂ ਪੇਸ਼ ਕਰ ਰਹੇ ਹਾਂ, ਖੋਜ ਪ੍ਰੋਗਰਾਮ, ਪੱਖ ਦੇ ਮਸਲੇ ਅਤੇ ਹੋਰ ਵੀ ਬਹੁਤ ਬਿਹਤਰੀਨ ਪ੍ਰੋਗਰਾਮ ਗੀਤ ਸੰਗੀਤ ਦੇ ਨਾਲ ਲੈਸ ਹੁੰਦੇ ਹਨ। ਸੋ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆ ਰਿਹਾ ਹੋਵੇਗਾ। ਜਿਹੜੇ ਵੀ ਸੱਜਣ ਇਸ ਵੇਲੇ ਆਪਣੇ ਭੈਣ ਭਾਈਆਂ ਨੂੰ ਇੱਥੇ ਲੈ ਕੇ ਆਉਂਦੇ ਹਨ ਅਤੇ ਉਹਨਾਂ ਨੂੰ ਐਂਟੈਨਾ ਦਿਵਾਉਂਦੇ ਹਨ, ਅਸੀਂ ਉਹਨਾਂ ਦਾ ਬਹੁਤ ਹੀ ਦਿਲ ਤੋਂ ਧੰਨਵਾਦ ਕਰਦੇ ਹਾਂ ਅਤੇ ਇਸੇ ਤਰੀਕੇ ਨਾਲ ਇਸ ਵੱਡੀ ਵਸੋਂ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਇਸ ਚੈਨਲ ਨੂੰ ਅਪੜਦਾ ਕਰੋ ਤਾਂ ਕਿ ਅਸੀਂ ਆਪਣੀਆਂ ਇੱਥੇ ਬੈਠੇ ਹੋਏ ਮੁਸ਼ਕਲਾਤ ਨੂੰ ਬੈਠ ਕੇ ਇੱਕ ਪਲੇਟਫਾਰਮ 'ਤੇ ਸਾਂਝੇ ਕਰ ਸਕੀਏ। ਜਿਵੇਂ ਕਿ ਭਾਰਤ ਤੋਂ ਬਹੁਤ ਸਾਰੇ ਚੈਨਲ ਆਉਂਦੇ ਹਨ ਲੇਕਿਨ ਉਹ ਸਾਡੇ ਸਿਰਫ ਬੋਝੇ 'ਚੋਂ ਪੈਸਾ ਹੀ ਕਢਾਉਂਦੇ ਹਨ, ਸਾਨੂੰ ਸਾਡੀ ਗੱਲ ਨਹੀਂ ਦੱਸਦੇ, ਉਹ ਸਿਰਫ ਭਾਰਤ ਦੀ ਗੱਲ ਦੱਸਦੇ ਹਨ। ਸੋ ਇਸ ਵੇਲੇ ਸਾਡਾ ਫਰਜ਼ ਹੈ ਕਿ ਜਿਸ ਦੇਸ਼ ਦੇ ਅਸੀਂ ਵਾਸੀ ਹਾਂ, ਇੱਥੋਂ ਦੇ ਕਾਨੂੰਨ ਬਾਰੇ, ਇੱਥੋਂ ਦੇ ਚੌਗਿਰਦੇ ਬਾਰੇ, ਇੱਥੋਂ ਦੇ ਜੋ ਵੀ ਚੰਗੇ ਮੰਦੇ ਕੰਮ ਹੋ ਰਹੇ ਹਨ ਉਹਨਾਂ ਤੋਂ ਭਲੀ ਭਾਂਤ ਜਾਣਕਾਰੀ ਰੱਖੀਏ ਅਤੇ ਕਾਨੂੰਨ ਤੋਂ ਕਾਫੀ ਵੱਖ ਹੋਈਏ। ਸੋ ਲਓ, ਹਰ ਰੋਜ਼ ਦੀ ਤਰ੍ਹਾਂ ਸਾਡੇ ਨਾਲ ਸਾਡੇ ਮਹਿਮਾਨ ਵੀ ਕਹਿ ਸਕਦੇ ਹਾਂ, ਸਾਡੇ ਸਹਿਯੋਗੀ ਵੀ ਕਹਿ ਸਕਦੇ ਹਾਂ, ਸਾਡੇ ਸਾਰਾ ਕੁਝ ਹੀ ਮੈਂ ਕਹਿ ਸਕਦਾ ਹਾਂ, ਰਵਿੰਦਰ ਸਿੰਘ ਅਤੇ ਨਾਲ ਦੀ ਨਾਲ ਪੁਖਰਾਜ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਜ ਸਾਹਿਬ ਜੀ। ਸੋ ਅਸੀਂ ਇੱਕ ਵਾਰੀ ਫਿਰ ਆਪਣੇ ਦਰਸ਼ਕਾਂ ਦੇ ਅੱਗੇ ਰੂਬਰੂ ਹੋਏ ਹਾਂ ਜੀ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਜਿਹੜੇ ਦਰਸ਼ਕ ਹਨ ਸਾਨੂੰ ਬੜਾ ਸਹਿਯੋਗ ਦੇ ਰਹੇ ਹਨ, ਬੜਾ ਹੌਸਲਾ ਅਫਜ਼ਾਈ ਕਰ ਰਹੇ ਹਨ, ਅਸੀਂ ਫਿਰ ਧੰਨਵਾਦ ਕਰਦੇ ਹਾਂ। ਸੋ ਅੱਜ ਸਾਡਾ ਵਿਸ਼ੇਸ਼ ਮੁੱਦਾ, ਜਿਸ ਤਰ੍ਹਾਂ ਕਿ ਆਪਾਂ ਹਮੇਸ਼ਾ ਉਹ ਮੁੱਦਿਆਂ ਨੂੰ ਟੱਚ ਕਰਦੇ ਹਾਂ ਜਿਹੜੇ ਕਿ ਸਾਡੇ ਨਾਲ ਸਿੱਧੇ ਜਾਂ ਅਸਿੱਧੇ ਤੌਰ 'ਤੇ ਉਹਨਾਂ ਦਾ ਸੰਬੰਧ ਹੁੰਦਾ ਹੈ। ਚਾਹੇ ਇੱਥੇ ਆਪਾਂ ਕੋਈ ਵੀ ਆਪਾਂ ਕੈਨੇਡਾ ਦੇ ਵਿੱਚ ਵਸੇ ਹਾਂ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਏ ਹਨ, ਜਾਂ ਉਹਨਾਂ ਦੇ ਭੈਣ ਭਾਈਆਂ ਨੇ ਉਹਨਾਂ ਨੂੰ ਸੱਦਿਆ, ਜਾਂ ਪੁਆਇੰਟ ਬੇਸਿਸ 'ਤੇ ਆਏ ਹਨ, ਜਾਂ ਪੜ੍ਹਨ ਵਾਸਤੇ ਆਏ ਹਨ, ਜਾਂ ਫਿਰ ਉਹ ਮੈਰਿਜਸ ਬੇਸ 'ਤੇ ਆਏ ਹਨ। ਸੋ ਬਹੁਤ ਵੱਡੀ ਵਸੋਂ ਜਿਹੜੀ ਕਿ ਮੈਰਿਜ ਬੇਸ 'ਤੇ ਆਈ ਹੈ, ਜਾਂ ਲੜਕਿਆਂ ਨੇ ਲੜਕੀਆਂ ਨੂੰ ਲਿਆਂਦਾ ਹੈ ਜਾਂ ਲੜਕੀਆਂ ਨੇ ਲੜਕਿਆਂ ਨੂੰ ਲਿਆਂਦਾ ਹੈ, ਲੇਕਿਨ ਲਿਆਉਣ ਦਾ ਭਾਵ ਕਿ ਉਹਨਾਂ ਨੇ ਸਪੋਂਸਰ ਕੀਤਾ ਹੈ, ਨਾ ਕਿ ਖਰੀਦਿਆ ਨਹੀਂ ਹੈ ਜਾਂ ਫਿਰ ਪੈਸੇ ਦੇ ਕੇ। ਲੇਕਿਨ ਪਿਛਲੇ ਜਿਹੇ ਸਮੇਂ ਦੇ ਵਿੱਚ ਇੱਕ ਬੜੀ ਗੰਦੀ ਜਿਹੀ ਵਾਹ ਵਗੀ ਸੀ ਜਿਸ ਦੇ ਰਾਹੀਂ ਬਹੁਤ ਲੋਕਾਂ ਨੇ ਉਸ ਨੂੰ ਮਿਸਯੂਜ਼ ਕੀਤਾ ਔਰ ਮੈਂ ਕਹੂੰਗਾ ਕਿ ਬਹੁਤ ਸਾਰੇ ਅਜਿਹੇ ਲੋਕ ਵੀ ਵੇਖੇ ਗਏ ਹਨ ਜਿਨ੍ਹਾਂ ਨੇ ਕਿ ਸ਼ਾਦੀ ਕਰ ਲੱਗਿਆ ਇਹ ਨਹੀਂ ਵੇਖਿਆ, ਕਾਨੂੰਨਨ ਤੌਰ 'ਤੇ ਆਪਣੀ ਭੈਣ ਦੇ ਨਾਲ ਵੀ ਵਿਆਹ ਕਰਾ ਲਿਆ, ਕਾਨੂੰਨਨ ਤੌਰ 'ਤੇ ਆਪਣੇ ਭਰਾ ਦੇ ਨਾਲ ਵੀ ਵਿਆਹ ਕਰਾ ਲਿਆ ਅਤੇ ਇਸ ਤੋਂ ਇਲਾਵਾ ਆਪਣੀਆਂ ਧੀਆਂ ਦੇ ਨਾਲ ਵੀ ਵਿਆਹ ਕਰਾ ਲਿਆ। ਸੋ ਉਸ ਨੂੰ ਕੀ ਕਿਹਾ ਗਿਆ? ਫੇਕ ਮੈਰਿਜ। ਕੈਨੇਡਾ ਦੇ ਵਿੱਚ ਪਹੁੰਚਣ ਵਾਸਤੇ ਉਹਨਾਂ ਨੇ ਕਿਹੋ ਜਿਹੇ ਹੱਥ ਕੰਡੇ ਅਪਣਾਏ ਜਿਹੜੇ ਕਿ ਆਪਾਂ ਕੰਨਾਂ ਨੂੰ ਹੱਥ ਤੌਬਾ ਹੀ ਕਰ ਸਕਦੇ ਹਾਂ। ਮੈਂ ਕਿਸੇ ਇੱਕ ਖਾਸ ਇਲਾਕੇ 'ਤੇ ਕਿੰਤੂ ਪਰੰਤੂ ਨਹੀਂ ਕਰਦਾ, ਲੇਕਿਨ ਮੈਂ ਸਾਰੇ ਦੇਸ਼ਾਂ 'ਤੇ ਹੀ ਕਰਦਾ। ਜੇਕਰ ਤੁਸੀਂ ਇੰਟਰਨੈਟ ਗੂਗਲ ਕਰਕੇ ਵੇਖੋ, ਚੀਨ 'ਚੋਂ ਵੱਡੀ ਗਿਣਤੀ ਹੈ, ਤੈਮਲ 'ਚੋਂ ਵੱਡੀ ਗਿਣਤੀ ਹੈ, ਯੂਰਪੀਅਨ ਕੰਟਰੀਆਂ 'ਚੋਂ ਵੱਡੀ ਗਿਣਤੀ ਹੈ, ਮਿਡਲ ਈਸਟ 'ਚੋਂ ਵੱਡੀ ਗਿਣਤੀ ਹੈ, ਆਪਣੇ ਪੰਜਾਬ 'ਚੋਂ ਵੱਡੀ ਗਿਣਤੀ ਹੈ ਜਿਹੜੇ ਕਿ ਸ਼ਾਦੀ ਦੇ ਬੇਸ 'ਤੇ ਇੱਥੇ ਪਹੁੰਚੇ ਅਤੇ ਇੱਥੇ ਆ ਕੇ ਬਾਅਦ 'ਚ ਡਿਵੋਰਸ ਕਰ ਦਿੱਤੇ ਅਤੇ ਗਵਰਨਮੈਂਟ ਨੂੰ ਪੇਸ਼ ਇਸ ਤਰੀਕਾ ਕੀਤਾ ਕਿ ਸਾਡੀ ਤੇ ਬਣੀ ਨਹੀਂ ਹੈ। ਸੋ ਉਸ 'ਤੇ ਅਸੀਂ ਅੱਜ ਵਿਸ਼ਾ ਕਰਾਂਗੇ। ਲੇਕਿਨ ਗਵਰਨਮੈਂਟ ਨੇ ਪਿਛਲੇ ਸਾਲ 2012 ਅਕਤੂਬਰ ਤੋਂ ਅਜਿਹੀ ਘੁੰਡੀ ਮਰੋੜੀ ਹੈ ਤਾਂ ਕਿ ਹੁਣ ਜਿਹੜੇ ਅਸਲੀ ਵੀ ਸ਼ਾਦੀ ਵਾਲੇ ਹਨ ਉਹਨਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੇ ਕੇਸ ਵੀ ਜਿਹੜੇ ਡਿਕਲਾਈਨ ਭਾਵ ਕਿ ਘੱਟ ਰੇਸ਼ੋ ਵੱਲ ਜਾ ਰਹੇ ਹਨ। ਸੋ ਅਰਵਿੰਦਰ ਜੀ, ਆਪਾਂ ਗੱਲਬਾਤ ਕਰਦੇ ਹਾਂ। ਪੁਖਰਾਜ ਜੀ, ਸੋ ਇਸ ਵੇਲੇ ਆਪਾਂ ਥੋੜ੍ਹੀ ਜਿਹੀ ਤਾਜ਼ਾ ਜਾਣਕਾਰੀ ਦਈਏ ਕਿ ਆਪਾਂ ਜਿਹੜੀ ਕੈਨੇਡੀਅਨ ਇਮੀਗ੍ਰੇਸ਼ਨ ਦੇ ਜਿਹੜੇ ਖਾਸ ਕਰਕੇ ਕਾਨੂੰਨ ਹਨ, ਆਪਾਂ ਉਹਨਾਂ 'ਤੇ ਥੋੜ੍ਹਾ ਜਿਹਾ ਵਿਚਾਰ ਵਟਾਂਦਰਾ ਕਰੀਏ ਕਿ ਉਹਨਾਂ ਨੇ ਕਿੱਦਾਂ ਨੱਥ ਪਾਈ ਹੈ ਹੁਣ, ਔਰ ਨੱਥ ਵੀ ਆਪਣੇ ਲੋਕਾਂ ਨੇ ਹੀ ਪਵਾਈ ਹੈ। ਸੋ ਆਪਾਂ ਇਸ ਪ੍ਰੋਬਲਮ ਨੂੰ ਥੋੜ੍ਹਾ ਜਿਹਾ ਟੱਚ ਕਰੀਏ ਕਿ ਪ੍ਰੋਬਲਮ ਕੀ ਹੈ। ਬਿਲਕੁਲ ਪੰਜ ਸਾਹਿਬ, ਜੋ ਕੈਨੇਡੀਅਨ ਇਮੀਗ੍ਰੇਸ਼ਨ ਲਾਜ਼ ਨੇ ਫਰੋਡ ਮੈਰਿਜਸ ਬਾਰੇ, ਇਹਨੂੰ ਕੈਨੇਡਾ ਦੇ ਵਿੱਚ ਇੱਕ ਹੋਰ ਵੀ ਕਿਹਾ ਜਾਂਦਾ ਵਾ ਮੈਰਿਜ ਆਫ ਕਨਵੀਨੀਅੰਸ, ਜਿਸ ਦੇ ਨਾਲ ਕੋਈ ਹੋਰ ਕੰਟਰੀ ਤੋਂ ਤੁਸੀਂ ਸਪੋਂਸਰ
ਕਰ ਸਕਦੇ ਹੋ ਆਪਣੇ ਸਪਾਊਸ ਨੂੰ, ਬਟ ਉਹ ਐਜ਼ ਅ ਮੈਰਿਜ ਆਫ ਕਨਵੀਨੀਅੰਸ ਇੱਥੇ ਹੁੰਦੇ ਨੇ, ਫਰਾਡ ਕਰਨ ਹੁੰਦੇ ਨੇ। ਸਭ ਤੋਂ ਪਹਿਲਾਂ ਮੈਂ ਇਹ ਗੱਲ ਕਰਨੀ ਚਾਹਾਂਗਾ, ਅਕਤੂਬਰ 26 2012 ਤੋਂ ਬਾਅਦ ਜੋ ਲਾਜ਼ ਦੇ ਵਿੱਚ ਚੇਂਜਸ ਆਈਆਂ ਨੇ ਉਹਦੇ ਵਿੱਚ ਨੇ ਕਿ 2 ਸਾਲ ਤੱਕ ਕੰਡੀਸ਼ਨਲ PR ਦਿੱਤੀ ਜਾਏਗੀ ਸਪਾਂਸਰ ਨੂੰ, ਜਿਹੜਾ ਬੰਦਾ ਇੱਥੇ ਮੈਰਿਜ ਕਰਕੇ ਕੈਨੇਡਾ ਦੇ ਵਿੱਚ ਆ ਰਿਹਾ ਹੈ ਜੀ। ਜੇ ਉਹ 2 ਸਾਲਾਂ ਦੇ ਵਿੱਚ ਡਾਈਵੋਰਸ ਫਾਈਲ ਕਰ ਦਿੰਦੇ ਨੇ ਤਾਂ ਉਹ ਅਗਲੇ 5 ਸਾਲਾਂ ਤੱਕ ਦੁਬਾਰਾ ਸਪਾਊਸ ਨੂੰ ਸਪਾਂਸਰ ਨਹੀਂ ਕਰ ਸਕਣਗੇ। ਇਹ ਇੱਕ ਇਮੀਗ੍ਰੇਸ਼ਨ ਐਕਟ ਦੇ ਵਿੱਚ ਬਹੁਤ ਹੀ ਵੱਡਾ ਜਿਹਨੂੰ ਕਹਿ ਲਈਏ ਬਦਲਾਅ ਸੀਗਾ, ਜਿਹਨੂੰ ਜਿਵੇਂ ਤੁਸੀਂ ਕਿਹਾ ਘੁੰਡੀ ਸੀਗੀ, ਇਹ ਨਾਲੇ ਪੰਜਾਬੀਆਂ ਨੇ ਪਵਾਈ ਹੈ। ਇਕੱਲੇ ਪੰਜਾਬੀਆਂ ਨਹੀਂ, ਚੀਨ ਤੋਂ ਵੀ ਇਹੋ ਜਿਹੇ ਬਹੁਤ ਫਰਾਡਸ, ਚਾਈਨੀਜ਼ ਕਮਿਊਨਿਟੀ ਦੇ ਵਿੱਚ ਵੀ ਇਹੋ ਜਿਹੇ ਬਹੁਤ ਫਰਾਡਸ ਨੇ, ਆਪਣੇ ਤਾਮਿਲ ਕਮਿਊਨਿਟੀਜ਼ ਦੇ ਵਿੱਚ ਵੀ ਨੇ। ਖਾਸ ਕਰਕੇ ਜੇ ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ, ਪੰਜਾਬ ਦੇ ਪਿਛੋਕੜ ਨਾਲ ਸੰਬੰਧਿਤ ਰੱਖਦੇ ਹਾਂ, ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ, ਪੰਜਾਬ ਤੋਂ ਵੀ ਕਾਫੀ ਫਰਾਡ ਦੀਆਂ ਫਾਈਲਸ ਕੈਨੇਡੀਅਨ ਗਵਰਨਮੈਂਟ ਨੇ ਪੇਸ਼ ਕੀਤੀਆਂ ਹਨ ਕਿ ਵੀ ਕਿਵੇਂ ਉੱਥੇ ਏਜੰਟ, ਕਿਵੇਂ ਉੱਥੇ ਫੇਕ ਮੈਰਿਜਸ ਕਰਵਾ ਕੇ ਲੋਕੀ ਕੈਨੇਡਾ ਆਉਣਾ ਚਾਹੁੰਦੇ ਹਨ। ਮੈਂ ਕੰਗ ਸਾਹਿਬ ਨੂੰ ਕਹਾਂਗਾ ਕਿ ਵੀ ਉਹ ਹੋਰ ਥੋੜੀ ਜਿਹੀ ਜਾਣਕਾਰੀ ਦੇਣ ਇਸ ਦੇ ਬਾਰੇ। ਧੰਨਵਾਦ ਗੋਲਵਟ ਸਾਹਿਬ, ਪਨੂ ਸਾਹਿਬ। ਇਹ ਜੀ ਬਹੁਤ ਹੀ ਸੰਜੀਦਾ ਮਸਲਾ ਹੈ ਜੋ ਫੇਕ ਮੈਰਿਜਸ ਦਾ ਹੈ, ਤੇ ਇਸ ਦੇ ਬਾਰੇ ਅਸੀਂ ਪਹਿਲਾਂ ਵੀ ਕਈ ਵਾਰੀ ਨਿਊਜ਼ ਵਿੱਚ ਸੁਣਦੇ ਰਹਿੰਦੇ ਹਾਂ। ਹੁਣ ਤਾਂ ਲੇਟਲੀ ਜੋ ਇੰਡੀਅਨ ਗਵਰਨਮੈਂਟ ਹੈ, ਇੱਕ ਕੈਨੇਡੀਅਨ ਗਵਰਨਮੈਂਟ ਨੇ ਆਪਣੀ ਸਾਈਡ ਤੇ ਐਫਰਟਸ ਕੀਤੇ ਨੇ, ਜਿਨ੍ਹਾਂ ਵਿੱਚੋਂ ਜਿਹੜੀਆਂ 2 ਚੇਂਜਸ 2012 ਦੇ ਵਿੱਚ ਆਪਣੇ ਲਾਜ਼ ਦੇ ਵਿੱਚ ਹੋਈਆਂ ਨੇ, ਇਮੀਗ੍ਰੇਸ਼ਨ ਲਾਜ਼ ਦੇ ਵਿੱਚ ਹੋਈਆਂ ਨੇ, ਉਹ ਤਾਂ ਹੈ ਹੀ ਹੈ ਨੇ। ਇਸ ਦੇ ਨਾਲ ਨਾਲ ਜੋ ਮਿਨਿਸਟਰੀ ਆਫ ਓਵਰਸੀਜ਼ ਇੰਡੀਅਨ ਅਫੇਅਰਸ ਹੈ, ਉਹਨੇ ਵੀ ਇੱਕ ਕਿਤਾਬਚਾ ਇਸ਼ੂ ਕੀਤਾ ਹੈ ਜੀ, ਜਿਹਦੇ ਵਿੱਚ ਜਿਹਨੂੰ ਉਹਨਾਂ ਨੇ ਪੰਜਾਬੀ ਵਿੱਚ, ਮਰਾਠੀ ਵਿੱਚ, 1-2 ਹੋਰ ਲੈਂਗੁਏਜਸ ਵਿੱਚ ਇਸ਼ੂ ਕੀਤਾ। ਉਹਦੇ ਵਿੱਚ ਉਹਨਾਂ ਨੇ ਜੋ ਉੱਧਰ ਦੇ ਜਿਹੜੇ NRI ਮੈਰਿਜਸ ਕਰਵਾ ਰਹੇ ਨੇ, ਉਹਨਾਂ ਨੂੰ ਕਿਹੜੀਆਂ ਚੀਜ਼ਾਂ ਤੋਂ ਪਹਿਲਾਂ ਹੀ ਜਾਣੂ ਹੋਣਾ ਚਾਹੀਦਾ ਹੈ, ਉਹਨਾਂ ਚੀਜ਼ਾਂ ਬਾਰੇ ਉੱਤੇ ਡਿਸਕਸ ਕੀਤਾ ਗਿਆ ਹੈ। ਉਹਨਾਂ ਦੇ ਰਾਈਟਸ ਕੀ ਨੇ ਉਹ ਡਿਸਕਸ ਕੀਤਾ ਗਿਆ। ਤੇ ਮੈਨੂੰ ਲੱਗਦਾ ਕਿ ਜਿਹੜੇ ਇਹ ਕ੍ਰਾਸ ਕੰਟਰੀ ਕੇਸਿਸ ਨੇ, ਇਸ ਕਰਕੇ ਵੀ ਹੋਰ ਕੰਪਲਿਕੇਟ ਹੋ ਜਾਂਦੇ ਨੇ, ਕਿਉਂਕਿ ਜੇ ਤੁਸੀਂ ਦੇਖੋ ਕਿ ਜਿਹੜੀ ਕੈਨੇਡੀਅਨ, ਜੇ ਕੋਈ ਲਾੜਾ ਜਾਂ ਲਾੜੀ ਵਿਆਹ ਕਰਾਉਣ ਜੇ ਕਿਤੇ ਇੰਡੀਆ ਜਾਂਦਾ, ਵਿਆਹ ਜੇ ਉੱਥੇ ਹੋਇਆ ਤੇ ਉਹ ਉੱਥੇ ਦੇ ਲਾਅ ਦੇ ਹਿਸਾਬ ਨਾਲ ਰਜਿਸਟਰ ਹੋਇਆ, ਜਦੋਂ ਇੱਥੇ ਆਉਂਦਾ ਤੇ ਇੱਥੇ ਦੇ ਲਾਅ ਦੇ ਹਿਸਾਬ ਨਾਲ ਉਹ ਮੈਰਿਜ ਰਜਿਸਟਰ ਨਹੀਂ ਹੋਈ, ਉਹ ਤਾਂ ਜ਼ਰੂਰੀ ਵੀ ਨਹੀਂ ਹੈ ਰਜਿਸਟਰ ਕਰਵਾਉਣੀ, ਪਰ ਜੇ ਉਹ ਇੱਥੇ ਰਜਿਸਟਰ ਨਹੀਂ ਕਰਾਉਂਦਾ, ਉਹ ਵਾਲਾ ਲਾੜਾ ਲਾੜੀ ਉੱਥੇ ਰਹਿ ਜਾਂਦੇ ਨੇ। ਤੇ ਜਦੋਂ ਇਹ ਜੇ 2 ਦੇਸ਼ਾਂ ਦੇ ਵਿੱਚ ਜਦੋਂ ਕੇਸਿਸ ਆ ਜਾਂਦੇ ਨੇ ਤੇ ਉਹਦੇ ਵਿੱਚ ਕਾਫੀ ਲੂਪ ਹੋਲਸ ਨੇ। ਹੁਣ ਜੋ ਇੰਡੀਅਨ ਲਾਅ ਮੇਕਰਸ ਨੇ, ਉਹਨਾਂ ਨੇ ਵੀ ਇਹਨੂੰ ਪਲੱਗ ਕਰਨ ਦੀ ਕੋਸ਼ਿਸ਼ ਕੀਤੀ ਹੈ, ਕੈਨੇਡੀਅਨ ਸਾਈਡ ਤੇ ਆਪ ਪਲੱਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਮੈਂ ਮੰਨਦਾ ਕਿ ਇੱਕ ਸਾਈਡ ਤੇ ਤਾਂ ਇਹ ਐਫਰਟਸ ਹੋ ਰਹੇ ਨੇ ਦੋਵੇਂ ਪਾਸਿਓਂ, ਪਰ ਉਤੋਂ ਵੀ ਆਈ ਥਿੰਕ ਜਿਹੜੀ ਵੱਡੀ ਚੀਜ਼ ਡਿਸਕਸ ਕਰਨ ਦੀ ਲੋੜ ਹੈ ਉਹ ਹੈ ਕਿ ਕੀ ਅਸੀਂ ਇਹਨੂੰ ਅਣਦੇਖੇ ਕਰ ਰਹੇ ਹਾਂ। ਜੇ ਅਸੀਂ ਆਪਣਾ ਅੱਜ ਦਾ ਨਿਊਜ਼ਪੇਪਰ, ਜਿਵੇਂ ਆ ਇੱਕ ਨਿਊਜ਼ਪੇਪਰ ਮੈਂ ਚੱਕਿਆ, ਇਹਦੇ ਵਿੱਚ 2 ਕਲਾਸੀਫਾਈਡ ਫੋਰ ਐਗਜ਼ਾਮਪਲ ਲੱਗੇ ਹੋਏ ਨੇ। ਇੱਕ ਲਿਖਿਆ ਜੀ, ਜੱਟ ਸਿੱਖ ਲੜਕਾ 27 ਸਾਲ ਉਮਰ, ਕੱਦ 6 ਫੁੱਟ, ਵੈਸ਼ਨੋ, ਆਪਣਾ ਕਾਰੋਬਾਰ ਕਰ ਰਹੇ, ਇੰਡੀਅਨ ਤੇ ਪਰਿਵਾਰਕ, ਸੋਹਣੀ ਸੁਨੱਖੀ ਲੜਕੀ ਦੀ ਲੋੜ ਹੈ। ਸਿਰਫ ਉਹੀ ਪਰਿਵਾਰ ਸੰਪਰਕ ਕਰਨ ਜੋ ਲੜਕੇ ਦੇ ਇੰਡੀਆ ਰਹਿੰਦੇ ਭਰਾ, ਫਲਾਣਾ ਇੰਨੇ ਸਾਲ ਉਮਰ, ਕੱਦ ਇੰਨਾ, ਨੂੰ ਕੈਨੇਡਾ ਦਾ ਰਿਸ਼ਤਾ ਕਰਵਾ ਸਕਣ। ਹੁਣ ਜੇ ਤੁਸੀਂ ਸੋਚੋ ਤੇ ਕੀ ਇਹ ਮੈਰਿਜਸ ਨੇ ਜਾਂ ਕੀ ਇਹ ਬਿਜ਼ਨਸ ਟ੍ਰਾਂਜੈਕਸ਼ਨਸ ਨੇ, ਠੀਕ ਹੈ ਜੀ, ਤਾਂ ਮੈਨੂੰ ਲੱਗਦਾ ਕਿ ਅਸੀਂ ਇਹਨਾਂ ਬਾਰੇ ਵੀ ਡਿਸਕਸ ਕਰਾਂਗੇ ਇੱਕ ਲਾਅ ਪੁਆਇੰਟ ਤੋਂ, ਪਰ ਨਾਲ ਦੀ ਨਾਲ ਆਈ ਥਿੰਕ ਸਾਨੂੰ ਇਹ ਵੀ ਡਿਸਕਸ ਕਰਨ ਦੀ ਲੋੜ ਹੈ ਕਿ ਇਦਾਂ ਦੀਆਂ ਚੀਜ਼ਾਂ ਵਾਪਰ ਕਿਉਂ ਰਹੀਆਂ ਨੇ। ਜੀ ਬਿਲਕੁਲ ਜੀ। ਕੈਨੇਡਾ ਨੇ ਬਹੁਤ ਸਾਰੇ ਲੋਕਾਂ ਨੂੰ ਇਸ ਸਾਈਡ ਨੂੰ ਧੱਕਿਆ ਹੈ ਔਰ ਬਹੁਤ ਸਾਰੇ ਲੋਕਾਂ ਨੇ ਪੈਸਾ ਵੀ ਬਣਾਇਆ ਹੈ ਇਹਨਾਂ ਤੋਂ। ਆਪਾਂ ਭਲੀ ਭਾਂਤ ਜਾਣਕਾਰੀ ਰੱਖਦੇ ਹਾਂ ਜਿਸ ਦੇਸ਼ ਦੇ ਵਿੱਚੋਂ ਹਾਂ, ਉੱਥੋਂ ਦੇ ਲੋਕਾਂ ਦੀ ਜਿਹੜੀ ਮਾਨਸਿਕਤਾ ਹੈ ਇਸ ਵੇਲੇ ਕਿੱਥੋਂ ਤੱਕ ਡਗਮਗਾ ਗਈ ਹੈ, ਤੇ ਉਸ ਨੂੰ ਵੀ ਜ਼ਰੂਰ ਅਸੀਂ ਕੋਖਾਂਗੇ। ਜੇਕਰ ਆਪਾਂ ਗੱਲਬਾਤ ਕਰਦੇ ਹਾਂ ਕਿ ਅਫਰੀਕਨ ਦੇਸ਼ਾਂ ਦੇ ਵਿੱਚ ਜਿਹੜਾ ਨਾਰਥ ਅਫਰੀਕਾ ਹੈ, ਉੱਥੋਂ 39 ਕੇਸ ਜਿਹੜੇ ਕਿ 2012 ਦੇ ਵਿੱਚ ਇੱਕ ਵਿਅਕਤੀ ਕੋਲੋਂ ਜਿਹੜੇ ਆ ਕੇ ਫਾਈਲਾਂ ਫੜੀਆਂ ਗਈਆਂ, ਜਿਸ ਦੇ ਵਿੱਚ ਲਗਭਗ ਇਹ ਸਾਰੀਆਂ ਫੇਕ ਮੈਰਿਜਸ ਸਨ। ਜੇਕਰ ਆਪਾਂ ਹੋਰ ਵੀ ਗਾਂਹ ਜਾਂਦੇ ਹਾਂ, ਮੌਂਟਰੀਅਲ ਦੇ ਵਿੱਚ 630 ਅਜਿਹੇ ਕੇਸ ਵੇਖੇ ਗਏ ਜਿਹੜੇ ਕਿ 315 ਫੇਕ ਮੈਰਿਜਸ ਸਨ, ਜਿਹੜੇ ਕਿ ਨਾਟ ਓਨਲੀ ਇੰਡੀਅਨ ਜਾਂ ਪੰਜਾਬੀ ਸਨ, ਜਿਹੜੇ ਕਿ ਦੂਸਰੀਆਂ ਕਮਿਊਨਿਟੀਆਂ ਦੇ ਵਿੱਚੋਂ ਵੀ ਸਨ। ਜੇਕਰ ਆਪਾਂ ਟੋਰਾਂਟੋ ਦੀ ਗੱਲਬਾਤ ਕਰਦੇ ਹਾਂ ਤੇ ਪਿਛਲੇ ਸਾਲ 7 ਲੇਡੀਜ਼ ਨੂੰ ਚਾਰਜ ਕੀਤਾ ਗਿਆ ਜਿਨ੍ਹਾਂ ਨੇ ਅਜਿਹਾ ਲੈਣ ਦੇਣ ਕਰਕੇ ਆਪਣੇ ਚਾਈਨਾ ਤੋਂ ਕੋਸ਼ਿਸ਼ ਕੀਤੀ ਲੇਡੀਜ਼ ਨੂੰ ਮੰਗਵਾਉਣ ਦੀ, ਜਾਂ ਫਿਰ ਬੰਦਿਆਂ ਨੂੰ ਜਿਹੜੇ ਕਿ ਇੱਕ ਵਿਚੋਲਗੀ ਦਾ ਕੰਮ ਕਰਦੇ ਸਨ, ਅਤੇ ਇੱਕ ਸ਼ਾਦੀ ਦਾ $30,000 ਤੋਂ $35,000 ਉਹ
ਅਪਲਾਈ ਕਰਨ ਦਾ ਉਹ ਚਾਰਜ ਕਰਦੇ ਸਨ। ਸੋ ਇਹ ਤੇ ਆਪਾਂ ਚੰਦ ਕੁ ਹੀ ਦਸੀਆਂ ਹਨ ਜਿਹੜੀਆਂ ਕਿ ਫੇਕ ਮੈਰਿਜਸ ਦੀਆਂ ਐਗਜ਼ਾਮਪਲ ਹਨ। ਮੈਂ ਸਮਝਦਾ ਕਿ ਬਹੁਤ ਵੱਡੀ ਗਿਣਤੀ ਵਿੱਚ ਅਜਿਹੇ ਕੇਸ ਸਾਹਮਣੇ ਹਨ ਜਿਹੜੇ ਕਿ ਅਜੇ ਵੀ ਅੱਖੋਂ ਪਰੋਖੇ ਨਹੀਂ ਕੀਤੇ ਜਾ ਸਕਦੇ। ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਨੇ ਕਾਫੀ ਨੱਥ ਪਾਈ ਹੈ। ਤੁਸੀਂ ਵੇਖਿਆ, ਮੈਨੂੰ ਇੱਕ ਵਾਰੀ ਮੌਕਾ ਮਿਲਿਆ, ਇੱਥੇ ਮੈਂ ਵੈਨਕੂਵਰ ਆਇਆ ਸੀ, ਇੱਥੋਂ ਦੇ ਇੱਕ ਵਿਅਕਤੀ ਦੇ ਨਾਲ ਗੱਲਬਾਤ ਹੋਈ ਜਿਹੜੇ ਕਿ ਇੱਥੇ ਫਾਈਲਾਂ ਦਾ ਅਜਿਹਾ ਕੰਮ ਕਰਦੇ ਸਨ ਤੇ ਟੋਰਾਂਟੋ ਹੀ ਮੈਨੂੰ ਮੌਕਾ ਮਿਲਿਆ ਜੀ ਕਿ ਮੈਂ ਵੀ ਇਸ ਤੇ ਕੋਈ ਨਾ ਕੋਈ ਕੰਮ ਕਰ ਸਕਾਂ। ਅਸੀਂ ਟੋਰਾਂਟੋ ਤੋਂ ਸੁਰਸਾਗਰ ਟੀਵੀ ਅਤੇ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਆਪਾਂ ਆਟਵਾ ਜਾਣਾ ਹੈ। ਅਸੀਂ 3 ਬੱਸਾਂ ਭਰ ਕੇ ਲੈ ਕੇ ਗਏ। ਉੱਥੇ ਅਸੀਂ ਰੋਸ ਮੁਜ਼ਾਹਰਾ ਕੀਤਾ। ਅਸੀਂ ਕਿਹਾ ਕਿ ਕੈਨੇਡੀਅਨ ਗਵਰਨਮੈਂਟ ਕੁਝ ਕਰ ਨਹੀਂ ਰਹੀ ਤੇ ਇਸ ਦੇ ਕਰਕੇ ਬਹੁਤ ਸਾਰੇ ਅਸਲੀ ਜਿਹੜੇ ਲੋਕੀ ਹਨ, ਜਿਹੜੇ ਅਸਲੀ ਲੋਕੀ ਹਨ, ਉਹ ਤਰਾਸਦੀ ਦੇ ਵਿੱਚੋਂ ਦੀ ਗੁਜ਼ਰ ਰਹੇ ਹਨ, ਲੰਘ ਰਹੇ ਹਨ। ਅਫਸੋਸ ਇਹ ਹੈ ਕਿ ਜਿਹੜਾ ਅਸਲੀ ਮੈਰਿਜ ਵਾਲਾ ਹੈ ਉਹ ਪ੍ਰੋਪਰ ਫਿਲ ਆਊਟ ਆਪਣੇ ਪੇਪਰ ਨਹੀਂ ਭਰਦਾ। ਜਿਹੜਾ ਫੇਕ ਹੁੰਦਾ ਹੈ ਉਹ ਇੰਨੇ ਉਸ ਤੇ ਪ੍ਰਬੰਧ ਕਰਕੇ, ਇੰਨੇ ਉਹ ਚਾਰ ਸਫੇਰੇ ਆਪਣੇ ਪੇਪਰਾਂ ਨੂੰ ਸਪੋਰਟ ਕਰਨ ਵਾਸਤੇ ਅਜਿਹੇ ਸਰਟੀਫਿਕੇਟ, ਐਫੀਡੇਵਿਟ ਜਾਂ ਫਿਰ ਅਜਿਹੇ ਉਹ ਡਾਕੂਮੈਂਟਸ ਪੇਸ਼ ਕਰਦਾ ਹੈ ਕਿ ਅਫਸਰ ਜਾਣਦਾ ਹੋਇਆ ਵੀ ਉਸ ਕੇਸ ਨੂੰ ਨਾ ਨਹੀਂ ਕਰ ਸਕਦਾ ਕਿਉਂਕਿ ਉਹਨੇ ਪ੍ਰੋਪਰ ਸਾਰੇ ਐਵੀਡੈਂਸ ਪੇਸ਼ ਕੀਤੇ ਹਨ। ਸੋ ਇਸ ਲੜੀ ਦੇ ਵਿੱਚ ਆਪਾਂ ਵੀ ਜ਼ਿੰਮੇਵਾਰ ਹਾਂ। ਇਸ ਤੋਂ ਇਲਾਵਾ ਹੋਰਨਾਂ ਕਮਿਊਨਿਟੀਆਂ ਦੇ ਵਿੱਚ ਜੋ ਅਜਿਹਾ ਉਤਰਾਅ ਚੜ੍ਹਾਅ ਆ ਉਹ ਵੀ ਜ਼ਿੰਮੇਵਾਰ ਹਨ। ਸੋ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਡਾ ਵੀ ਕੋਈ ਜਾਣ ਵਾਲਾ ਜਿਹੜਾ ਕਿ ਤੁਹਾਡਾ ਵਾਕਬ ਹੋਵੇ, ਨਾ ਲਿਆ ਜਾਵੇ ਕਿਸੇ ਦਾ, ਲੇਕਿਨ ਜੇਕਰ ਕਿਸੇ ਦੀ ਤੁਸੀਂ ਗੱਲ ਸੁਣੀ ਹੈ ਤੇ ਜ਼ਰੂਰ ਉਹ ਤੁਸੀਂ ਸਾਂਝੀ ਕਰੋ। ਤੇ ਇਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਹੁਣ ਗਵਰਨਮੈਂਟ ਨੇ ਇੰਨੀ ਕੁ ਸਖਤਾਈ ਕਰ ਦਿੱਤੀ ਹੈ ਜਿਸ ਤਰ੍ਹਾਂ ਗੋਲਵਾਰ ਜੀ ਨੇ ਦੱਸਿਆ, ਔਰ ਇਸ ਤੇ ਇੱਕ ਵਾਰੀ ਫੇਰ ਚਾਨਣਾ ਪਾਓ ਤੇ ਫਿਰ ਆਪਾਂ ਥੋੜ੍ਹੀ ਜਿਹੀ ਇਸ ਪ੍ਰੋਬਲਮ ਦੇ ਕਾਰਨ ਕੀ ਸਿਰਫ ਕੈਨੇਡਾ ਹੀ ਇੱਕ ਮੁੱਖ ਤੌਰ ਤੇ ਇਹ ਲੋਕਾਂ ਨੂੰ ਇੱਧਰ ਕਾਲ ਕਰ ਰਿਹਾ ਜਾਂ ਆਸਟ੍ਰੇਲੀਆ ਜਾਂ ਇੰਗਲੈਂਡ ਜਾਂ ਫਿਰ ਅਮਰੀਕਾ ਦੇ ਵਿੱਚ ਵੀ ਹੋਰ ਦੇਸ਼ ਹਨ ਜਿਨ੍ਹਾਂ ਦੇ ਵਿੱਚ ਇਹੋ ਜਿਹੀਆਂ ਫੇਕ ਮੈਰਿਜਸ ਹੋ ਰਹੀਆਂ ਹਨ। ਸੋ ਗੋਲਵਾਰ ਜੀ ਇੱਕ ਵਾਰੀ ਫਿਰ ਤੁਸੀਂ ਇਹ ਤੇ ਥੋੜ੍ਹੀ ਜਿਹੀ ਨਜ਼ਰ ਮਾਰੋ ਤਾਂ ਕਿ ਆਪਣੇ ਦਰਸ਼ਕਾਂ ਨੂੰ ਪਤਾ ਲੱਗ ਜੇ ਕਿ ਇਸ ਵੇਲੇ ਜੇਕਰ ਕੋਈ ਗਲਤੀ ਕਰਦਾ ਹੈ ਤਾਂ ਉਹਨੂੰ ਕਿੰਨੇ ਸਾਲ ਭੁਗਤਾਨ ਕਰਨਾ ਪਵੇਗਾ ਆਪਣੀ ਅਸਲੀ ਮੈਰਿਜ ਕਰਨ ਵਾਸਤੇ। ਬਿਲਕੁਲ ਪੰਨੂ ਸਾਹਿਬ, ਤੁਸੀਂ ਇਹ ਬਿਲਕੁਲ ਗੱਲ ਸਹੀ ਕੀਤੀ ਹੈ। ਹੋਰ ਵੀ ਕੰਟਰੀਜ਼ ਦੇ ਵਿੱਚ ਇਸ ਤਰ੍ਹਾਂ ਦੇ ਲਾਜ਼ ਪਾਸ ਹੋਏ ਨੇ ਅਤੇ ਬਹੁਤ ਚਿਰ ਪਹਿਲਾਂ ਦੇ ਪਾਸ ਹੋਏ ਨੇ। ਕੈਨੇਡਾ ਨੇ ਉਹਨਾਂ ਨੂੰ ਫੋਲੋ ਕਰਦਿਆਂ 2012 ਦੇ ਵਿੱਚ ਲਾਅ ਦੇ ਵਿੱਚ ਕੁਝ ਚੇਂਜਸ ਲੈ ਕੇ ਆਂਦੀਆਂ ਜਿਹਨੂੰ ਸਾਰਿਆਂ ਨੇ ਪ੍ਰਵਾਨ ਕੀਤਾ ਅਤੇ ਲੋਕੀ ਇਹ ਚਾਹ ਵੀ ਰਹੇ ਸੀਗੇ ਕਿ ਵੀ ਇਸ ਤਰ੍ਹਾਂ ਦੇ ਬਦਲਾਅ ਕੀਤੇ ਜਾਣ ਕੈਨੇਡੀਅਨ ਇਮੀਗ੍ਰੇਸ਼ਨ ਐਕਟ ਦੇ ਵਿੱਚ। ਦੂਸਰੀ ਗੱਲ, ਜਿਹੜੇ ਇਮੀਗ੍ਰੇਸ਼ਨ ਆਫਿਸਰਸ ਨੇ ਜਿਨ੍ਹਾਂ ਕੋਲੇ ਸਾਡੀਆਂ ਫਾਈਲਸ ਜਾਂਦੀਆਂ ਨੇ ਕੇਸਿਸ ਦੀਆਂ, ਮੈਰਿਜ ਕੇਸਿਸ ਦੀਆਂ ਫॉर द ਸਪਾਂਸਰਸ਼ਿਪਸ, ਉਹਨਾਂ ਨੂੰ ਵੀ ਅੱਜ ਕੱਲ੍ਹ ਬਹੁਤ ਹੀ ਵਧੀਆ ਅਤੇ ਕੀ ਕਹਿੰਦੇ ਨੇ ਘੁੱਖ ਨਾਲ ਹੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਵੀ ਉਹਨਾਂ ਨੇ ਕਿਹੜੇ ਪੁਆਇੰਟਸ ਤੋਂ ਇਹ ਪਤਾ ਕਰਨਾ ਹੈ ਕਿ ਵੀ ਇਹ ਮੈਰਿਜ ਫਰਾਡ ਹੈ ਜਾਂ ਇਹ ਮੈਰਿਜ ਜੈਨੂਅਨ ਹੈ। ਜਸਟ ਐਨ ਐਗਜ਼ਾਮਪਲ, 2 ਪੁਆਇੰਟਸ ਜਿਹੜੇ ਮੈਂ ਕੱਲ੍ਹ ਦੀ ਅਖਬਾਰ ਦੇ ਵਿੱਚ ਹੀ ਵੇਖ ਰਿਹਾ ਸੀਗਾ ਕਿ ਪ੍ਰੋਫੈਸਰ ਨੇ ਯੂਨੀਵਰਸਿਟੀ ਆਫ ਟੋਰਾਂਟੋ ਦੇ, ਜਿਨ੍ਹਾਂ ਨੇ ਦੱਸਿਆ ਆਪਣੀ ਬੁੱਕ ਦੇ ਵਿੱਚ ਲਿਖਿਆ ਕਿ ਇੱਕ ਇਮੀਗ੍ਰੇਸ਼ਨ ਆਫਿਸਰ ਨੇ ਕੇਸ ਨੂੰ ਰੈੱਡ ਫਲੈਗ ਤਾਂ ਕੀਤਾ ਕਿ ਜਿਹੜੀਆਂ ਫੋਟੋਆਂ ਪ੍ਰੋਵਾਈਡ ਕੀਤੀਆਂ ਗਈਆਂ ਸੀਗੀਆਂ ਮੈਰਿਜ ਦੀਆਂ, ਉਹਦੇ ਵਿੱਚ ਜੋ ਰਿਸ਼ਤੇਦਾਰ ਬੱਚੇ ਲਾੜਾ ਜਾਂ ਲਾੜੀ ਦੇ ਨਾਲ ਖੜੇ ਸੀਗੇ ਉਹਨਾਂ ਦੇ ਮੂੰਹ ਦੇ ਉੱਤੇ ਖੁਸ਼ੀ ਨਹੀਂ ਸੀਗੀ। ਉਹ ਜਿਵੇਂ ਹੁੰਦਾ ਨਾ ਆਪਣੇ ਮੈਰਿਜਸ ਦੇ ਵਿੱਚ ਕਿ ਲਾੜਾ ਲਾੜੀ ਦੇ ਉਹ ਖੁਸ਼ ਨਹੀਂ ਸੀਗੇ। ਸੇ ਉਹ ਦਿਸ ਇਜ਼ ਦੀ ਓਨਲੀ ਰੀਜ਼ਨ ਕਿ ਵੀ ਉਹ ਕੇਸ ਨੂੰ ਰੈੱਡ ਫਲੈਗ ਕਰ ਦਿੱਤਾ ਗਿਆ ਕਿ ਵੀ ਇਹਦੀ ਹੋਰ ਘੋਖ ਪੜਤਾਲ ਕੀਤੀ ਜਾਵੇ। ਦੂਸਰਾ ਨੁਕਤਾ ਜਿਹੜਾ ਪ੍ਰੋਫੈਸਰ ਸਾਹਿਬ ਨੇ ਆਪਣੀ ਬੁੱਕ ਦੇ ਵਿੱਚ ਲਿਖਿਆ ਕਿ ਇਮੀਗ੍ਰੇਸ਼ਨ ਆਫਿਸਰ ਨੇ ਇਸ ਕਰਕੇ ਕੇਸ ਰੈੱਡ ਫਲੈਗ ਕੀਤਾ ਕਿ ਲਾੜਾ ਅਤੇ ਲਾੜੀ ਦਾ ਏਜ ਡਿਫਰੈਂਸ 7 ਸਾਲ ਦਾ ਸੀਗਾ ਤੇ ਲਾੜਾ ਇੱਥੋਂ ਡਾਈਵੋਰਸ ਕਰਵਾ ਕੇ ਗਿਆ ਸੀਗਾ ਇੰਡੀਆ ਦੁਬਾਰਾ ਮੈਰਿਜ ਕਰਵਾਉਣ। ਸੋ ਇਹ ਜਿਹੜਾ ਇੱਕ ਕਮਰਸ਼ੀਅਲ ਐਸਪੈਕਟ ਬਣ ਗਿਆ ਹੈ। ਇੱਕ ਤੇ ਦੁੱਖ ਵੀ ਲੱਗਦਾ ਹੈ ਕਿ ਵੀ ਲੋਕੀ ਆਪਣੀਆਂ ਭੈਣਾਂ ਦੇ ਨਾਲ, ਆਪਣੀਆਂ ਪਿਓ ਆਪਣੀ ਧੀ ਦੇ ਨਾਲ ਮੈਰਿਜ ਕਰਵਾ ਕੇ ਇੱਥੇ ਆ ਰਿਹਾ ਹੈ, ਬਟ ਜਿਹੜਾ ਬਾਇਓਲੋਜੀਕਲ ਰਿਸ਼ਤੇ ਨੇ ਇਹਨਾਂ ਦੇ ਵਿੱਚ ਜੋ ਘਾਲ-ਮਾਲ ਹੋ ਰਿਹਾ ਹੈ, ਦੁੱਖ ਲੱਗਦਾ ਹੈ। ਹਾਂਜੀ, ਬੜਾ ਨਿੰਦਨਯੋਗ ਇਸ ਨੂੰ ਆਪਾਂ ਕਹਿ ਸਕਦੇ ਹਾਂ। ਬਹੁਤ ਹਾਂਜੀ, ਮੈਂ ਮੈਨੂੰ ਇਹ ਗੱਲ ਤੋਂ ਯਾਦ ਹੈ ਗੋਲਵਾਰ ਸਾਹਿਬ ਵੀ ਜੇ ਕਿਤੇ ਕਿਸੇ ਦਾ ਫੁੱਫੜ ਰੁੱਸਿਆ ਹੋਵੇ ਵਿਆਹ ਦੇ ਵਿੱਚ ਤੇ ਉਹ ਤੇ ਇਮੀਗ੍ਰੇਸ਼ਨ ਦੇ ਚੱਕਰ ਪੈ ਗਿਆ। ਮੈਂ ਜਿਹੜੀ ਤੁਸੀਂ ਆਰਟੀਕਲ ਦੀ ਗੱਲ ਕਰ ਰਹੇ ਸੀ ਉਹ ਮੈਂ ਪੜ੍ਹਿਆ ਸੀਗਾ। ਉਹ ਪ੍ਰੋਫੈਸਰ
ਮੈਕਮਸਟਰ ਯੂਨੀਵਰਸਿਟੀ ਦੇ Right, ਹਾਂਜੀ, ਵਿਕ McMaster ਸੈਟ University ਵਿੱਚ ਸੀਗੇ ਹਾਂਜੀ, ਤੇ ਉਹਨਾਂ ਨੇ ਵਿੱਚ ਇੱਕ ਹੋਰ ਵੀ ਗੱਲ ਕਹੀ ਸੀ। ਉਹ ਕਹਿੰਦੇ ਸੀਗੇ ਵੀ ਹੁਣ ਜਿਹੜੇ ਇਮੀਗ੍ਰੇਸ਼ਨ ਆਫੀਸਰਸ ਨੇ ਉਹਨਾਂ ਦੀ ਟ੍ਰੇਨਿੰਗ ਸਿਰਫ ਇਹਨਾਂ ਮੁੱਦਿਆਂ ਦੇ ਉੱਤੇ ਨਹੀਂ ਹੋ ਰਹੀ ਕਿ ਤੁਸੀਂ ਫਾਈਲ ਨੂੰ ਦੇਖਣਾ। ਉਹ ਕਹਿੰਦੇ ਨੇ ਵੀ ਕਲਚਰਲ ਕੰਟੈਕਸਟ ਵੀ ਦੇਖਿਆ ਜਾਂਦਾ। ਜਿੱਦਾਂ ਫੋਰ ਐਗਜ਼ਾਮਪਲ ਜੇ ਕੋਈ ਯੂਰਪੀਅਨ ਕੰਟਰੀ ਦੇ ਵਿੱਚ ਵਿਆਹ ਹੋ ਰਿਹਾ ਤਾਂ ਉੱਥੇ 30 ਤੋਂ 40 ਜੇ ਮਹਿਮਾਨ ਨੇ ਤਾਂ ਉਹ ਵਿਆਹ ਨੂੰ ਆਮ ਮੰਨਿਆ ਜਾਏਗਾ, ਜਦ ਕਿ ਉਹਨਾਂ ਸਪੈਸੀਫਿਕਲੀ ਉਹਦੇ ਵਿੱਚ ਲਿਖਿਆ ਕਿ ਜੇਕਰ ਪੰਜਾਬ ਦੇ ਵਿੱਚ ਵਿਆਹਾਂ ਦੇ ਵਿੱਚ 300 ਤੋਂ 400 ਮਹਿਮਾਨ ਹੋਣਾ ਆਮ ਜੀ ਗੱਲ ਹੈ। ਤਾਂ ਇਹ ਗੱਲਾਂ ਜੋ ਨੇ ਹੁਣ ਇੱਕ ਜਿੱਦਾਂ ਕੱਲ ਪਰਸੋਂ ਇੱਕ ਹੋਰ ਸਵੀਡਨ ਦਾ ਇੱਕ ਕੇਸ ਇੰਡੀਆ ਦੇ ਵਿੱਚ ਫੜਿਆ ਗਿਆ ਕਿ ਕੋਈ ਲਾੜਾ ਸੀਗਾ, ਉਸਨੇ 4 ਵਿਆਹ ਪਹਿਲਾਂ ਇੰਡੀਆ 'ਚ ਕਰਵਾਏ ਹੋਏ ਸਨ ਤੇ ਉਸ ਤੋਂ ਬਾਅਦ ਹੁਣ 5ਵਾਂ ਵਿਆਹ ਕਰਵਾਉਣ ਜਨਾਬ ਹੁਣ ਇੰਡੀਆ ਪਹੁੰਚੇ ਤੇ ਅਗਲਿਆਂ ਨੇ ਧੌਣ ਫੜ ਕੇ ਤੇ ਉੱਥੇ ਰੱਖ ਲਿਆ। ਨਹੀਂ ਚਾਹੀਦਾ ਵੀ ਸੀਗਾ ਜੀ। ਇਹ ਵੀ ਦੱਸਦੀ ਕਿ ਹੁਣ ਭਾਰਤ ਦੇ ਵਿੱਚ ਵੀ ਕਾਨੂੰਨ ਜਿਹੜਾ ਵਾ ਕਾਫੀ ਸਖਤੀ ਦੇ ਨਾਲ ਇਹੋ ਜਿਹੇ ਕੇਸਾਂ ਨੂੰ ਨਿਬੜਿਆ ਹੈ ਤੇ ਨਾਲ ਦੀ ਨਾਲ ਪਹਿਲੋਂ ਇਹ ਦੱਸਦੀ ਹੈ ਕੰਗ ਸਾਹਿਬ ਗੋਲਵਰ ਸਾਹਿਬ ਕੀ ਹੁੰਦਾ ਸੀਗਾ ਕਿ ਇੱਥੋਂ ਡਿਵੋਰਸ ਕਰਕੇ ਪੇਪਰ ਡਿਵੋਰਸ ਦਾ ਲੈ ਕੇ ਭਾਰਤ ਦੇ ਵਿੱਚ ਲੋਕ ਚਲੇ ਜਾਂਦੇ ਸਨ ਤੇ ਉੱਥੋਂ ਦੀ ਪੁਲਿਸ ਵੀ ਮੰਨ ਲੈਂਦੀ ਸੀਗੀ ਕਿ ਓਕੇ ਜੀ ਤੁਸੀਂ ਉਸ ਦੇਸ਼ ਦੇ ਵਿੱਚ ਡਿਵੋਰਸ ਕਰ ਲਿਆ ਤੇ ਓਕੇ ਆ ਜੀ। ਪਰ ਭਾਰਤ ਦਾ ਜਿਹੜਾ ਕਾਨੂੰਨ ਇਸ ਵੇਲੇ ਵੀ ਔਰ ਪਹਿਲੋਂ ਵੀ ਇਹ ਸੀਗਾ ਕਿ ਜਿਸ ਵੀ ਸਥਾਨ ਤੇ ਤੁਸੀਂ ਸ਼ਾਦੀ ਕੀਤੀ ਹੈ ਉਹਦੀ ਨੀਅਰੈਸਟ ਕੋਰਟ ਸੈਸ਼ਨ ਕੋਰਟ ਦੇ ਵਿੱਚ ਜਾ ਕੇ ਤੁਸੀਂ ਅਪਲਾਈ ਕਰੋ ਤਾਂ ਤੁਹਾਨੂੰ ਉੱਥੋਂ ਡਿਵੋਰਸ ਮਿਲੇਗਾ, ਤਾਂ ਤੁਸੀਂ ਸੈਕੰਡ ਮੈਰਿਜ ਕਰ ਸਕਦੇ ਹੋ। ਮੋਸਟਲੀ ਲੋਕੀ ਕੀ ਫਾਇਦਾ ਲੈਂਦੇ ਹਨ, ਕੈਨੇਡੀਅਨ ਕੋਰਟ ਤੋਂ ਸ਼ਾਦੀ ਡਿਵੋਰਸ ਲਿਆ ਤੇ ਚਲੇ ਗਏ, ਕਿਉਂਕਿ ਇੱਥੇ ਤੇ ਹੋ ਹੀ ਜਾਣਾ, ਕਿਉਂਕਿ ਸੈਕੰਡ ਜਿਹੜਾ ਵਾ ਤੁਹਾਡਾ ਉਹ ਉਸ ਨੂੰ ਕੈਨੇਡਾ ਦੇ ਵਿੱਚ ਆਉਣ ਹੀ ਨਹੀਂ ਦੇਣਾ। ਜੇਕਰ ਇੱਥੋਂ ਦੀ ਕੋਰਟ ਉੱਥੇ ਨੋਟਿਸ ਵੀ ਭੇਜਦੀ ਹੈ ਤੇ ਨੋਟਿਸ ਵੀ ਚਾਹੇ ਉਹਨਾਂ ਨੂੰ ਮਿਲ ਜਾਂਦਾ ਜਦੋਂ ਇੱਥੇ ਆਪਣੇ ਕੇਸ ਦੀ ਪੈਰਵਾਈ ਕਰਨ ਵਾਸਤੇ ਨਹੀਂ ਆ ਸਕਦੇ ਸਨ ਤੇ ਉਹ ਇੱਕ ਤਰਫਾ ਹੀ ਡਿਵੋਰਸ ਹੋ ਜਾਣਾ। ਔਰ ਕੈਨੇਡਾ ਦੇ ਮੁਤਾਬਕ ਉਹ ਠੀਕ ਸੀਗਾ, ਲੇਕਿਨ ਭਾਰਤ ਦਾ ਜਿਹੜਾ ਕਨਸਟੀਟਿਊਸ਼ਨ ਜਾਂ ਉੱਥੋਂ ਦਾ ਲਾ ਇਹ ਕਹਿੰਦਾ ਸੀਗਾ ਕਿ ਲਾਸਟ ਟਾਈਮ ਜਿੱਥੇ ਸ਼ਾਦੀ ਹੋਈ ਜਾਂ ਜਿੱਥੇ ਲਾਸਟ ਟਾਈਮ ਉਹਨਾਂ ਦੀ ਰੈਜ਼ੀਡੈਂਸੀ ਸੀ ਉੱਥੋਂ ਨੀਅਰੈਸਟ ਕੋਰਟ ਦੇ ਵਿੱਚੋਂ ਉਹਨਾਂ ਨੂੰ ਡਿਵੋਰਸ ਲੈ ਕੇ ਫਿਰ ਹੀ ਜਿਹੜਾ ਭਾਰਤ ਦੇ ਕਾਨੂੰਨ ਮੁਤਾਬਕ ਉਹ ਡਿਵੋਰਸ ਮੰਨਿਆ ਜਾਏਗਾ। ਤੇ ਇਸ ਜਿਹੜੇ ਤਹਿ ਥੱਲੇ ਬਹੁਤ ਸਾਰੇ ਅੱਜ ਕੱਲ੍ਹ ਲੋਕੀ ਫਸ ਵੀ ਰਹੇ ਹਨ। ਜੀ ਮੈਂ ਇਸ ਤੇ ਇੱਕ ਟਿੱਪਣੀ ਕਰਨੀ ਚਾਹਾਂਗਾ ਕਿ ਜੋ ਫਰਵਰੀ 2006 ਤੱਕ ਹਾਂਜੀ ਜੋ ਆਪਣਾ ਇੰਡੀਅਨ ਪੀਨਲ ਕੋਡ ਸੀਗਾ, ਜੋ ਆਪਣਾ ਲਾਅ ਸੀਗਾ, ਉਹਦੇ ਵਿੱਚ ਇਹ ਵੀ ਜ਼ਰੂਰੀ ਨਹੀਂ ਸੀਗਾ ਕਿ ਸਾਰੀਆਂ ਮੈਰਿਜਸ ਰਜਿਸਟਰ ਹੋ ਸਕਣ। ਹਾਂਜੀ ਸੋ ਸਾਰੀਆਂ ਸਟੇਟਸ ਦੇ ਕੁਝ ਲਾਅਸ ਦੇ ਵਿੱਚ ਡਿਫਰੈਂਸ ਸੀਗਾ। ਫਰਵਰੀ 2006 ਦੇ ਵਿੱਚ ਸੁਪਰੀਮ ਕੋਰਟ ਨੇ ਸਾਰਿਆਂ ਨੂੰ ਕਿਹਾ ਕਿ ਜਿਹੜੇ ਮੈਰਿਜ ਰਜਿਸਟ੍ਰੇਸ਼ਨ ਲਾਅਸ ਨੇ ਉਹ ਬਣਨੇ ਚਾਹੀਦੇ। ਤੇ ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਸੀਗੇ ਕਿ ਜਿਹੜੀਆਂ ਇਹ ਵਿਆਹ ਨੇ ਜਿਹੜੇ ਇੰਟਰਨੈਸ਼ਨਲ ਵਿਆਹ ਨੇ, ਜੇ ਲਾੜਾ ਇੱਕ ਕੰਟਰੀ ਦਾ ਤੇ ਜੇ ਲਾੜੀ ਇੰਡੀਆ ਦੀ ਜਾਂ ਲਾੜੀ ਇੱਥੇ ਜਾਂ ਵਾਈਸ ਵਰਸਾ, ਤੇ ਉਹਦੇ ਬਾਰੇ ਇੱਕ ਬੜਾ ਇੰਪੋਰਟੈਂਟ ਜੋ ਜੁਰਿਸਡਿਕਸ਼ਨ ਸੀਗਾ ਉਹ ਸੀਗਾ 1991 ਦੇ ਵਿੱਚ ਵੀ ਨਰਸਿਮਹਾ ਰਾਓ ਵਰਸਸ ਅਦਰ ਵਰਸਸ ਵਾਈ ਵੈਂਕਟਾ ਲక్ష్ਮੀ। ਹਾਂਜੀ ਇਹ ਕੇਸ ਦੇ ਵਿੱਚ ਹੋਇਆ ਕੀ ਸੀਗਾ ਕਿ ਜੋ ਲਾੜਾ ਸੀਗਾ ਉਹ ਮਿਸੂਰੀ ਦਾ ਰੈਜ਼ੀਡੈਂਟ ਸੀ ਅਮਰੀਕਾ ਦਾ। ਉਹਨੇ ਜੀ ਇੰਡੀਆ ਜਾ ਕੇ ਵਿਆਹ ਕਰਵਾਇਆ, ਉਸ ਤੋਂ ਬਾਅਦ ਉਹ ਵਾਪਸ ਆਇਆ ਤਾਂ ਉਹਨੇ ਕਿਹਾ ਜੀ ਮੇਰੀ ਤਾਂ ਬਣਦੀ ਨਹੀਂ ਹੈਗੀ, ਇਸ ਬੇਸਿਸ ਦੇ ਉੱਤੇ ਮੈਨੂੰ ਡਿਵੋਰਸ ਮਿਲਣਾ ਚਾਹੀਦਾ। ਜਦ ਕਿ ਸੁਪਰੀਮ ਕੋਰਟ ਨੇ ਜਾ ਕੇ ਕਿਹਾ ਕਿ ਕਿਉਂਕਿ ਮੈਰਿਜ ਇੰਡੀਆ ਦੇ ਵਿੱਚ ਹੋਈ ਸੀ ਤੇ ਉਹ ਜਿਹੜੇ ਰੀਜ਼ਨਸ ਦੱਸੇ ਗਏ ਨੇ ਉਹ ਇੰਡੀਅਨ ਜੁਰਿਸਡਿਕਸ਼ਨ ਦੇ ਹਿਸਾਬ ਨਾਲ ਕਵਰ ਨਹੀਂ ਹੁੰਦੇ। ਇਸ ਕਰਕੇ ਉਹ ਜਿਹੜੇ ਰੀਜ਼ਨਸ ਨੇ ਉਹਨਾਂ ਨੂੰ ਸਿੱਧਾ ਇਸ ਕਰਕੇ ਨਹੀਂ ਮੰਨਿਆ ਜਾ ਸਕਦਾ ਕਿ ਤੁਸੀਂ ਉੱਥੇ ਫਾਈਲ ਕੀਤਾ, ਜਿੱਦਾਂ ਮਿਸੂਰੀ ਵਿੱਚ 90 ਦਿਨ ਦਾ ਜੇ ਤੁਸੀਂ ਨੋਟਿਸ ਦੇ ਕੇ ਤਾਂ ਤੁਸੀਂ ਡਿਵੋਰਸ ਲੈ ਸਕਦੇ ਹੋ। ਸੋ ਗਵਰਨਮੈਂਟਸ ਅਵੇਅਰ ਤਾਂ ਹੋ ਹੀ ਰਹੀਆਂ ਨੇ ਤੇ ਮੈਂ ਕਹਿੰਦਾ ਕਿ ਸਾਡੀ ਇੱਕ ਵੀਡੀਓ ਵੀ ਇਸ ਬਾਰੇ ਇਹਨਾਂ ਮੁੱਦਿਆਂ ਦੇ ਉੱਤੇ ਹੀ ਰੈਡੀ ਹੈ ਤੇ ਜੇ ਇਸ਼ਾਰਾ ਹੋ ਗਿਆ ਤਾਂ ਅਸੀਂ ਉਹ ਵੀ ਦੇਖ ਲੈਂਦੇ ਹਾਂ ਜੀ। ਲਓ ਜੀ ਅਸੀਂ ਆਪ ਜੀ ਨੂੰ ਉਹ ਵੀਡੀਓ ਦਿਖਾਉਂਦੇ ਹਾਂ ਜਿਹੜੀ ਕੇਸ ਦੇ ਮੁਤਲਕ ਹੈ, ਜਾਣਕਾਰੀ ਰੱਖਦੀ ਹੈ। ਸੋ ਇਸ ਵੀਡੀਓ ਨੂੰ ਧਿਆਨ ਦੇ ਨਾਲ ਵੇਖਣਾ ਔਰ ਬਾਅਦ ਦੇ ਵਿੱਚ ਤੁਸੀਂ ਸਾਨੂੰ ਕਾਲ ਕਰਨਾ। ਜਿਉਂ ਹੀ ਤੁਸੀਂ ਕਾਲ ਕਰੋਗੇ ਅਸੀਂ ਤੁਹਾਡੀ ਗੁਫ਼ਤਗੂ ਤੁਹਾਡੀ ਗੱਲਬਾਤ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਾਂਗੇ। ਲਓ ਅਸੀਂ ਆਪ ਜੀ ਨੂੰ ਕੁਝ ਇੱਕ ਕਾਨੂੰਨੀ ਨੁਕਤਿਆਂ ਵਾਲੀ ਜਾਂ ਫਿਰ ਜਿਹੜੇ ਕਿ ਇਹਨਾਂ ਮੈਰਿਜਸ ਤੇ ਫਰਾਡ ਮੈਰਿਜਸ ਦੇ ਵਿੱਚ ਫਸੇ ਸਨ ਉਹਨਾਂ ਦੇ ਕੁਝ ਆਪ ਜੀ ਨੂੰ ਕਲਿੱਪ ਦਿਖਾਉਂਦੇ ਹਾਂ। I met my husband in 2002 in the hotel in Cuba that I was visiting for a week. In 2005, we were married. I sponsored him, and he came to Canada in 2006. Lui et moi, nous nous sommes rencontrés comme ça dans une salle de chat. De fil en aiguille, je me suis beaucoup attachée à lui. Lui aussi à moi, c'est ce que je croyais. We knew each other a little bit, that's why I trusted her. La demande en mariage est venue très très vite, comme 3 semaines plus tard. Et j'ai dit oui. I didn't find anything untoward
before he came to Canada. Sometimes you have a Canadian permanent resident who meets a foreign national, perhaps while they're traveling or over the internet, and becomes convinced it's a genuine relationship, whereas in fact the foreign national is using the relationship merely to get into Canada, and the sponsor has been tricked. In other situations, unfortunately, Canadians are part of the fraud. After marriage, everything changed. And after she arrived in Canada, I was nothing to her. When he left on the 24th of March in 2007, it all came crashing down. I felt that he had now accomplished what he set out to do. He had gotten his permanent residency, he had gotten his work card, he had gotten his health card, he was with his friends, and I realized then that this was all false. After she left me, I filed a police complaint, and police informed me after 3 days, like she's good in health and she's found, but they said she doesn't want to come to you. The financial obligations of a sponsor are that you are responsible for a period of 3 years for the person that you sponsor to come into the country. So if the person you sponsor uses social assistance during that period, you'll be responsible for that and will have to repay that debt. Finalement, l'aide sociale, évidemment, j'en paye pour les 10 mois qu'il en a profité. Donc, j'en ai pour un bon 30 000 $. It's around $40,000. It's too much. It's too much for me. I had to pay my lawyer fee. I sent her ticket. So all my marriage expenses. J'ai envoyé de l'argent là-bas parce qu'il me disait qu'il en manquait ou qu'il en devait à d'autres. First of all, I remortgaged my home, then bringing gifts and clothes, not only to his family members, but to his neighbors and anyone he knew. There are a lot of legal consequences for engaging in marriage fraud. It is fraud. There are the possibility of criminal sanctions, which can include a fine of up to $100,000 or imprisonment up to 5 years or both. Actually, I am a little bit strong person. I try to recover everything, but sometimes, yeah, it hurts. J'ai perdu beaucoup de confiance en moi. J'ai fait une bonne dépression avec des pensées suicidaires. I had to be medicated and be off work. All of it, it became too much. I thought that I was a worthless person that didn't deserve to be happy. CIC has adopted a couple of new rules. First, people in new relationships, a relationship of 2 years or less where there's no child in common, receive a permanent resident status. During the first 2 years after their arrival in Canada as permanent residents, they have to maintain a genuine relationship with the person who sponsored them. If they don't, they could have their permanent resident status removed and be asked to leave Canada. Secondly, we have a new provision that someone who is sponsored to come into Canada for a period of 5 years, they cannot turn around and sponsor a new spouse or partner. We will detect the fact that it's a fraudulent marriage. You can be forbidden to enter Canada for a period of 2 years. Even if you get to Canada and it's detected afterwards that it was a fraudulent marriage, you'll be subject to a deportation. They make us believe like they love us so much, so we only get to know when it happens, like when they leave us. Quand je dis que j'étais sous le joug, c'est vraiment ça. Honestly, I really never saw it coming. I thought that he was different, and I think you just have to be very careful. There are so many people across Canada that are suffering nowadays from the exact same thing that happened to me. ਲਓ ਜੀ ਤੁਸੀਂ ਦੇਖਿਆ ਕਿੰਨੇ ਵਿਅਕਤੀ ਇਹ ਤੇ ਇੱਕ ਨਿੱਕੀ ਜੀ ਵੀਡੀਓ ਦਿਖਾਈ ਗਈ ਹੈ ਜਿਹੜੇ ਕਿ ਅਜਿਹੀ ਬਿਮਾਰੀ ਤੋਂ ਸਤਾਏ ਹੋਏ ਹਨ। ਮੈਂ ਬਿਮਾਰੀ ਕਹਿੰਦਾ ਕਿਉਂਕਿ ਇਹ ਬਿਮਾਰੀ ਨੇ ਬਹੁਤ ਲੋਕਾਂ ਨੂੰ ਦੁਖੀ ਕੀਤਾ, ਕਿਉਂਕਿ ਰਾਤਾਂ ਦੀਆਂ ਨੀਂਦਾਂ ਵੀ ਉਹਨਾਂ ਦੀਆਂ ਗਵਾ ਦਿੱਤੀਆਂ, ਪੈਸਾ ਤੇ ਗਿਆ ਹੀ ਗਿਆ, ਉਹਨਾਂ ਦਾ ਜਿਹੜਾ ਚੈਨ ਸੀਗਾ ਉਹ ਵੀ ਜਾਂਦਾ ਰਿਹਾ। ਹਾਂਜੀ 3 ਸਾਲ ਦੀ ਰਿਸਪੌਂਸਿਬਿਲਿਟੀ ਹੈ, ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ, ਆਪਾਂ ਅੰਗਰੇਜ਼ੀ ਕਾਫੀ ਇੱਥੇ ਬੋਲਦੇ ਹਾਂ, ਸਮਝਦੇ ਹਾਂ। ਆਈ ਥਿੰਕ ਸਾਰੇ ਪੜ੍ਹੇ ਲਿਖੇ ਹੀ ਹਾਂ, ਜਿਹੜੇ ਕਿ ਉੱਥੋਂ ਇੰਡੀਆ 'ਚ ਆਉਂਦੇ ਹਨ, ਸਾਰੇ ਪੜ੍ਹੇ ਲਿਖੇ ਹੀ ਹੁੰਦੇ ਹਨ। ਲਓ ਜੀ ਮੈਂ ਕਾਲਸ ਵੀ ਲੈਂਦਾ ਹਾਂ ਨਾਲ ਦੀ ਨਾਲ। ਹਾਂਜੀ ਜ਼ਰੂਰ। ਹਾਂਜੀ ਸੁਰਸਾਗਰ। ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਜੀ ਲਾਈਵ ਔਨ 에ਅਰ ਆਈ। ਹਾਂਜੀ ਤੁਸੀਂ ਲਾਈਵ ਔਨ 에ਅਰ ਹੋ ਜੀ। ਉਹ ਠੀਕ ਆ। ਹਾਂਜੀ ਮੈਨੂੰ ਤੁਹਾਡਾ ਸਬਜੈਕਟ ਬਹੁਤ ਵਧੀਆ ਲੱਗਾ, ਤੁਹਾਡਾ ਟੌਪਿਕ ਬਹੁਤ ਸਹੀ ਆ। ਮੈਂ ਇਹਦੇ ਬਾਰੇ ਥੋੜ੍ਹੇ ਜਿਆਦਾ ਵਿਚਾਰ ਪੇਸ਼ ਕਰਨਾ ਚਾਹੁੰਦਾ ਸੀ। ਜੀ ਜ਼ਰੂਰ। ਹਾਂਜੀ
ਹਾਂਜੀ ਹਾਂਜੀ ਤੁਹਾਡੀ ਗੱਲ ਬਹੁਤ ਸਹੀ ਆ। ਹੁਣ ਆਪਣੇ ਜਿਹੜਾ ਕਿੱਦਾਂ ਅੱਗੇ ਥੋੜੀਆਂ ਪ੍ਰੋਬਲਮ ਆਈਆਂ ਪਿੱਛੇ, ਆਪਣੇ ਇੱਕ ਮੁੰਡੇ ਨੇ ਸੁਸਾਈਡ ਵੀ ਕੀਤਾ ਹਨਾ ਇਹੀ ਕੰਮ ਵਾਸਤੇ। ਉਹਦੀ ਵਾਈਫ ਆਈ, ਉਹ 2-3 ਦਿਨ ਉਹਦੇ ਨਾਲ ਰਹੀ, ਮੁੜ ਕੇ ਉਹ ਚਲੀ ਗਈ ਜਾਂ ਜਿੱਦਾਂ ਵੀ ਹੋਇਆ ਹਨਾ। ਪਰ ਮੈਂ ਇਹਦੇ ਵਿੱਚ ਇੱਕ ਦੋ ਚੀਜ਼ਾਂ ਵੇਖੀਆਂ ਵਾ। ਇੱਕ ਤਾਂ ਜਿਹੜੇ ਚੱਲ ਕੋਈ ਫੈਮਿਲੀ ਕੇਸ ਸਾਡਾ ਉਹ ਪਹਿਲਾਂ ਹੀ ਕਹਿ ਦਿੰਦਾ ਸਾਡੇ ਭੂਆ ਦੇ ਮੁੰਡੇ ਜਾਂ ਮਾਮੇ ਦੇ ਮੁੰਡੇ ਜਿਹਦੇ ਨਾਲ ਵੀ ਤੁਹਾਨੂੰ ਮੈਰਿਜ ਹੈਵ ਟੂ ਕਰਾਉਣੀ ਪੈਣੀ ਆ। ਕਈ ਤਾਂ ਵਿਚਾਰੀਆਂ ਕੁੜੀਆਂ ਜਾਂ ਮੁੰਡੇ ਹੁੰਦੇ ਆ ਉਹ ਗੱਲ ਸਹਿ ਜਾਂਦੇ ਆ, ਤੇ ਕਈ ਵਿੱਚ ਹੁੰਦੇ ਆ ਉਹ ਅਗਲਾ ਚਲੋ ਉਹਦਾ ਦਬਾਅ ਹੇਠ ਆ ਕੇ ਕਰ ਲੈਂਦਾ ਵਾ, ਬਾਅਦ ਚ ਆਪਦਾ ਮੂਵ ਹੋ ਜਾਂਦਾ ਵਾ। ਉਹਦੇ ਚ ਤਾਂ ਆਪਾਂ ਕਹਿ ਸਕਦੇ ਆ ਵੀ ਉਹਨਾਂ ਦੀ ਕੋਈ ਗਲਤੀ ਨਹੀਂ। ਪਰ ਕਈ ਮੈਂ ਇੱਥੇ ਕੇਸ ਦੇਖੇ ਆ, ਕਿਉਂਕਿ ਮੈਂ ਵੀ ਇੱਥੇ ਥੋੜਾ ਟਾਈਮ ਹੋ ਗਿਆ ਲੋਕਾਂ ਚ ਵਿਚਰਦੇ ਨੂੰ। ਮੈਂ ਦੇਖਿਆ ਵੀ ਮੁੰਡਾ ਮੇਰਾ ਫਰੈਂਡ ਹੀ ਆ, ਉਹ ਵਿਚਾਰਾ 8 ਕੁ ਪੜ੍ਹਿਆ ਹੋਇਆ ਵਾ, ਇੰਡੀਆ ਤੋਂ ਆਇਆ, 8 ਕੁ ਪੜ੍ਹਿਆ ਤੇ ਇੰਗਲਿਸ਼ ਤਾਂ ਨਾ ਮਾਤਰੀ ਆ, ਪੰਜਾਬੀ ਵੀ ਵਿਚਾਰਾ ਮਸਾਂ ਹੀ ਬੋਲਦਾ। ਤੇ ਉਹ ਪਿੱਛੇ ਜਿਹੇ ਵਿਆਹ ਕਰਾ ਕੇ ਆਇਆ, 2 ਸਾਲ ਹੋ ਗਏ ਇੰਡੀਆ, ਤੇ ਆ ਕੇ ਦੱਸਣ ਲੱਗ ਗਿਆ ਮੈਂ ਹਾਂ ਵੀ ਕਿੱਦਾਂ ਨਾ ਵਿਆਹ ਕਰਾ ਕੇ ਆਇਆ। ਉਹ ਕਰਾ ਕੇ ਆਇਆ BSc ਨਰਸਿੰਗ ਕੁੜੀ ਨਾਲ ਵਿਆਹ, ਆਪ ਉਹਨੂੰ ਜਾਣੀ ਕਿ ਹੱਥ ਤੰਗ ਆ ਪੜ੍ਹਾਈ ਚ। ਤੁਸੀਂ ਦੇਖ ਲਓ ਵੀ ਉਹ BSc ਨਰਸਿੰਗ ਕੁੜੀ ਨਾਲ ਵਿਆਹ ਕਰਾ ਕੇ ਆਇਆ। ਹੁਣ ਅਗਲੇ ਨੇ ਉੱਥੇ ਤਾਂ ਲਾਲਚ ਹੁੰਦਾ ਕੈਨੇਡਾ ਦੇ ਨਾਂ ਨੂੰ ਵਿਆਹ ਕਰਵਾਉਣਾ ਹੀ ਆ, ਠੀਕ ਆ। ਉਹ BSc ਨਰਸਿੰਗ ਕੁੜੀ ਨਾਲ ਵਿਆਹ ਕਰਾਇਆ, ਕੱਲ ਨੂੰ ਕੁੜੀ ਇੱਥੇ ਆ ਜਾਊਗੀ। ਹੁਣ ਮੇਰੇ ਵਰਗਾ 10 ਪੜ੍ਹੇ ਦੇ ਵਿਚਾਰ ਹੋਰ ਹੋਣੇ ਆ, BSc ਨਰਸਿੰਗ ਪੜ੍ਹੀ ਕੁੜੀ ਦੇ ਵਿਚਾਰ ਹੋਰ ਹੋਣੇ ਆ, ਠੀਕ ਆ। ਉਹਦੇ ਨਾਲ ਰਹੀ ਜਾਊ, ਇੱਥੇ ਆ ਕੇ ਉਹਨੂੰ ਅਪਗ੍ਰੇਡ ਕਰਾ ਦੂਗਾ, ਉਹ ਆਦੀ ਜੌਬ ਤੇ ਲੱਗ ਜੂ। ਇੱਕ ਬੰਦੇ ਦੀ ਜੌਬ ਕਿੱਦਾਂ ਦੀ ਹੋਣੀ ਹੈ, ਦੂਜੇ ਦੀ ਕਿੱਦਾਂ ਹੋਣੀ, ਤੁਸੀਂ ਆਪ ਦੇਖ ਲਓ ਵੀ ਇੰਨਾ ਵੱਡਾ ਫਰਕ ਦੋਨਾਂ ਵਿੱਚ ਰਹਿਣਾ ਬਹੁਤ ਔਖਾ ਹੋ ਜਾਂਦਾ। ਮੈਂ ਇਹੀ ਗੱਲ ਕਹਿਣਾ ਵੀ ਜਦੋਂ ਤੁਸੀਂ ਠੀਕ ਆ ਇੱਥੇ ਆ ਗਏ, ਕਈ ਬਹੁਤ ਪੜ੍ਹੇ ਲਿਖੇ ਵੀ ਇੱਥੇ ਆ ਗਏ, ਕਈ ਥੋੜੇ ਘੱਟ ਪੜ੍ਹੇ ਲਿਖੇ ਵੀ ਆ ਗਏ, ਪਰ ਮੈਂ ਐਂ ਕਹਿੰਦਾ ਜਦੋਂ ਤੁਸੀਂ ਉਹਦਾ ਵਿਆਹ ਦਾ ਡਿਸੀਜਨ ਬਣਾਉਣਾ ਵਾ, ਥੋੜਾ ਜਿਹਾ ਤੁਹਾਡਾ ਕਹਿੰਦਾ ਕਿਤੇ ਨਾ ਕਿਤੇ ਹਰ ਇੱਕ ਚੀਜ਼ ਮੈਚ ਹੁੰਦੀ ਹੋਵੇ। ਸਾਰਿਆਂ ਨਾਲੋਂ ਵੱਡੀ ਚੀਜ਼ ਤੁਹਾਡੀ ਪੜ੍ਹਾਈ ਦਾ ਤਕਰੀਬਨ ਮੈਚ ਹੁੰਦੀ ਹੋਵੇ। ਇੱਕ 10 ਪੜ੍ਹਿਆ ਬੰਦਾ ਤੇ 16 ਪੜ੍ਹੇ ਬੰਦੇ ਦੇ ਵਿਚਾਰਾਂ 'ਚ ਫਰਕ ਹੋਊਗਾ। ਤੁਸੀਂ ਮਾੜਾ ਮੋਟਾ ਤਾਂ ਰਹਿ ਸਕਦੇ ਆ, ਪਰ ਕਿਤੇ ਨਾ ਕਿਤੇ ਆ ਕੇ ਤੁਹਾਡੀ ਉਹੀ ਗੱਲਬਾਤ ਹੋ ਜਾਂਦੀ, ਉਹ ਮਾੜੀ ਮੋਟੀ ਗੱਲਬਾਤ ਹੁੰਦੀ ਆ, ਫਿਰ ਉਹ ਪ੍ਰੋਬਲਮ ਆਉਂਦੀ ਆ। ਮੈਨੂੰ ਤਾਂ ਇਦਾਂ ਹੀ ਲੱਗਦਾ, ਬਾਕੀ ਤੁਹਾਡੇ ਵੀ ਸਹੀ ਵਿਚਾਰ ਆ, ਇਦਾਂ ਚੱਲੀ ਜਾਂਦਾ ਵਾ। ਪਰ ਮੈਂ ਤਾਂ ਇਹੀ ਬੇਨਤੀ ਕਰਦਾ ਵੀ ਜਦੋਂ ਤੁਸੀਂ ਕੋਈ ਮੈਰਿਜ ਦਾ ਡਿਸੀਜਨ ਬਣਾਉਂਦੇ ਆ, ਕੁਛ ਵੀ ਬਣਾਉਂਦੇ ਆ, ਉਮਰ ਵੀ ਜ਼ਰੂਰੀ ਆ। ਹੁਣ ਇੱਥੇ ਦੇਖੀ ਤਾਂ ਕਈ ਬੰਦੇ 35-35 ਸਾਲ ਦੇ ਹੋ ਜਾਂਦੇ, ਫੈਮਿਲੀ ਚ ਆਉਂਦੇ ਹੋਏ 2-3 ਸਾਲ ਇੱਥੇ ਸੈੱਟ ਹੁੰਦਿਆਂ ਨੂੰ ਹੋ ਜਾਂਦੇ ਆ, 37-38 ਦੇ ਵਿਆਹ ਕਰਾਉਣ ਜਾਂਦੇ ਆ। ਉੱਥੇ ਜਾ ਕੇ ਅਗਲਾ 22-23 ਸਾਲਾਂ ਦੀ ਕੁੜੀ ਪੜ੍ਹੀ ਲਿਖੀ ਨਾਲ ਵਿਆਹ ਕਰਾ ਲੈਂਦੇ ਆ, ਉਹ ਵੀ ਪ੍ਰੋਬਲਮ ਆਉਂਦੀ ਆ। ਵੀ ਸਾਰਿਆਂ ਨਾਲ ਵੱਡੀ ਗੱਲ ਇਹੀ ਆ ਵੀ ਕਹਿੰਦੇ ਉਹਨੇ ਜੋੜੀਆਂ ਜਦ ਥੋੜੀਆਂ ਨਾਰੜ ਬਥੇਰੇ, ਜ਼ਰੂਰੀ ਆ ਵੀ ਤੁਹਾਡਾ ਮੇਲ ਮਿਲਾਪ ਸਾਰਾ ਕੁਛ ਉਹ ਜਿਹਾ ਬਹਿੰਦਾ ਹੋਵੇ। ਮਾੜਾ ਮੋਟਾ ਫਰਕ ਤਾਂ ਚੱਲ ਜਾਂਦਾ ਹੁੰਦਾ, ਪਰ ਇੰਨਾ ਜ਼ਿਆਦਾ ਫਰਕ ਨਹੀਂ ਕਦੇ ਚੱਲਦਾ। ਇਹ ਲੋਕਾਂ ਨੂੰ ਆਪ ਹੀ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ, ਫਿਰ ਸ਼ਾਇਦ ਥੋੜਾ ਫਰਕ ਪੈ ਜਾਵੇ। ਇੱਕ ਆ ਜਿਹੜੀ ਵਧੀਆ ਚੀਜ਼ ਬਣਾਈ ਇਹਨਾਂ ਨੇ 2 ਸਾਲ ਤੁਹਾਨੂੰ PR ਕਾਰਡ ਨਹੀਂ ਦੇਣਾ, ਇਹਦੇ ਨਾਲ ਵੀ ਥੋੜੀ ਜਿਹੀ ਠੱਲ ਜ਼ਰੂਰ ਪਊਗੀ। ਤੇ ਇੰਨਾ ਹੀ ਮੈਂ ਕਹਿਣਾ ਸੀ। ਧੰਨਵਾਦ। ਇਹਨਾਂ ਨੇ ਬਿਲਕੁਲ ਠੀਕ ਕਿਹਾ ਜੀ, ਜੋੜੀਆਂ ਜਗ ਥੋੜੀਆਂ ਨਰੜ ਬਥੇਰੇ ਜੀ। ਤੇ ਜੇਕਰ ਕੈਨੇਡਾ ਦੇ ਵਿੱਚ ਵੇਖੀਏ ਤੇ ਪਲਾਜ਼ੇ ਤੁਰਿਆ ਜਾਂਦਾ ਹੀ ਪਤਾ ਲੱਗ ਜਾਂਦਾ ਕਿ ਕਿੰਨੇ ਕਿਹਨੂੰ ਬੁਲਾਇਆ ਜੀ। ਸੋ ਜ਼ਿਆਦਾਤਰ ਨਰੜ ਹੀ ਤੁਰੇ ਫਿਰਦੇ ਆ ਜੀ। ਹਾਂਜੀ, ਮੈਚਿੰਗ ਦੀ ਇਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਕਿ ਮੈਚਿੰਗ ਠੀਕ ਹੋਣੀ ਚਾਹੀਦੀ ਹੈ। ਦੂਸਰੀ ਗੱਲ ਡਿਸੀਜਨ ਬਣਾਉਣ ਵਾਲੇ ਵੀਰ ਜੀ, ਪ੍ਰੋਬਲਮ ਇਹ ਹੈ ਕਿ ਆਪਣੇ ਸਮਾਜ ਦੇ ਵਿੱਚ ਡਿਸੀਜਨ ਬਣਾਉਣ ਦੀ ਆਦਤ ਲੜਕੇ ਲੜਕੀ ਨੂੰ ਨਹੀਂ ਪਾਈ ਗਈ। ਉਹਨਾਂ ਦੇ ਬਜ਼ੁਰਗ ਕਹਿੰਦੇ ਨੇ ਕਿ ਤੂੰ ਜ਼ਿਆਦਾ ਸਾਡੇ ਨਾਲ ਸਿਆਣਾ, ਅਸੀਂ ਤੇ ਸਾਰਾ ਜੱਗ ਭਾਇਆ ਜੀ, ਇਸ ਕਰਕੇ ਅਸੀਂ ਹੀ ਤੇਰੇ ਵਾਸਤੇ ਲੜਕਾ ਜਾਂ ਲੜਕੀ ਲੱਭਾਂਗੇ। ਤੇ BSc ਜਿਸ ਨੇ ਕਰਕੇ ਆਉਣਾ, ਤੇ ਇੱਥੇ ਜਿਹਨੂੰ BA ਵੀ ਨਹੀਂ, B ਕਹਿਣਾ ਵੀ ਨਹੀਂ ਆਉਂਦਾ, ਤੇ ਫਿਰ ਆ ਕੇ ਉਹਨੇ ਜਾਣਾ ਹੀ ਹੈ। ਹਾਂਜੀ, ਉਹਨੇ ਆਪਣਾ ਜ਼ਰੂਰ ਕੋਈ ਨਾ ਕੋਈ ਹਾਂਦਾ ਲੱਭਣਾ ਹੀ ਆ। ਅਜਿਹੀਆਂ ਗੱਲਾਂ ਬਹੁਤ ਵੇਖਣ ਨੂੰ ਆਈਆਂ ਹਨ, ਤੇ ਫਿਰ ਇਹ ਕਹਿ ਦਿੱਤਾ ਜਾਂਦਾ ਕਿ ਨਹੀਂ ਜੀ ਇਹ ਤੇ ਕਰੈਕਟਰ 'ਚ ਠੀਕ ਨਹੀਂ। ਪਹਿਲਾਂ ਹੀ ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਸਾਡਾ ਲੜਕਾ ਜਾਂ ਸਾਡੀ ਲੜਕੀ ਕਿੰਨੇ ਕੁ ਇੱਕ ਦੂਜੇ ਦੇ ਕਾਬਲ ਹਨ। ਵੇਖੋ ਜੀ, ਆਪਣੀ ਲੜਕਾ ਜਾਂ ਲੜਕੀ ਬੜੇ ਸੋਹਣੇ ਲੱਗਦੇ ਹਨ। ਪਤਾ ਉਦੋਂ ਲੱਗਦਾ ਜਦੋਂ ਆਪਾਂ ਬਾਹਰ ਉਹਨਾਂ ਨੂੰ ਲੈ ਕੇ ਜਾਂਦੇ ਹਾਂ। ਮਾਂ ਨੂੰ ਆਪਣਾ ਬੱਚਾ ਬੜਾ ਵਧੀਆ ਲੱਗਦਾ ਜੀ, ਉਹ ਨਿਰਾ ਹੀ ਉਸ ਨੂੰ ਹੀਰਾ ਦਿਖਾਈ ਦਿੰਦਾ ਹੈ। ਤੇ ਬਾਪ ਨੂੰ ਆਪਣੀ ਲੜਕੀ ਬੜੀ ਚੰਗੀ ਲੱਗਦੀ ਹੈ। ਸੋ ਇਸ ਕਰਕੇ ਇਹ ਜ਼ਰੂਰੀ ਹੈ ਕਿ ਆਪਾਂ ਜਦੋਂ ਆਪਣੇ ਬੱਚਿਆਂ ਦੀ ਸ਼ਾਦੀ ਕਰਨੀ ਆ, ਉਹਨਾਂ ਕੋਲੋਂ ਪੁੱਛਿਆ ਜਾਵੇ ਕਿ ਤੁਹਾਨੂੰ ਕੀ ਮਨਜ਼ੂਰ ਹੈ। ਕੀ ਪਹਿਲਾਂ ਪੁੱਛਿਆ ਜਾਣਾ ਚਾਹੀਦਾ ਕਿ ਤੁਹਾਡੀ ਨਿਗਾਹ ਦੇ ਵਿੱਚ ਕੋਈ ਲੜਕਾ ਜਾਂ ਲੜਕੀ ਹੈ ਜੀ। ਜੇ ਉਹ ਕਹਿੰਦਾ ਹੈ ਤੇ ਉਸ ਨੂੰ ਪਹਿਲਾਂ ਪੁੱਛ ਲਵੋ। ਹਾਂ, ਜ਼ਰੂਰ ਆ ਕਿ ਆਪਣੇ ਜਿਹੜੀਆਂ ਬੰਦਿਸ਼ਾਂ ਬਹੁਤ ਹਨ, ਬਰਾਦਰੀ ਦੀਆਂ ਹਨ, ਗੋਤਾਂ ਦੀਆਂ ਹਨ, ਜਾਤਾਂ ਦੀਆਂ ਹਨ। ਜੇਕਰ ਹਨ ਤੇ ਤੁਸੀਂ ਉਹਨਾਂ ਨੂੰ ਉਨੀ ਕੁ ਆਜ਼ਾਦੀ ਦੇ ਦਿਓ ਕਿ ਫਲਾਨੀ ਜਾਤ ਬਰਾਦਰੀ ਦਾ ਤੈਨੂੰ ਹੱਕ ਹੈ ਕਿ ਲੜਕਾ ਜਾਂ ਲੜਕੀ ਵੇਖਣ ਦਾ।
ਲੇਕਿਨ ਉਹਨਾਂ ਨੂੰ ਸਮਝਾ ਦਿੱਤਾ ਜਾਵੇ ਕਿਉਂਕਿ ਅੱਜ ਕੱਲ ਸਾਰੇ ਬੱਚੇ ਸਮਝਦਾਰ ਹਨ। ਸੋ ਨਾਲ ਦੀ ਨਾਲ ਇਹ ਜਿਹੜਾ ਕਾਨੂੰਨ ਕਹਿੰਦਾ ਹੈ 2 ਸਾਲ, ਮੈਂ ਇਹਦੀ ਕੈਲਕੂਲੇਸ਼ਨ ਕਰਕੇ ਕੰਗ ਸਾਹਿਬ ਔਰ ਗੋਲਵਾਰ ਸਾਹਿਬ ਦੱਸਦਾ, ਇਹ 2 ਨਹੀਂ ਗੇ, ਤੇ ਕਈ 2 ਹਨ। ਜਦੋਂ ਲੜਕੇ ਨੇ ਜਾਂ ਲੜਕੀ ਨੇ ਇੱਥੋਂ ਸ਼ਾਦੀ ਕਰਨ ਜਾਣਾ ਹੈ, ਐਟ ਲੀਸਟ ਉਹਦੇ ਜੀਵਨ ਸਾਥੀ ਨੂੰ ਆਉਣ ਲੱਗਿਆਂ 1.5 ਤੋਂ 2 ਸਾਲ ਲੱਗ ਜਾਣੇ। ਜਿਸ ਦਿਨ ਉਹਨਾਂ ਨੇ ਸ਼ੁਰੂਆਤ ਕਰਨੀ ਹੈ ਸ਼ਾਦੀ ਸ਼ੁਰੂ ਕਰਨੀ ਆ, ਸ਼ਾਦੀ ਦੀ ਗੱਲ ਕਰਨੀ ਆ, ਉਹਦੇ ਲੜਕੀ ਦੇ ਇੱਥੇ ਆਉਣ ਤੱਕ ਜਾਂ ਲੜਕੇ ਦੇ ਇੱਥੇ ਆਉਣ ਤੱਕ 2 ਸਾਲ ਲੱਗ ਜਾਣੇ। ਸੋ 2 ਸਾਲ ਉਹਦੇ ਵੱਜ ਗਏ। ਫਿਰ ਜਦੋਂ ਇੱਥੇ ਆ ਗਏ ਤੇ 2 ਸਾਲ ਦੀ ਉਹ ਕੰਡੀਸ਼ਨ ਲਾਗੂ ਹੋ ਜਾਣੀ ਹੈ। ਜੇਕਰ ਉਹ 2 ਸਾਲ ਵੀ ਪੂਰੇ ਕਰ ਲੈਂਦਾ ਜਾਂ ਕਰ ਲੈਂਦੀ ਆ, 4 ਸਾਲ ਹੋ ਗਏ। ਜੇਕਰ ਉਹ ਡਿਵੋਰਸ ਕਰਕੇ ਪਿਛਾਂ ਜਾਂਦੇ ਹਨ ਤੇ 5 ਸਾਲ ਨਾਲ ਹੋਰ ਉਹ ਜਿਹੜਾ ਨਾਲ ਉਹਨਾਂ ਨੇ ਲਾ ਦਿੱਤਾ ਕਿ 5 ਸਾਲ ਤੁਸੀਂ ਨੈਕਸਟ ਸਪਾਂਸਰ ਨਹੀਂ ਕਰ ਸਕਦੇ। ਸੋ ਪਹਿਲੇ 4 ਤੇ 5 9 ਹੋ ਗਏ ਜੀ। ਓਕੇ ਜੀ, ਫਿਰ ਤੁਸੀਂ ਦੂਜੀ ਸ਼ਾਦੀ ਕਰਾਉਣ ਗਏ ਜੀ, ਸਾਲ ਫਿਰ ਲੱਗ ਜਾਣਾ ਜੀ। 10 ਹੋ ਗਏ ਜੀ। ਉਹਨੂੰ ਲਿਆਉਣ ਲੱਗਿਆ ਫਿਰ, ਕਿਉਂਕਿ ਪਹਿਲਾ ਕੇਸ ਖੁੱਲ ਜਾਣਾ ਜੀ। ਉਹਨਾਂ ਨੇ ਕਹਿਣਾ ਜੀ ਪਹਿਲਾ ਜਿਹੜਾ ਤੂੰ ਸ਼ਾਦੀ ਕੀਤੀ ਉਹ ਕਿਉਂ ਡਿਵੋਰਸ ਕੀਤਾ, ਉਹਦਾ ਕਾਰਨ ਕੀ ਹੈ, ਉਹ ਵੀ ਇਨਵੈਸਟੀਗੇਸ਼ਨ ਹੁੰਦੀ ਹੈ। 2 ਸਾਲ ਹੋ ਗਏ ਤੇ ਜਿਸ ਤਰ੍ਹਾਂ ਕਹਿੰਦੇ ਰੂੜੀ ਦੀ 12 ਸਾਲਾਂ ਬਾਅਦ ਸੁਣੀ ਜਾਂਦੀ ਹੈ ਤੇ 12 ਸਾਲਾਂ ਬਾਅਦ ਸੁਣੀ ਜਾਣੀ ਹੈ। ਸੋ ਪਹਿਲੋਂ ਹੀ ਵਿਚਾਰ ਬਣਾ ਕੇ, ਪਹਿਲੀ ਹੀ ਸ਼ਾਦੀ ਜਿਹੜੀ ਆ ਵਿਚਾਰ ਬਣਾ ਕੇ ਕੀਤੀ ਜਾਵੇ ਤਾਂ ਕਿ ਬਾਅਦ ਦੇ ਵਿੱਚ ਧੱਕੇ ਨਾ ਖਾਣੇ ਪੈਣ। ਜੀ ਜੀ, ਇਹ ਜਿਹੜੇ ਸਾਡੇ ਕਾਲਰਸ ਹਨ ਇਹਨਾਂ ਨੇ ਬਹੁਤ ਵਧੀਆ ਮੁੱਦੇ ਰੱਖੇ ਤੇ ਮੈਂ ਸੋਚਦਾ ਕਿ ਅਸੀਂ ਜੇ ਰੀਜ਼ਨਸ ਦੇ ਪਿੱਛੇ ਜਾਈਏ ਹਾਂਜੀ ਤਾਂ ਉਹਦੇ ਖਾਸ ਕਰਕੇ ਜੇ ਅਸੀਂ ਬਾਕੀ ਕਮਿਊਨਿਟੀਜ਼ ਦੇ ਵਿੱਚ ਵੀ ਸਿਮਿਲਰ ਇਸ਼ੂਜ਼ ਹੋਣਗੇ ਪਰ ਸਾਡੀ ਕਮਿਊਨਿਟੀ ਦੇ ਨਾਲ ਆਈ ਥਿੰਕ ਉਹਨੂੰ 3 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਜੀ। ਜਿਹੜਾ ਇੱਕ ਹਿੱਸਾ ਤੇ ਅਸੀਂ ਕਵਾਂਗੇ ਵੀ ਇਕਨੋਮਿਕਲ ਹੈ, ਠੀਕ ਹੈ ਜੀ, ਸਾਡੀਆਂ ਫਿਲਮਾਂ ਜੋ ਬਣਦੀਆਂ ਹਨ, ਸਾਡਾ ਜੋ ਮੀਡੀਆ ਬਣਦਾ ਹੈ ਜਾਂ ਅਸੀਂ ਸਾਡੇ NRI ਜਦੋਂ ਵਾਪਸ ਵੀ ਜਾਂਦੇ ਹਨ ਜੀ, ਤੇ ਜਿਹੜਾ ਤੁਸੀਂ ਇਨਕਮ ਦਾ ਗੈਪ ਦੇਖਦੇ ਹੋ ਉਹ ਇੱਧਰ ਦਾ ਉੱਧਰ ਜਦੋਂ ਕਨਵਰਟ ਹੁੰਦਾ ਤੇ ਉਹ ਖਾਸਾ ਦਿਖਦਾ। ਸੋ ਤੁਸੀਂ ਹੁਣ ਪੰਜਾਬ ਵਿੱਚ ਚਲੇ ਜਾਓ ਤੇ ਉਹ ਇੱਕ ਜਿਵੇਂ ਆਪਣੀ ਪੰਜਾਬੀ ਮੂਵੀ ਆਈ ਸੀ ਜਿਹਦੇ ਵਿੱਚ ਗੁਰਪ੍ਰੀਤ ਘੁੱਗੀ ਜੋ ਬਹੁਤ ਵਧੀਆ ਕਲਾਕਾਰ ਨੇ, ਉਹ ਕਹਿੰਦੇ ਵੀ ਯਾਰ ਕੋਈ ਨਹਿਰ ਨੂਰ ਨਹੀਂ ਜਾਂਦੀ, ਮੈਨੂੰ ਉਹਦੇ 'ਚ ਹੀ ਰੋਡ ਤੋਂ ਮੈਂ ਰੁੜ ਕੇ ਕੈਨੇਡਾ ਪਹੁੰਚ ਜਾਵਾਂ। ਹਾਂਜੀ, ਤੇ ਇੱਕ ਤਾਂ ਇਕਨੋਮਿਕਲ ਰੀਜ਼ਨ, ਹਾਂਜੀ। ਦੂਸਰਾ ਜੋ ਮੈਨੂੰ ਲੱਗਦਾ ਕਿ ਉਹ ਹੈ ਕਿ ਕਲਚਰਲ ਰੀਜ਼ਨ ਜਿਹੜੇ ਨੇ। ਕਲਚਰਲ ਰੀਜ਼ਨ ਤੁਸੀਂ ਇੱਦਾਂ ਕਹਿ ਸਕਦੇ ਹੋ ਕਿ ਸਾਡੇ ਅਜੇ ਵੀ ਇਹ ਜੋ ਕਹਿ ਲਓ ਕਿ ਇੱਕ ਪੁਰਾਣੀ ਸਮੇਂ ਤਰੀਕੇ ਦੀ ਸੋਚ ਜਿਹੜੀ ਹੈਗੀ ਆ ਉਹ ਅਜੇ ਵੀ ਉਸੇ ਤਰ੍ਹਾਂ ਕੰਮ ਕਰ ਰਹੀ ਹੈ ਕਿ ਅਸੀਂ ਡਿਸਾਈਡ ਕਰਾਂਗੇ ਤੇਰੇ ਲਈ ਬੈਟਰ ਕੀ ਹੈ ਨਾ। ਉਹ ਕਹਿੰਦੇ ਵੀ ਜੇ ਕਿਤੇ ਆਇਨਸਟਾਈਨ ਦੇ ਫਾਦਰ ਨੂੰ ਆਇਨਸਟਾਈਨ ਤੋਂ ਵੱਧ ਪਤਾ ਹੁੰਦਾ ਤੇ ਥਿਊਰੀ ਆਫ ਰਿਲੇਟਿਵਿਟੀ ਜਿਹੜੀ ਸੀ ਉਹ ਲੱਭਣੀ ਨਹੀਂ ਸੀ, ਹੈ ਨਾ। ਤੇ ਸੋ ਇੱਕ ਉਹ ਵੀ ਰੀਜ਼ਨ। ਤੀਸਰਾ ਜਿਹੜਾ ਰੀਜ਼ਨ ਮੈਨੂੰ ਲੱਗਦਾ ਹੈ ਕਿ ਉਹ ਹੈ ਜਿਹੜਾ ਜਨਰੇਸ਼ਨਲ ਰੀਜ਼ਨ ਹੈ। ਪਿਛਲੇ 20 ਤੋਂ 30 ਸਾਲਾਂ ਦੇ ਵਿੱਚ ਹੁਣ ਸਾਡੇ ਕਈ ਵਾਰੀ ਅਸੀਂ ਜੋ ਉਮਰ ਦੇ ਵਿੱਚ ਵੱਡੇ ਹੁੰਦੇ ਅਸੀਂ ਆਪਣੇ ਅਗਲੀ ਜਨਰੇਸ਼ਨ ਨੂੰ ਕਹਿੰਦੇ ਆ ਵੀ ਹਾਂ ਤੈਨੂੰ ਵੱਧ ਪਤਾ, ਅਸੀਂ ਵੀ ਤੇਰੇ ਵਾਰੀ ਇਦਾਂ ਸੀ। ਪਰ ਰਿਐਲਿਟੀ ਇਹ ਹੈ ਕਿ ਪਿਛਲੇ 20 ਤੋਂ 30 ਸਾਲਾਂ ਦੇ ਵਿੱਚ ਜਿੰਨਾ ਕੁ ਚੇਂਜ ਹਿਊਮੈਨਿਟੀ ਦੇ ਵਿੱਚ ਆਇਆ ਹੈ ਜਾਂ ਜਿੰਨਾ ਕੁ ਚੇਂਜ ਇਸ ਕਲਚਰ ਦੇ ਵਿੱਚ ਸਾਡੇ ਆਸੇ-ਪਾਸੇ ਦੇ ਜੋ ਵੀ ਸੈਟਅਪ ਉਹਦੇ ਵਿੱਚ ਆਇਆ ਉਹ ਪਹਿਲਾਂ ਕਦੀ ਵੇਖਣ ਨੂੰ ਨਹੀਂ ਮਿਲਿਆ ਜੀ, ਠੀਕ ਹੈ ਜੀ। ਸੋ ਹੁਣ ਉਹਦੇ ਹਿਸਾਬ ਨਾਲ ਜਿਹੜਾ ਜਨਰੇਸ਼ਨਲ ਗੈਪ ਹੈ ਨਾ, ਹੁਣ ਇੱਕ ਜਨਰੇਸ਼ਨ ਦਾ ਦੂਸਰੀ ਜਨਰੇਸ਼ਨ ਦਾ, ਇੱਕ ਦੀਆਂ ਐਕਸਪੈਕਟੇਸ਼ਨਸ ਤੋਂ ਦੂਸਰੇ ਦੀ ਐਕਸਪੈਕਟੇਸ਼ਨਸ ਦਾ, ਠੀਕ ਹੈ ਜੀ। ਹੁਣ ਉਹੀ ਜਿੱਦਾਂ ਉਹਨਾਂ ਨੇ ਗੱਲ ਕੀਤੀ ਕਿ ਇੱਥੇ ਮੁੰਡਾ ਜਾਂ ਕੁੜੀ 10ਵੀਂ ਪੜ੍ਹੇ ਹੋਣਗੇ ਜਾਂ 12ਵੀਂ ਪੜ੍ਹੇ ਹੋਣਗੇ ਜਾਂ ਹਾਈ ਸਕੂਲ ਡ੍ਰੌਪ ਆਊਟ ਹੋਣਗੇ, ਉਹ ਜਦੋਂ ਇੰਡੀਆ ਚਲੇ ਜਾਂਦੇ ਉਹਨਾਂ ਦੀ ਐਕਸਪੈਕਟੇਸ਼ਨ ਇਹ ਹੁੰਦੀ ਹੈ ਵੀ ਸਾਨੂੰ ਉੱਥੇ ਕੋਈ ਟੌਪ ਦੀ ਜੌਬ ਕਰਦਾ ਮੁੰਡਾ ਜਾਂ ਕੁੜੀ ਲੱਭ ਜਾਵੇ ਤਾਂ ਉਹਦੀ ਐਕਸਪੈਕਟੇਸ਼ਨ ਕੀ ਹੁੰਦੀ ਵੀ ਇੱਥੇ ਆ ਕੇ ਸਾਡੇ ਲਈ ਕਮਾਵੇ ਤਾਂ ਅਸੀਂ ਵਿਹਲੇ ਬੈਠੀਏ। ਹਾਂਜੀ, ਠੀਕ ਹੈ ਜੀ। ਹੁਣ ਓਬਵੀਅਸਲੀ ਹੁਣ ਜਦੋਂ ਤੁਹਾਡੀ ਸੋਚ ਦੇ ਵਿੱਚ ਇੰਨਾ ਡਿਫਰੈਂਸ ਆ ਗਿਆ ਤੁਸੀਂ ਉਹਨੂੰ ਕਿੱਦਾਂ ਉਸ ਪਾੜੇ ਨੂੰ ਕਿੱਦਾਂ ਪੂਰਾ ਕਰੋਗੇ। ਤੇ ਮੈਨੂੰ ਇਹ ਵੀ ਲੱਗਦਾ ਕਿ ਉਹਦੇ ਨਾਲ ਜਿਹੜਾ ਇੱਥੇ ਦਾ এনवायरमेंट ਹੈ ਜੀ, ਮੈਂ ਇਹ ਸਮਝਦਾ ਕਿ ਜੋ ਇੱਥੇ ਦਾ এনवायरमेंट ਹੈ ਵੱਡੇ ਹੋਣ ਦਾ, ਚੀਜ਼ਾਂ ਨੂੰ ਸਮਝਣ ਦਾ, ਉਹ ਇੰਡੀਆ ਦੇ এনवायरमेंट ਦੇ ਨਾਲੋਂ ਖਾਸਾ ਡਿਫਰੈਂਸ ਹੈ। ਜਿਨ੍ਹਾਂ ਦੀ ਬੜੀ ਸਮੂਥ ਟ੍ਰਾਂਜੀਸ਼ਨ ਹੋ ਜਾਂਦੀ ਹੈ ਇਸ ਕੰਟਰੀ ਤੇ ਕਮਿਊਨਿਟੀ ਦੇ ਵਿੱਚ, ਉਹ ਹਨ ਜੋ ਐਜ਼ ਅ ਸਟੂਡੈਂਟ ਆਉਂਦੇ ਨੇ ਜਾਂ ਐਜ਼ ਅ ਜਦੋਂ 5-6 ਸਾਲ ਉਹਨਾਂ ਨੂੰ ਲੱਗ ਜਾਂਦੇ ਉਹਨਾਂ ਦੀ ਟ੍ਰਾਂਜੀਸ਼ਨ ਹੋ ਜਾਂਦੀ ਹੈ। ਪਰ ਜਿਹੜੇ ਵਿਆਹ ਕਰਾ ਕੇ ਇੱਕੋ ਦਮ ਆਉਂਦੇ ਨੇ ਉਹਨਾਂ ਦੀਆਂ ਐਕਸਪੈਕਟੇਸ਼ਨਸ ਹੀ ਬਿਲਕੁਲ ਡਿਫਰੈਂਟ ਹੁੰਦੀਆਂ ਨੇ। ਜੀ ਜੀ ਬਿਲਕੁਲ। ਤੇ ਫਿਰ ਉਹਦੇ ਵਿੱਚ ਆਬਵੀਅਸਲੀ ਪ੍ਰੋਬਲਮਸ ਆਉਣੀਆਂ ਮੈਨੂੰ ਲੱਗਦਾ ਸੁਭਾਵਿਕ ਨੇ। ਪੁਖਰਾ ਸਿੰਘ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਮੈਂ ਕੰਗ ਸਾਹਿਬ ਤੁਹਾਡੇ ਨਾਲ ਕੰਪਲੀਟਲੀ ਐਗਰੀ ਕਰ ਰਿਹਾ ਕਿ ਬਹੁਤ ਮੁਸ਼ਕਲਾਂ ਵੀ ਆਉਂਦੀਆਂ ਨੇ, ਬਟ ਇਹ ਵੀ ਨਹੀਂ ਕੋਈ ਗੱਲ ਕਿ ਵੀ ਅਸੀਂ ਹਰ ਕੋਈ ਕੇਸ ਇਹ ਵੀ ਵੇਖ ਰਹੇ ਹਾਂ ਕਿ ਵੀ ਵਿਗੜ ਹੀ ਰਿਹਾ ਹੈ। ਇੱਥੇ ਬੜੇ ਕੇਸਿਸ ਨੇ ਕਿ ਜਿਹੜੇ ਬੜੇ ਵਧੀਆ ਨਿਭ ਵੀ ਰਹੇ ਨੇ, ਈਵਨ ਦੋ ਇੱਥੋਂ ਦੇ ਬੋਰਨ ਬੱਚੀਆਂ ਉਧਰ ਜਾ ਕੇ ਮੈਰਿਜਸ ਕਰਵਾ ਰਹੇ ਨੇ, ਬੜੇ ਸੋਹਣੇ ਨਿਭ ਵੀ ਰਹੇ ਨੇ। ਹਾਂ, ਕਮੀਆਂ ਸਾਰਿਆਂ 'ਚ ਹੀ ਹੁੰਦੀਆਂ, ਕੋਈ ਪਰਫੈਕਟ ਤੇ ਹੈਗਾ ਨਹੀਂ, ਬਟ ਸਾਰਿਆਂ 'ਚ ਹੀ ਕੀ ਕਹਿੰਦੇ ਹੁੰਦੇ ਕਿ ਪੇਰੈਂਟਸ 'ਚ ਵੀ ਇਹੋ ਹੀ ਸਮਝਾਉਂਦੇ ਨੇ ਕਿ ਜਿਵੇਂ ਤੁਸੀਂ ਇੱਕ ਜਣਾ ਨਿਭ ਕੇ ਕਦੀ ਇੱਕ ਜਣਾ ਨਿਭ ਕੇ ਤੇ ਚੱਲਦਾ ਰਹੂਗਾ ਤਾਂ ਬਹੁਤ ਵਧੀਆ ਰਹੂਗਾ। ਬਟ ਜਿਹੜੇ ਲੂਪ ਹੋਲਸ ਨੇ ਕੈਨੇਡੀਅਨ ਲਾਅ ਦੇ ਵਿੱਚ, ਉਹ ਵੀ ਮੈਂ ਸੋਚਦਾ ਕਿ ਵੀ ਕਈ ਵਾਰੀ ਵਕੀਲਾਂ ਨੇ ਵੀ ਆਪਣਾ ਕੰਮ ਕਰਨਾ ਹੁੰਦਾ ਹੈ ਤੇ ਵਕੀਲ ਹੀ ਲੱਭਦੇ ਨੇ
ਕਿ ਵੀ ਇਹਦੇ ਕੀ ਲੂਪਹੋਲਸ ਨੇ। ਮੈਂ ਤੁਹਾਡਾ ਮਤਲਬ ਕਿ ਅਕਸਾਉਂਦੇ ਕਾਨੂੰਨ ਹਨ। ਬਿਲਕੁਲ ਮੈਂ ਇੱਕ ਇੱਥੇ ਨਾ ਇੱਕ ਐਗਜ਼ਾਮਪਲ ਦੇਣੀ ਚਾਹਾਂਗਾ। ਇਸ ਤਰ੍ਹਾਂ ਹੀ ਅਸੀਂ ਕਿਤੇ ਬੈਠੇ ਸੀਗੇ ਤੇ ਕੋਈ ਵਕੀਲ ਸੀਗੇ, ਉਹਨਾਂ ਨੇ ਸਾਡੇ ਨਾਲ ਇਨਫੋਰਮੇਸ਼ਨ ਸਾਂਝੀ ਕੀਤੀ। ਕਹਿੰਦੇ ਯਾਰ ਮੇਰੇ ਕੋਲੇ ਇੱਕ ਵਾਰੀ ਇੱਕ ਕੇਸ ਆਇਆ ਤੇ ਉਹ ਮੁੰਡੇ ਨੂੰ ਕੈਨੇਡੀਅਨ ਗਵਰਨਮੈਂਟ ਡੀਪੋਰਟ ਕਰਨਾ ਚਾਹੁੰਦੀ ਸੀਗੀ ਜੀ। ਕਹਿੰਦੇ ਅਸੀਂ ਕਾਫੀ ਹੀਲੇ ਵਸੀਲੇ ਵਰਤੇ ਬਟ ਕੋਈ ਪੇਸ਼ ਨਾ ਜਾਵੇ ਜੀ। ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਕੈਨੇਡੀਅਨ ਸੁਪਰੀਮ ਕੋਰਟ ਦੇ ਵਿੱਚ ਪੇਸ਼ੀ ਹੋਈ ਤੇ ਉਹਨਾਂ ਨੇ ਕਿਹਾ ਜੀ ਕਿ ਵਕੀਲ ਨੇ ਮੁੰਡੇ ਨੂੰ ਕਿਹਾ, ਕਹਿੰਦੇ ਕਿ ਵੀ ਉਹਨਾਂ ਨੇ ਤੈਨੂੰ ਡੀਪੋਰਟ ਕਰ ਦੇਣਾ ਹੀ ਅਨਲੈਸ ਔਰ ਅੰਟਿਲ ਯੂ ਗੈਟ ਮੈਰਿਡ ਹੇਅਰ ਜੀ। ਉਹਨੇ ਕਿਹਾ ਕਿ ਵੀ ਕੁੜੀ ਲੱਭ ਜੇ ਤੂੰ ਇੱਥੇ ਮੈਰਿਜ ਕਰਵਾ ਸਕੇ। ਅੱਛਾ ਜੀ, ਮੁੰਡੇ ਨੇ ਕੁੜੀ ਲੱਭੀ, ਟਾਈਮ ਥੋੜਾ ਸੀਗਾ, ਕੁੜੀ ਕੋਈ ਲੱਭੀ ਨਾ ਕਿ ਜੀ ਅਸੀਂ ਕੋਈ ਉਹਦੀ ਮੈਰਿਜ ਕਰਵਾ। ਅੱਛਾ, ਵਕੀਲ ਸਾਹਿਬ ਨੇ ਫਿਰ ਕਿਹਾ ਅੱਛਾ ਕੁੜੀ ਨਹੀਂ ਲੱਭਦੀ, ਕੋਈ ਮੁੰਡਾ ਹੀ ਲੱਭ ਲਾ, ਕਿਉਂਕਿ ਕੈਨੇਡੀਅਨ ਲਾਅ ਦੇ ਵਿੱਚ ਆਪਣੀ ਗੇ ਮੈਰਿਜ ਅਲਾਉਡ ਆ, ਅਪਰੂਵਡ ਆ, ਠੀਕ ਹੈ ਜੀ। ਉਹਨੇ ਆਪਣਾ ਹੀ ਫਰੈਂਡ ਲੱਭਿਆ, ਵਕੀਲ ਨੇ ਉਹ ਦੋਵਾਂ ਦੀ ਮੈਰਿਜ ਕਰਵਾਈ, ਕੋਰਟ ਦੇ ਅੱਗੇ ਪੇਸ਼ ਕੀਤਾ ਜੀ ਕਿ ਵੀ ਤੁਸੀਂ ਇਹਨੂੰ ਡੀਪੋਰਟ ਨਹੀਂ ਕਰ ਸਕਦੇ ਕਿਉਂਕਿ ਇਹ ਮੁੰਡਾ ਇੱਥੇ ਮੈਰਿਡ ਹੈ। ਠੀਕ ਹੈ ਜੀ। ਸੋ ਕਹਿੰਦਾ ਭਾਵ ਕਿ ਕਿਸੇ ਵੇਲੇ ਸਾਡੇ ਕਾਨੂੰਨ ਬਣਾਉਣ ਵਾਲੇ ਜਾਂ ਬਚਾਉਣ ਵਾਲੇ ਉਹ ਹੀ ਲੋਕਾਂ ਨੂੰ ਉਕਸਾ ਦਿੰਦੇ। ਬਿਲਕੁਲ ਜੀ। ਅੱਛਾ, ਉਹ ਮੁੰਡਾ ਡੀਪੋਰਟ ਨਹੀਂ ਹੋਇਆ ਜੀ, ਬਾਅਦ ਦੇ ਵਿੱਚ ਉਹਨੇ ਡਾਈਵੋਰਸ ਲੈ ਲਿਆ। ਵੈਸੇ ਗੋਲਵਰਡ ਸਾਹਿਬ ਇਹ ਤੁਸੀਂ ਨਾ ਦੱਸੋ, ਆਪਣੇ ਇਦਾਂ ਬਹੁਤ ਸ਼ਾਦੀਆਂ ਹੋਣ ਲੱਗ ਪੈਣੀਆਂ। ਬਿਲਕੁਲ ਜੀ, ਨਹੀਂ ਇਸ ਤਰ੍ਹਾਂ ਮੈਂ ਜਸਟ ਐਗਜ਼ਾਮਪਲ ਦੇ ਰਿਹਾ ਕਿ ਕਿੰਨੇ ਲੂਪ ਹੋਲਸ ਨੇ ਕੈਨੇਡੀਅਨ ਲਾਅ ਦੇ ਵਿੱਚ। ਔਰ ਇਸ ਤੋਂ ਇਲਾਵਾ ਆਈ ਥਿੰਕ ਬੱਚੇ ਬੱਚੀਆਂ ਤੇ ਉਹਨਾਂ ਦੇ ਮਾਪੇ ਪ੍ਰੈਸ਼ਰ ਵੀ ਬਹੁਤ ਪਾਉਂਦੇ ਹਨ, ਕਿਉਂਕਿ ਵੇਖੋ ਜੇਕਰ ਦੋ ਭੈਣਾਂ ਹਨ ਤੇ ਜਿਹੜਾ ਉਹਨਾਂ ਦਾ ਜਵਾਈ ਹੁੰਦਾ ਹੈ ਉਹ ਪ੍ਰੈਸ਼ਰ ਬਣਾਉਂਦਾ ਸਾਡੇ ਭੂਆ ਦੇ ਮੁੰਡੇ ਨੂੰ ਜਾਂ ਮਾਸੀ ਦੇ ਮੁੰਡੇ ਨੂੰ ਤੈਨੂੰ ਮੰਗਾਉਣਾ ਹੀ ਪੈਣਾ ਵਾ, ਨਹੀਂ ਤੇ ਉਹ ਖੱਪ ਪਾਉਂਦਾ ਜੀ, ਰੌਲਾ ਪਾਉਂਦਾ ਜੀ, ਉਹ ਕੁੱਟ ਕਟਾਪੇ ਤੱਕ ਗੱਲ ਚਲੇ ਜਾਂਦੀ ਹੈ। ਤੇ ਬਾਅਦ ਦੇ ਵਿੱਚ ਜੇਕਰ ਸ਼ਾਦੀ ਹੋ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਹ ਜਦੋਂ ਝਗੜਾ ਹੁੰਦਾ ਹੈ ਉਹ ਇੱਕ ਘਰ ਨਹੀਂ ਟੁੱਟਦਾ ਜੀ, ਉਹ 2-3 ਟੁੱਟਦੇ ਹਨ ਤੇ ਉਹਦੇ ਨਾਲ ਕਈਆਂ ਲਾਈਫਸ ਤੇ ਕਈਆਂ ਜੀਵਨਾਂ ਤੇ ਅਸਰ ਪੈਂਦਾ ਹੈ, ਬੱਚਿਆਂ ਤੇ ਵੀ ਅਸਰ ਪੈਂਦਾ ਹੈ। ਸੋ ਪਹਿਲੋਂ ਹੀ ਸੋਚ ਲਿਆ ਜਾਵੇ। ਔਰ ਬਹੁਤ ਸਾਰੇ ਇਦਾਂ ਜੀ ਗੋਲਵਰਡ ਸਾਹਿਬ ਔਰ ਕੰਗ ਸਾਹਿਬ ਕਿ ਪਹਿਲੋਂ ਹੀ ਦੱਸ ਦਿੱਤਾ ਜਾਂਦਾ ਹੈ ਕਿ ਅਸੀਂ ਸਿਰਫ ਇਹਨੂੰ ਇੱਥੇ ਮੰਗਾਉਣ ਵਾਸਤੇ ਹੀ ਸ਼ਾਦੀ ਕਰ ਰਹੇ ਹਾਂ ਜੀ। ਬਹੁਤ ਸਾਰੇ ਅਜਿਹੇ ਵੀ ਵੇਖੇ ਜਾ ਰਹੇ ਹਨ, ਲੇਕਿਨ ਮੈਂ ਇਹਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਕਿ ਕਾਨੂੰਨ ਤੌਰ ਤੇ ਠੀਕ ਆ, ਲੇਕਿਨ ਐਟ ਲੀਸਟ ਜੇਕਰ ਪਹਿਲੋਂ ਕਿਸੇ ਨੂੰ ਦੱਸ ਦਿੱਤਾ ਜਾਵੇ, ਖਬਰ ਕਰ ਦਿੱਤੀ ਜਾਵੇ, ਉਹ ਤੇ ਫਿਰ ਵੀ ਕੁਝ ਨਾ ਕੁਝ ਬਿਹਤਰ ਹੋਇਆ ਨਾ ਜੀ। ਲੇਕਿਨ ਜਿਹੜਾ ਧੋਖੇ 'ਚ ਰੱਖਿਆ ਜਾਂਦਾ ਹੈ, ਜਿਹੜਾ ਧੋਖੇ 'ਚ ਰੱਖ ਕੇ ਇੱਥੇ ਆ ਕੇ ਬਾਅਦ ਦੇ ਵਿੱਚ ਲੱਤ ਮਾਰੀ ਜਾਂਦੀ ਹੈ, ਉਹ ਬਹੁਤ ਮਾੜਾ ਜੀ। ਬਿਲਕੁਲ ਇਹੋ ਹੀ ਇਹਨਾਂ ਨੇ ਜਿਹੜੀ ਸਾਡੇ ਕਾਲਰ ਵੀ ਸੀਗੇ ਉਹਨਾਂ ਨੇ ਗੱਲ ਦੱਸੀ ਕਿ ਇਹੋ ਹੀ ਕੇਸ ਦੇ ਵਿੱਚ ਇੱਕ ਮੁੰਡੇ ਨੇ ਸੁਸਾਈਡ ਵੀ ਕੀਤਾ ਲਾਸਟ ਈਅਰ। ਔਰ ਅਸੀਂ ਆਸ ਰੱਖਦੇ ਹਾਂ ਕਿ ਤੁਸੀਂ ਸਾਨੂੰ ਕਾਲ ਕਰੋਗੇ ਕਿਉਂਕਿ ਵਿਸ਼ਾ ਬੜਾ ਨਾਜ਼ੁਕ ਹੈ। ਜੇਕਰ ਕਿਸੇ ਨੇ ਵੀ ਕਿਸੇ ਦੀ ਗੱਲ ਕੀਤੀ ਤੇ ਕਿਸੇ ਨੇ ਕਹਿਣਾ ਸ਼ਾਇਦ ਮੇਰੇ ਤੇ ਉਂਗਲ ਲਾਈ ਹੈ, ਮੈਨੂੰ ਚੁੰਡੀ ਵੱਡੀ ਹੈ। ਹਾਂਜੀ, ਪੰਜਾਬੀ ਦੇ ਵਿੱਚ ਜਦੋਂ ਮੈਂ ਪ੍ਰੋਗਰਾਮ ਕਰਦਾ ਵਾਵਾ ਇਦਾਂ ਦੇ ਲਫ਼ਜ਼ ਵਰਤਦਾ ਜੀ। ਸੋ ਇੱਕ ਦੂਜੇ ਦੇ ਆਪਾਂ ਚੁੰਡੀ ਨਹੀਂ ਵੱਢਣੀ, ਆਪਾਂ ਸਿਰਫ ਤੇ ਸਿਰਫ ਉਹ ਗੱਲ ਹੀ ਕਰਨੀ ਹੈ ਜੀ। ਪੰਨੂ ਸਾਹਿਬ, ਮੈਂ ਇੱਕ ਮੁੱਦੇ ਨੂੰ ਖਾਸ ਕਰਕੇ ਫੜਨਾ ਚਾਹਾਂਗਾ। ਮੈਂ ਉਹ ਵੀ ਕਹਿਣਾ ਕਿ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਹਾਂਜੀ, ਇਹ ਸਾਰਾ ਕੁਝ ਹੋ ਰਿਹਾ ਆਪਣੀ ਕਮਿਊਨਿਟੀ ਦੇ ਵਿੱਚ। ਅਸੀਂ ਇਹ ਕਹਿੰਦੇ ਹਾਂ ਕਿ ਕਮਿਊਨਿਟੀ ਦੇ ਇਹ ਮੁੱਦੇ ਨੇ ਸਰੀ, ਕਿਉਂਕਿ ਪੰਜਾਬੀਆਂ ਦਾ ਇੱਕ ਹੱਬ ਹੈ, ਇਹ ਸਾਰੇ ਮੁੱਦੇ ਨੇ। ਪਰ ਮੈਂ ਕਹਿੰਦਾ ਕਿ ਅਸੀਂ ਜੇ ਕਰੂੰਬਲਾਂ ਵੱਢਦੇ ਜੇ ਅਸੀਂ ਜੜ ਨੂੰ ਹੱਥ ਨਹੀਂ ਪਾਵਾਂਗੇ ਤੇ ਮੈਨੂੰ ਲੱਗਦਾ ਕਿ ਇੱਕ ਕਰੂੰਬਲ ਕੱਟਾਂਗੇ ਦੂਸਰੀ ਕਰੂੰਬਲ ਤਾਂ ਆਏਗੀ। ਜਿੱਦਾਂ ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਜੋ ਮੁੱਦਾ ਹੈ ਉਹ ਮੁੱਦਾ ਫੇਕ ਮੈਰਿਜਸ ਤੋਂ ਵੀ ਉੱਪਰ ਜੋ ਮੁੱਦਾ ਹੈ ਉਹ ਹੈ ਮੈਰਿਜ ਦੀ ਡੈਫੀਨੇਸ਼ਨ ਦਾ, ਕਿ ਅਸੀਂ ਮੈਰਿਜ ਨੂੰ ਸਮਝਦੇ ਕੀ ਹਾਂ, ਹੈ ਨਾ। ਕੀ ਮੈਰਿਜ ਇੱਕ ਬਿਜ਼ਨਸ ਟ੍ਰਾਂਜੈਕਸ਼ਨ ਹੈ, ਠੀਕ ਹੈ, ਉਹਦੇ ਉੱਤੋਂ ਹੀ ਦਾਜ ਦਹੇਜ ਦਾ ਜੋ ਵੀ ਚੱਕਰ ਹੈ ਉਸੇ ਚੋਂ ਨਿਕਲ ਕੇ ਬਾਹਰ ਆਉਂਦਾ, ਠੀਕ ਹੈ, ਜਾਂ ਕੀ ਇੱਕ ਵਧੀਆ ਫਿਊਚਰ ਦਾ ਪਾਸਪੋਰਟ ਹੈ, ਹਾਂਜੀ, ਠੀਕ ਹੈ ਜੀ, ਜਿਹਦੇ ਕਰਕੇ ਜਿਹੜੀਆਂ ਕੰਟਰੈਕਟ ਮੈਰਿਜਸ ਨੇ ਉਹ ਹੋ ਰਹੀਆਂ ਨੇ। ਸੋ ਪਹਿਲੀ ਗੱਲ ਤਾਂ ਹੈ ਕਿ ਹੁਣ ਜੇ ਅਸੀਂ ਜਦੋਂ ਵੀ ਅਸੀਂ ਕਿਸੇ ਇੱਕ ਕਲਚਰ ਤੋਂ ਦੂਸਰੇ ਕਲਚਰ ਦੇ ਵਿੱਚ ਆਉਂਦੇ ਹਾਂ, ਉਸ ਕਲਚਰ ਦੇ ਵਿੱਚ ਕਈ ਚੀਜ਼ਾਂ ਬਹੁਤ ਵਧੀਆ ਹੁੰਦੀਆਂ ਨੇ ਜਿਨ੍ਹਾਂ ਨੂੰ ਸਾਨੂੰ ਅਡੈਪਟ ਕਰ ਲੈਣਾ ਚਾਹੀਦਾ, ਤੇ ਕਈ ਸਾਡੇ ਕਲਚਰ ਦੀਆਂ ਬੜੀਆਂ ਮਾੜੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਛੱਡ ਦੇਣਾ ਚਾਹੀਦਾ। ਹਾਂਜੀ, ਮੈਨੂੰ ਲੱਗਦਾ ਕਿ ਜੋ ਅਸੀਂ ਇੱਥੇ ਆ ਕੇ ਜਦੋਂ ਕਲਚਰ ਵੇਖਦੇ ਹਾਂ, ਠੀਕ ਹੈ ਜੀ, ਕਈ ਚੀਜ਼ਾਂ ਜਿਹੜੇ ਮੇਨ ਸਟਰੀਮ ਕੈਨੇਡੀਅਨ ਕਲਚਰ ਹੈ ਉਹਦੇ ਵਿੱਚ ਕਈ ਚੀਜ਼ਾਂ ਬੜੀਆਂ ਵਧੀਆ ਨੇ, ਜਿਨ੍ਹਾਂ 'ਚੋਂ ਇੱਕ ਜਿਹੜਾ ਬੜਾ ਵਧੀਆ ਜੋ ਮੈਨੂੰ ਲੱਗਦਾ ਉਹ ਐਸਪੈਕਟ ਇਹ ਹੈ ਕਿ ਜੋ ਮੈਰਿਜ ਹੈ ਉਹ ਵੀ ਦੋ ਜਾਣਿਆਂ ਦੇ ਵਿੱਚ ਹੋ ਰਹੀ ਹੈ ਤੇ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਕੱਟਣੀ ਹੈ। ਸੋ ਸਭ ਤੋਂ ਸੈਂਟਰ ਤੇ ਉਹਨਾਂ ਦਾ ਡਿਸੀਜਨ ਹੈ, ਸਭ ਤੋਂ ਸੈਂਟਰ ਦੇ ਉੱਤੇ ਬਾਕੀ ਦੀਆਂ ਬਿਜ਼ਨਸ ਟ੍ਰਾਂਜੈਕਸ਼ਨ ਜਾਂ ਫੈਮਿਲੀ ਦੇ ਪ੍ਰੈਸ਼ਰ ਉਹ ਸਾਰਾ ਕੁਝ ਇੰਨਾ ਜ਼ਿਆਦਾ ਵੈਲਿਡ ਨਹੀਂ ਹੈ ਜਿੰਨਾ ਕਿ ਸਭ ਤੋਂ ਮੇਨ ਜੋ ਸੈਂਟਰ ਪਾਰਟ ਹੈ ਕਿਸੇ ਵੀ ਮੈਰਿਜ ਦਾ, ਕੈਨੇਡੀਅਨ ਮੈਰਿਜ ਦਾ, ਮੈਨੂੰ ਉਹ ਲੱਗਦਾ। ਤਾਂ ਮੈਨੂੰ ਲੱਗਦਾ ਕਿ ਸਾਡੇ ਕਿਉਂਕਿ ਹੌਲੀ ਹੌਲੀ ਅਸੀਂ ਇੱਕ ਕਲਚਰ 'ਚੋਂ ਦੂਸਰੇ ਕਲਚਰ 'ਚ ਮੂਵ ਹੋਏ ਹਾਂ ਤੇ ਹੋਏ ਵੀ ਬੜੀ ਜਲਦੀ ਆ। ਇੱਥੇ ਜਿਹੜੇ ਕਲਚਰ ਪਨਪੇ ਨੇ ਉਹਨਾਂ ਨੂੰ 200-300 ਸਾਲ ਲੱਗੇ ਨੇ, ਅਸੀਂ ਇੱਕ ਕਲਚਰ ਤੋਂ। ਸੋ ਸਾਨੂੰ ਇਹ ਸਭ ਤੋਂ ਪਹਿਲਾਂ ਪਛਾਣਨ ਦੀ ਇਹ ਲੋੜ ਹੈ
ਕਿ ਸਾਡੇ ਕਲਚਰ ਦੇ ਵਿੱਚ, ਨਵੇਂ ਕਲਚਰ ਦੇ ਵਿੱਚ ਆ ਕੇ ਕਿਹੜੀਆਂ ਚੀਜ਼ਾਂ ਸਾਨੂੰ ਛੱਡਣ ਦੀ ਲੋੜ ਹੈ। ਸਭ ਤੋਂ ਪਹਿਲੀ ਚੀਜ਼ ਤਾਂ ਇਹ ਰਿਕਗਨਾਈਜ਼ ਕਰਨ ਦੀ ਲੋੜ ਕਿ ਸਾਡੇ 'ਚ ਖਾਮੀਆਂ ਕੀ ਨੇ, ਉਹਨਾਂ ਖਾਮੀਆਂ ਨੂੰ ਕਿਵੇਂ ਪੂਰਿਆ ਜਾਏ, ਉਹਨਾਂ ਨੂੰ ਪੂਰਿਆ ਕਿਵੇਂ ਜਾਏ, ਉਹਨਾਂ ਦੇ ਉੱਤੇ ਡਿਸਕਸ਼ਨ ਹੋਵੇ, ਜਿਹਦੇ ਕਰਕੇ ਅਸੀਂ ਕਹਿ ਰਹੇ ਹਾਂ ਕਿ ਹਨਾ ਜੇ ਕੋਈ ਕਾਲਰ ਸਾਡੇ ਇਸ ਬਾਰੇ ਕੋਈ ਹੋਰ ਵਿਚਾਰ ਰੱਖਦੇ ਹਨ ਤਾਂ ਸਾਡੇ ਨਾਲ ਜ਼ਰੂਰ ਜੁੜਨ, ਅਸੀਂ ਸੁਝਾਵਾਂ ਦਾ ਸਦਾ ਹੀ ਇੰਤਜ਼ਾਰ ਕਰਦੇ ਹਾਂ। ਪਰ ਪਹਿਲਾਂ ਰਿਕਗਨਾਈਜ਼ ਕਰਨ, ਫਿਰ ਉਹਨਾਂ ਸੁਝਾਵਾਂ ਦੇ ਉੱਤੇ ਗੌਰ ਕੀਤਾ ਜਾਏ ਤੇ ਜਿਹੜੀਆਂ ਬੇਸਿਕ ਡੈਫੀਨੇਸ਼ਨਸ ਨੇ ਉਹਨਾਂ ਨੂੰ ਸੁਧਾਰਿਆ ਜਾਵੇ ਤੇ ਬਾਕੀਆਂ ਉੱਪਰਲੀਆਂ ਕਰੁੰਬਲਾਂ ਜਿਹੜੀਆਂ ਨੇ ਤੇ ਜੇ ਜੜ ਸਹੀ ਹੋਏਗੀ ਤਾਂ ਕਰੁੰਬਲਾਂ ਵਧੀਆ ਫੁੱਟਣ। ਮੈਂ ਸਮਝਦਾ ਕਿ ਕੰਗ ਸਾਹਿਬ ਇਸ ਵੇਲੇ ਜੇਕਰ ਆਪਾਂ ਆਪਣੇ ਕਮਿਊਨਿਟੀ ਤੇ ਨਿਗਾਹ ਮਾਰੀਏ, ਆਪਣੀ ਕਮਿਊਨਿਟੀ ਬਹੁਤ ਛੇਤੀ ਚੀਜ਼ਾਂ ਨੂੰ ਅਡਾਪਟ ਵੀ ਕਰ ਲੈਂਦੀ ਹੈ। ਜੀ ਬਿਲਕੁਲ। ਜੇਕਰ ਆਪਾਂ ਇੱਥੋਂ ਦੇ ਸਮਾਜ ਨੂੰ ਵੇਖੀਏ, ਬਹੁਤ ਚੰਗੀਆਂ ਗੱਲਾਂ ਸਾਡੀ ਕਮਿਊਨਿਟੀ ਨੇ ਅਡਾਪਟ ਕੀਤੀਆਂ ਹਨ। ਜਿਵੇਂ ਕਿ ਹੁਣ ਅੱਜ ਦੀ ਡੇਟ ਦੇ ਵਿੱਚ ਜਿਹੜੇ ਇੱਥੋਂ ਦੇ ਲੜਕੇ ਲੜਕੀਆਂ ਹਨ ਉਹਨਾਂ ਨੂੰ ਕਾਫੀ ਖੁੱਲ੍ਹ ਮਾਂ-ਬਾਪ ਨੇ ਦੇ ਦਿੱਤੀ ਹੈ, ਔਰ ਜੇਕਰ ਉਸ ਖੁੱਲ੍ਹ ਨੂੰ ਜ਼ਿਆਦਾ ਵੀ ਦੇ ਦਿੱਤਾ ਜਾਵੇ ਤਾਂ ਉਹ ਨੁਕਸਾਨ ਵੀ ਕਰ ਸਕਦੀ। ਸੋ ਜਿਹੜੀਆਂ ਬੱਚੀਆਂ ਹਨ ਜਾਂ ਬੱਚੇ ਹਨ, ਉਹਨਾਂ ਨੇ ਇਸ ਵੇਲੇ ਜ਼ਰੂਰ ਇਹ ਧਾਰਨਾ ਅਪਣਾ ਲਈ ਹੈ ਕਿ ਆਪਣੀ ਕਮਿਊਨਿਟੀ ਵਿੱਚ ਹੀ ਸ਼ਾਦੀ ਕਰਨੀ ਹੈ, ਜਿਹੜੀ ਕਿ ਆਪਾਂ ਵੇਖ ਰਹੇ ਹਾਂ। ਹਾਂ, ਗਾਇਬ ਆਪਾਂ ਵੇਖਦੇ ਹਾਂ ਕਿ ਇੱਕਾ ਦੁੱਕਾ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਕਿ ਲੜਕੀ ਨੇ ਦੂਸਰੀ ਕਮਿਊਨਿਟੀ ਦੇ ਵਿੱਚ ਸ਼ਾਦੀ ਕੀਤੀ ਹੈ, ਲੇਕਿਨ ਦੂਜੇ ਬੰਨੇ ਇਸ ਵੇਲੇ ਉਕਸਾਇਆ ਵੀ ਬਹੁਤ ਜ਼ਿਆਦਾ ਜਾ ਰਿਹਾ ਹੈ ਦੂਜੀਆਂ ਕਮਿਊਨਿਟੀਆਂ ਵੱਲੋਂ। ਅਸੀਂ ਕਿਸੇ ਕਮਿਊਨਿਟੀ ਦਾ ਨਾਂ ਨਹੀਂ ਲਵਾਂਗੇ, ਲੇਕਿਨ ਇੱਕ ਕਮਿਊਨਿਟੀ ਹੈ ਜਿਹੜੀ ਕਿ ਕੜੇ ਪਾ ਲੈਂਦੀ ਹੈ ਔਰ ਗੁਰਦੁਆਰਿਆਂ ਦੇ ਵਿੱਚ ਜਾਂ ਕਿਤੇ ਸਾਂਝੇ ਸਥਾਨਾਂ 'ਤੇ ਜਾ ਕੇ ਬਹਿੰਦੇ ਹਨ ਅਤੇ ਆਪਣੀਆਂ ਲੜਕੀਆਂ ਨੂੰ ਉਕਸਾਉਂਦੇ ਹਨ ਅਤੇ ਉਹਨਾਂ ਨੂੰ ਉਹਨਾਂ ਦੇ ਪਾਦਰੀਆਂ, ਭਾਵ ਕਿ ਉਹਨਾਂ ਦੇ ਜਿਹੜੇ ਰਹਿਬਰ ਹਨ, ਉਹਨਾਂ ਦੇ ਜਿਹੜੇ ਧਾਰਮਿਕ ਆਗੂ ਹਨ, ਉਹ ਕਹਿੰਦੇ ਹਨ ਕਿ ਤੁਸੀਂ ਜੇਕਰ ਇਸ ਬਰਾਦਰੀ ਦੀ ਲੜਕੀ ਨਾਲ ਸ਼ਾਦੀ ਕਰੋਗੇ ਇੰਨੇ ਪੈਸੇ ਦੇਵਾਂਗੇ। ਇੰਗਲੈਂਡ 'ਚ ਵੀ ਪਿਛਲੇ ਟਾਈਮ 'ਤੇ ਬਹੁਤ ਵਾਪਰਿਆ ਹੈ। ਸੋ ਸਾਨੂੰ ਇਸ ਪ੍ਰਤੀ ਵੀ ਚੁਕੰਨੇ ਹੋਣ ਦੀ ਜ਼ਰੂਰਤ ਹੈ। ਅਸੀਂ ਥੋੜ੍ਹਾ ਜਿਹਾ ਵਿਸ਼ਾ ਹੁਣ ਇਮੀਗ੍ਰੇਸ਼ਨ ਤੋਂ ਮੋੜ ਕੇ ਇੱਧਰ ਨੂੰ ਵੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਹੜੇ ਸਾਡੇ ਇੱਥੇ ਬੱਚੇ ਬੱਚੀਆਂ ਹਨ, ਅਸੀਂ ਸਰਟਨ ਏਜ ਤੋਂ ਬਾਅਦ ਸਾਨੂੰ ਉਹਨਾਂ ਨੂੰ ਖੁੱਲ੍ਹ ਵੀ ਦੇਣੀ ਚਾਹੀਦੀ ਹੈ ਕਿ ਹਾਂਜੀ, ਜਦੋਂ ਉਹ ਸਕੂਲ ਕਰ ਲੈਂਦੇ ਹਨ, ਪਹਿਲੋਂ ਨਹੀਂ, ਸਕੂਲ ਕਰਨ ਤੋਂ ਬਾਅਦ ਜਦੋਂ ਯੂਨੀਵਰਸਿਟੀ ਜਾਣ ਲੱਗ ਪਏ, ਉਹਨਾਂ ਨੂੰ ਉਨੀ ਕੁ ਖੁੱਲ੍ਹ ਦਿੱਤੀ ਜਾਵੇ ਕਿ ਹਾਂ, ਮੈਂ ਚਾਹੁੰਦਾ ਜੇਕਰ ਲੜਕੀ ਹੈ, ਮੈਂ ਚਾਹੁੰਦਾ ਆਪਣੀ ਲੜਕੀ ਨੂੰ ਦੱਸਾਂ ਕਿ ਹਾਂ, ਮੈਂ ਚਾਹੁੰਦਾ ਜੀਵਨ ਸਾਥੀ ਤੂੰ ਲੱਭ, ਪੜ੍ਹਿਆ ਲਿਖਿਆ ਹੋਵੇ, ਨਸ਼ੇ ਤੋਂ ਰਹਿਤ ਹੋਵੇ, ਇਸ ਬਰਾਦਰੀ ਦਾ ਹੋਵੇ ਤੇ ਆਪਣੇ ਨਾਲ ਮੇਲ ਜਿਹਾ ਖਾਂਦਾ ਹੋਵੇ। ਇਹ ਵੀ ਨਾ ਅਜਿਹਾ ਹੋਵੇ ਕਿ ਲੜਕੀ ਤੇ 12ਵੇਂ ਗ੍ਰੇਡ ਤੋਂ ਗਾਹ ਨਹੀਂ ਜਾ ਰਹੀ ਤੇ ਉਹ ਲੱਭ ਲੈ ਕਿਸੇ ਡਾਕਟਰ ਨੂੰ, ਜਾਂ ਲੜਕਾ ਤੇ ਜਿਹੜਾ ਵਾ ਉਹ ਕੋਈ ਇਹੋ ਜਿਹੀ ਜੌਬ ਕਰਦਾ ਹੋਵੇ ਤੇ ਉਸਨੇ ਦੂਜੇ ਬੰਨੇ ਇਹੋ ਜਿਹੀ ਲੜਕੀ ਨਾਲ ਸ਼ਾਦੀ ਕਰ ਲੇ ਕਿ ਜਿਹੜੀ ਕੱਲ੍ਹ ਨੂੰ ਮੁਸ਼ਕਲ ਕ੍ਰੀਏਟ ਹੋਵੇ। ਸੋ ਬੱਚਿਆਂ ਨੂੰ ਔਰ ਬੱਚੀਆਂ ਨੂੰ ਮੈਂ ਸਮਝਦਾ ਕਿ ਮਾਂ-ਬਾਪ ਨੂੰ ਉਨੀ ਕੁ ਖੁੱਲ੍ਹ ਦੇ ਦੇਣੀ ਚਾਹੀਦੀ ਆ ਜਿਹੜੀ ਕਿ ਸਹਿੰਦੀ ਹੋਵੇ, ਤੇ ਜੇਕਰ ਉਮਰ ਤੋਂ ਪਹਿਲਾਂ ਵੀ ਖੁੱਲ੍ਹ ਦੇ ਦਿੰਦੇ ਹੋ ਤੇ ਉਹ ਵੀ ਕਿਸੇ ਵੇਲੇ ਨੁਕਸਾਨ ਪਹੁੰਚਾਉਂਦੀ ਹੈ। ਤੇ ਦਾਜ ਦਹੇਜ ਦੀ ਜਿਹੜੀ ਗੱਲਬਾਤ ਕਰਦੇ ਹਾਂ, ਜੇਕਰ ਤੁਸੀਂ ਆਪਣੀ ਲੜਕੇ ਦੇ ਜਾਂ ਲੜਕੀ ਦੇ ਪੈਸੇ ਲੈ ਰਹੇ ਹੋ, ਇਹਦਾ ਭਾਵ ਕਿ ਤੁਸੀਂ ਤੇ ਆਪਣੇ ਬੱਚੇ ਨੂੰ ਵੇਚ ਰਹੇ ਹੋ। ਜੇਕਰ ਕਿਸੇ ਦੀ ਲੜਕੀ ਹੈ, ਮੰਨ ਲਓ ਕਿ ਉਹ ਵਕੀਲ ਹੈ, ਡਾਕਟਰ ਹੈ, ਕੋਈ ਬਹੁਤ ਵਧੀਆ ਜੌਬ ਕਰਦੀ ਹੈ, ਤੇ ਉਹ ਤੇ ਤੁਹਾਡੇ ਲਈ ਪਹਿਲੋਂ ਹੀ ਸੋਨੇ ਦੀ ਖਾਣ ਬਣ ਕੇ ਆ ਰਹੀ ਹੈ। ਜਿਹੜੀ ਉਹਦੀ ਕਮਾਈ ਹੈ ਉਹ ਸਾਰੀ ਘਰ 'ਚ ਹੀ ਵਰਤੀ ਜਾਣੀ, ਜਿੰਨੇ ਕਿ ਗਾਂ ਤੁਹਾਡੀ ਕੁੱਲ ਤੋਰਨੀ ਹੈ। ਆਪਾਂ ਉਸ ਪਰਿਵਾਰ ਤੋਂ ਦਹੇਜ ਨਾ ਮੰਗੀਏ, ਆਪਾਂ ਉਸ ਪਰਿਵਾਰ ਤੋਂ ਲੜਕੀ ਦੀ ਲਿਆਕਤ ਤੇ ਉਸ ਪਰਿਵਾਰ ਨਾਲ ਮੇਲ ਮਿਲਾਪ ਜਿਹੜਾ ਕਿ ਅੱਛਾ ਹੋਵੇ ਉਹ ਮੰਗੀਏ, ਤੇ ਆਈ ਥਿੰਕ ਉਹ ਤੁਹਾਡੇ ਜੀਵਨ ਨੂੰ ਹੀ ਸੌਖਾ ਕਰੇਗਾ, ਤੁਹਾਡੀ ਗਾਂ ਕੁੱਲ ਵੀ ਤੋਰੇਗਾ ਤੇ ਘਰ ਦੇ ਵਿੱਚ ਚਹਿਲ ਪਹਿਲ ਵੀ ਬਣੀ ਰਹੇਗੀ। ਲੇਕਿਨ ਅਫਸੋਸ ਹੈ ਕਿ ਅਸੀਂ ਇੱਥੇ ਵੀ ਆ ਗਏ ਹਨ, ਲੇਕਿਨ ਇੱਥੇ ਵੀ ਵਿਆਹਾਂ ਤੇ ਮੈਂ ਵੇਖਦਾ ਜੀ ਲੱਖਾਂ ਦੇ ਹਿਸਾਬ ਨਾਲ ਇਸ ਵੇਲੇ ਡਾਲਰ ਖਰਚੇ ਜਾ ਰਹੇ ਹਨ, ਜਿਹੜੇ ਕਿ ਉਹ ਬੱਚੇ ਬੱਚੀ ਨੂੰ ਜੇਕਰ ਦੇ ਦਿੱਤੇ ਜਾਣ ਤੇ ਉਹ ਬੈਟਰ ਨਹੀਂਗਾ। ਹਾਂ, ਸਹਿੰਦੀ ਸ਼ਾਦੀ ਕਰ ਲਈ ਜਾਵੇ, ਜਿਹਦੇ ਵਿੱਚ ਲਿਮਟਿਡ ਆਪਣੇ ਰਿਸ਼ਤੇਦਾਰਾਂ ਨੂੰ ਸੱਦਿਆ ਜਾਵੇ ਵਿਆਹਾਂ ਤੇ। ਇਹ ਹੁੰਦਾ ਤੇ ਜਦੋਂ ਆਪਾਂ ਵਿਆਹ ਕਰਦੇ ਹਾਂ, ਆਪਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੈਂ ਸਮਝਦਾ ਕਿ ਕਿਸੇ ਵੇਲੇ ਲੋਕਾਂ ਨੂੰ ਇਨਵੋਲਵ ਕਰ ਲੈਂਦੇ ਆ ਤੇ ਉਹ ਇੱਕ ਦਿਨ ਖਾ ਕੇ ਢਿੱਡ ਤੇ ਹੱਥ ਫੇਰ ਕੇ ਚਲੇ ਜਾਂਦੇ ਆ। ਤੇ ਉਹ ਕੁੰਡਾ ਕਿਹਦਾ ਹੁੰਦਾ ਜੀ? ਪੰਜਾਬੀ ਜਿੱਦਾਂ ਕਹਿੰਦੇ ਕੁੰਡਾ ਕਿਹਦਾ ਹੁੰਦਾ ਜੀ? ਲੜਕੇ ਤੇ ਲੜਕੀ ਵਾਲਿਆਂ ਦਾ। ਸੋ ਉਹਦੇ ਤੇ ਵੀ ਸਾਨੂੰ ਜ਼ਰੂਰ ਥੋੜੀ ਜਿਹੀ ਖੇਚਲ ਕਰਨੀ ਚਾਹੀਦੀ ਹੈ, ਸੋਚਣਾ ਚਾਹੀਦਾ, ਵਿਚਾਰ ਕਰੀਏ ਕਿ ਜਿਹੜੀਆਂ ਆਉਣ ਵਾਲੇ ਟਾਈਮ ਤੇ ਸ਼ਾਦੀਆਂ ਹੋ ਰਹੀਆਂ ਹਨ ਇਹ ਕਿਸ ਤਰ੍ਹਾਂ ਲਿਮਟਿਡ ਜੇ ਦਾਇਰੇ ਦੇ ਵਿੱਚ ਹੋਣ। ਇਹਦੇ ਬਾਰੇ ਕੀ ਹੈ ਤੁਹਾਡੇ ਵਿਚਾਰ ਜੀ? ਮੈਂ ਇੱਥੇ ਇੱਕ ਜ਼ਰੂਰ ਇਹ ਗੱਲ ਕਹਿਣਾ ਚਾਹਾਂਗਾ ਕਿ ਵੀ ਲਾਸਟ ਈਅਰ ਮੈਨੂੰ ਇੱਕ ਕਪਲ ਨੂੰ ਮਿਲਣ ਦਾ ਮੌਕਾ ਮਿਲਿਆ। ਉਹਨਾਂ ਨੇ ਸਿੱਖ ਰਹਿਤ ਮਰਿਆਦਾ ਦੇ ਅੰਦਰ ਰਹਿ ਕੇ ਮੈਰਿਜ ਕਰਵਾਈ ਗੁਰੂ ਘਰ ਦੇ ਵਿੱਚ, ਬਟ ਬਿਲਕੁਲ ਹੀ ਥੋੜ੍ਹੇ ਜਿਹੇ ਰਿਸ਼ਤੇਦਾਰਾਂ ਦੇ ਵਿੱਚ। ਹਾਂਜੀ। ਦੈਨ ਉਹਨਾਂ ਨੇ ਪੇਪਰ ਮੈਰਿਜ ਵੀ ਕਰਵਾਈ ਕੈਨੇਡੀਅਨ ਲਾਅ ਦੇ ਹਿਸਾਬ ਦੇ ਨਾਲ, ਅਤੇ ਉਹਨਾਂ ਨੇ ਆਪਣੇ ਮਾਂ ਕੁੜੀ ਨੇ ਤੇ ਮੁੰਡੇ ਨੇ ਮਾਂ ਪਿਓ ਦੇ ਅੱਗੇ ਇਹ ਕੰਡੀਸ਼ਨ ਰੱਖੀ, ਤੁਸੀਂ ਜਿੰਨੇ ਵੀ ਪੈਸੇ ਸਾਡੀ ਮੈਰਿਜ ਤੇ ਲਾਉਣੇ ਸੀਗੇ ਉਹ ਤੁਸੀਂ ਸਾਡੇ ਬੈਂਕ ਅਕਾਊਂਟ 'ਚ ਜਮ੍ਹਾਂ ਕਰਵਾ ਦਿਓ, ਜਾਂ ਸਾਨੂੰ FD ਬਣਵਾ ਦਿਓ, ਫਿਕਸ ਡਿਪੋਜ਼ਿਟ ਕਰਵਾ ਦਿਓ, ਤੇ ਉਹ ਸਾਨੂੰ ਦੇ ਦਿਓ ਕਿ ਵੀ ਅਸੀਂ ਉਹਦਾ ਕੋਈ ਘਰ ਲੈ ਲਈਏ ਜਾਂ ਅਸੀਂ ਕੋਈ ਆਪਣੀ ਫਿਊਚਰ ਪਲੈਨਿੰਗ ਕਰ ਲਈਏ। ਐਂਡ ਮੈਨੂੰ ਇੱਕ ਐਗਜ਼ਾਮਪਲ ਸੈੱਟ ਕਰਨ ਵਾਲੀ ਗੱਲ ਹੁੰਦੀ। ਐਂਡ ਮੈਨੂੰ ਲੱਗਦਾ ਕਿ ਵੀ ਜਿਸ ਤਰ੍ਹਾਂ ਦੇ ਆਪਣੇ ਪੜ੍ਹੇ ਲਿਖੇ ਬੱਚੇ
ਅੱਗੇ ਆ ਰਹੇ ਹਨ ਤੇ ਜ਼ਰੂਰ ਬਦਲਾਅ ਆਪਣੀ ਕਮਿਊਨਿਟੀ ਦੇ ਵਿੱਚ ਆਏਗਾ। ਜੀ ਪੁਖਰਾਜ ਸਿੰਘ ਜੀ ਤੇ ਪਨੂ ਸਾਹਿਬ, ਫਿਰ ਮੈਂ ਵਾਪਸ ਉਸੇ ਹੀ ਮਸਲੇ ਤੇ ਜਾਣਾ ਚਾਹਾਂਗਾ। ਮੈਨੂੰ ਲੱਗਦਾ ਕਿ ਜਿਹੜਾ ਆਪਾਂ ਉਹ ਗੱਲ ਕਰ ਰਹੇ ਸੀ ਵਰਗਲਾਉਣ ਦੀਆਂ ਜੋ ਘਟਨਾਵਾਂ ਸੁਣਨ ਚ ਆ ਰਹੀਆਂ, ਮੈਨੂੰ ਲੱਗਦਾ ਕਿ ਉਹਦੇ ਵਿੱਚ ਵੀ ਆਪਣੀ ਕਮਿਊਨਿਟੀ ਦੇ ਵਿੱਚ ਫਰੇਮਵਰਕ ਦੀ ਜੋ ਘਾਟ ਹੈ, ਹਾਂਜੀ ਹਾਂਜੀ, ਉਹ ਇਹਦਾ ਰੀਜ਼ਨ ਹੈ। ਫੋਰ ਐਗਜ਼ਾਮਪਲ ਅਸੀਂ ਕਹਿੰਦੇ ਆ ਕਿ ਸਾਡੇ ਬੱਚੇ ਜੋ ਹਨ ਉਹ ਡਿਸੀਜਨ ਜੋ ਹਨ ਉਹ ਬੜੇ ਇਨਫੋਰਮਡ ਲੈਣ। ਹੁਣ ਤੁਸੀਂ ਇਹ ਵੇਖੋ ਕਿ ਜਿਹੜੀ ਪਹਿਲੀ ਜਨਰੇਸ਼ਨ ਇੱਥੇ ਆਉਂਦੀ ਹੈ, ਪਹਿਲੀ ਜਨਰੇਸ਼ਨ ਆ ਕੇ ਸਟਰਗਲ ਕਰਦੀ ਹੈ, ਹਸਬੈਂਡ ਵਾਈਫ ਦੋਵੇਂ ਜਾਣੇ ਜੌਬਾਂ ਕਰ ਰਹੇ ਨੇ। ਟ੍ਰੈਡੀਸ਼ਨਲ ਫੈਮਿਲੀ ਸਿਸਟਮ 'ਚੋਂ ਅਸੀਂ ਆਏ ਹਾਂ ਜਿੱਥੇ ਉਹਨਾਂ ਨੂੰ ਸੇਧ ਦੇਣ ਵਾਲੇ ਜਾਂ ਬਜ਼ੁਰਗ ਹੁੰਦੇ ਨੇ ਜਾਂ ਆਸ-ਪਾਸ ਦੀ ਕਮਿਊਨਿਟੀ ਹੁੰਦੀ ਹੈ, ਤਾਂ ਇੱਥੇ ਉਹ ਚੀਜ਼ ਮਿਸਿੰਗ ਹੈ। ਤਾਂ ਫਿਰ ਜਦੋਂ ਜਵਾਕ ਵੱਡੇ ਹੋ ਰਹੇ ਨੇ ਤੇ ਉਹ ਆਪਣੀ ਸੇਧ ਕਿਹਦੇ ਤੋਂ ਲੈਣ? ਗੁਰਦੁਆਰਿਆਂ ਤੋਂ ਲੈਣ। ਹੁਣ ਗੁਰਦੁਆਰਿਆਂ ਤੋਂ ਲੈਣੀ ਹੈ, ਕਲਚਰਲ ਸੈਂਟਰਸ ਹੋਣ, ਕੋਈ ਕਿਸੇ ਤਰ੍ਹਾਂ ਦੀ ਇਨਪੁਟ ਤਾਂ ਚਾਹੀਦੀ ਹੈ। ਹੁਣ ਗੁਰਦੁਆਰਿਆਂ ਦਾ ਹਿਸਾਬ ਕਿਤਾਬ ਇਹ ਹੈ ਕਿ ਅਜੇ ਵੀ ਉਹਦੇ ਵਿੱਚ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਜੋ ਹਨ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ, ਜਿਹੜੀ ਕੁਛ ਤਾਂ ਇੱਥੇ ਦੇ ਬੱਚਿਆਂ ਨੂੰ ਸਮਝ ਆਉਂਦੀ ਹੈ ਪਰ ਕੁਛ ਉਤੋਂ ਵੀ ਡਿਸਕਨੈਕਟਡ ਨੇ। ਕਲਚਰਲ ਸੈਂਟਰ ਜੇ ਅਸੀਂ ਸੋਚੀਏ ਕਿ ਜਿਹੜੇ ਆਪਣੇ ਯੂਥ ਨੂੰ ਐਂਗੇਜ ਕਰਦੇ ਹੋਣ, ਉਹ ਕਿੰਨੇ ਖਾਨ? ਜੇ ਅਸੀਂ ਸੋਚੀਏ ਕਿ ਸਾਡਾ ਮੀਡੀਆ ਜੋ ਹੈ ਉਹ ਯੂਥ ਤੇ ਕਿੰਨਾ ਟਾਰਗੇਟਡ ਹੈ, ਤਾਂ ਉਹਦੀ ਵੀ ਘਾਟ ਖੜਕਦੀ ਹੈ। ਸੋ ਜਦੋਂ ਇਹ ਸਾਰੀਆਂ ਚੀਜ਼ਾਂ ਮਿਸਿੰਗ ਹੁੰਦੀਆਂ ਨੇ ਤੇ ਫਿਰ ਅਸੀਂ ਕਹੀਏ ਕਿ ਸਾਡੇ ਜੋ ਬੱਚੇ ਨੇ ਉਹ ਬਿਲਕੁਲ ਇਨਫੋਰਮਡ ਡਿਸੀਜਨ ਲੈਣ, ਤਾਂ ਮੈਨੂੰ ਲੱਗਦਾ ਕਿ ਉਹਦੇ ਵਿੱਚ ਅਸੀਂ ਜੋ ਜੜ ਹੈ ਇਸ ਚੀਜ਼ ਦੀ ਉਹਨੂੰ ਅਸੀਂ ਫੜ ਨਹੀਂ ਰਹੇ, ਉਹਨੂੰ ਅਸੀਂ ਮਿਸ ਕਰਕੇ ਫਿਰ ਅਸੀਂ ਆਸੇ-ਪਾਸੇ ਦੀਆਂ ਜੋ ਉਤੋਂ ਬਾਹਰ ਨਿਕਲ ਰਹੀਆਂ ਪ੍ਰੋਬਲਮਸ ਨੇ ਉਹਨਾਂ ਵੱਲ ਅਸੀਂ ਧਿਆਨ ਕਰ ਰਹੇ ਹਾਂ। ਪਰ ਜਿੰਨਾ ਚਿਰ ਅਸੀਂ ਚੀਜ਼ ਦੀ ਜੜ ਨੂੰ ਨਹੀਂ ਫੜਾਂਗੇ, ਕਿਉਂਕਿ ਅਸੀਂ ਪੰਜਾਬ ਤੋਂ ਬਾਹਰ ਸਭ ਤੋਂ ਵੱਡਾ ਇੱਕ ਹਿਸਾਬ ਨਾਲ ਪੰਜਾਬ ਵਸਾਇਆ ਹੈ, ਤਾਂ ਕਿਉਂਕਿ ਜੇ ਅਸੀਂ ਇੱਥੇ ਬੱਚਿਆਂ ਨੂੰ ਇੱਕ ਪਾਰਟਿਕੂਲਰ ਸੋਚ ਰੱਖਦੇ ਹਾਂ ਕਿ ਇੱਥੋਂ ਤੱਕ ਸਾਡਾ ਕਲਚਰ ਸਟੈਪ ਬਾਏ ਸਟੈਪ ਵਧਣਾ ਚਾਹੀਦਾ, ਸਟੈਪ ਬਾਏ ਸਟੈਪ ਚੇਂਜ ਹੋਣਾ ਚਾਹੀਦਾ, ਕੰਟਰੋਲਡ ਐਨਵਾਇਰਨਮੈਂਟ ਦੇ ਵਿੱਚ ਚੇਂਜ ਹੋਣਾ ਚਾਹੀਦਾ, ਤਾਂ ਫਿਰ ਸਾਨੂੰ ਇਹੋ ਜਿਹੀਆਂ ਫੈਸਿਲਿਟੀਜ਼, ਇਹੋ ਜਿਹੇ ਰਿਸੋਰਸ, ਇਹੋ ਜਿਹੀਆਂ ਆਰਗੇਨਾਈਜੇਸ਼ਨਸ ਤੇ ਇਹੋ ਜਿਹਾ ਮੀਡੀਆ ਬਣਾਉਣਾ ਪਏਗਾ ਜਿਹੜਾ ਉਸ ਜਨਰੇਸ਼ਨ ਨੂੰ ਰੀਚ ਕਰੇ, ਉਸ ਜਨਰੇਸ਼ਨ ਤੱਕ ਗੱਲ ਕਰੇ। ਤੇ ਜੇ ਅਸੀਂ ਇੱਦਾਂ ਬਣਾਉਣ ਦਾ ਕਾਮਯਾਬ ਹੋ ਗਏ ਤੇ ਸਾਨੂੰ ਇਹਨਾਂ ਚੀਜ਼ਾਂ ਤੋਂ ਜਿਹੜੀ ਇੱਕ ਤਾਂ ਅਸੀਂ ਵਰਗਲਾਉਣ ਦੀਆਂ ਐਗਜ਼ਾਮਪਲਸ ਫੋਰ ਐਗਜ਼ਾਮਪਲ ਲੈਂਦੇ ਸੀ ਜਾਂ ਕਹਿੰਦੇ ਸੀ ਬਾਕੀ ਕਮਿਊਨਿਟੀਜ਼ ਜਿਹੜੀਆਂ ਨੇ ਉਹ ਇਦਾਂ ਕਰ ਰਹੀਆਂ ਨੇ, ਤਾਂ ਮੈਨੂੰ ਲੱਗਦਾ ਸਾਨੂੰ ਉਹਨਾਂ ਦੀ ਵਰੀ ਕਰਨ ਦੀ ਲੋੜ ਨਹੀਂ ਪੈਗੀ, ਉਹਨਾਂ ਦੀ ਫਿਕਰ ਕਰਨ ਦੀ ਲੋੜ ਨਹੀਂ ਪਏਗੀ। ਲੇਕਿਨ ਇਸ ਵੇਲੇ ਕੰਗ ਸਾਹਿਬ ਤੁਹਾਡਾ ਬਹੁਤ ਵਧੀਆ ਕਿ ਗੁਰਦੁਆਰੇ ਹੋਣ, ਕਲਚਰ ਸੈਂਟਰ ਹੋਣ ਜਾਂ ਫਿਰ ਅਜਿਹਾ ਮੀਡੀਆ ਹੋਵੇ, ਲੇਕਿਨ ਪ੍ਰੋਬਲਮ ਇਹ ਹੈ ਕਿ ਜੇਕਰ ਆਪਾਂ ਗੁਰਦੁਆਰਿਆਂ ਦੀ ਗੱਲ ਕਰਦੇ ਹਾਂ, ਗੁਰਦੁਆਰਿਆਂ ਦੇ ਵਿੱਚ ਬੱਚੇ ਜਾਣਾ ਨਹੀਂ ਚਾਹੁੰਦੇ ਜੀ, ਔਰ ਜੇਕਰ ਪੇਰੈਂਟਸ ਜਾਂਦੇ ਹਨ ਤੇ ਉਹ ਛੋਟੇ ਹੁੰਦੇ ਤੇ ਚਲੇ ਜਾਂਦੇ ਆ, 10 ਸਾਲ ਤੱਕ 11-12 ਤੱਕ ਤੇ ਧੂ ਧਾ ਕੇ ਮਾਂ-ਬਾਪ ਲੈ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਬੱਚਾ ਥੋੜਾ ਜਿਹਾ ਵੱਡਾ ਹੋ ਜਾਂਦਾ ਤੇ ਉਹ ਮੁਨਕਰ ਹੋ ਜਾਂਦਾ, ਉਹ ਕਹਿੰਦਾ ਨਹੀਂ ਜੀ ਤੁਸੀਂ ਜਾਓ ਜੀ। ਹਾਂ, ਜੇ ਕੋਈ ਦਿਨ ਤਿਉਹਾਰ ਹੁੰਦਾ ਹੈ ਉੱਥੇ ਉਹ ਜ਼ਰੂਰ ਚਲੇ ਜਾਂਦੇ ਹਨ। ਪਹਿਲੀ ਤਾਂ ਗੱਲ ਆ ਕਿ ਉਹਨਾਂ ਨੂੰ ਗੁਰਦੁਆਰਿਆਂ ਦੇ ਵਿੱਚ ਉਹੋ ਜਿਹਾ ਇਨਵਾਇਰਨਮੈਂਟ ਹੀ ਨਹੀਂ ਮਿਲ ਰਿਹਾ, ਉਹੋ ਜੀ ਜਿਹੜੀ ਉਹਨਾਂ ਨੂੰ ਉਹਨਾਂ ਦੀ ਸੋਚ ਮੁਤਾਬਕ ਖੁਰਾਕ ਚਾਹੀਦੀ ਹੈ ਉਹ ਦਿੱਤੀ ਜਾਵੇ, ਉਹ ਨਹੀਂ ਮਿਲ ਰਹੀ। ਕੋਈ ਨਾ ਕੋਈ ਉੱਥੇ ਇਹੋ ਜਿਹਾ ਸਿਸਟਮ ਲਾਗੂ ਕੀਤਾ ਜਾਵੇ ਜਿਹਦੇ ਨਾਲ ਬੱਚੇ ਜਿੱਦਾਂ ਇੱਥੇ ਸਕੂਲੇ ਦੌੜ ਕੇ ਜਾਂਦੇ ਹਨ, ਆਪਾਂ ਭਾਰਤ ਦੇ ਵਿੱਚ ਸਕੂਲੋਂ ਜਾਣ ਲੱਗਾ ਬੱਚਾ ਬੜਾ ਕੰਨੀ ਕਤਰਾਉਂਦਾ ਹੈ, ਲੇਕਿਨ ਇੱਥੇ ਬੱਚਾ ਜਿਹੜਾ ਖੁਸ਼ੀ-ਖੁਸ਼ੀ ਸਕੂਲ ਜਾਂਦਾ ਹੈ। ਸੋ ਸਾਨੂੰ ਗੁਰਦੁਆਰਿਆਂ ਦਾ ਜਿਹੜਾ ਢਾਂਚਾ ਹੈ ਉਸ ਦੇ ਵਿੱਚ ਵੀ ਤਬਦੀਲੀ ਕਰਨ ਦੀ ਜ਼ਰੂਰਤ ਹੈ। ਜਦੋਂ ਤਬਦੀਲੀ ਕੀਤੀ ਜਾਂਦੀ ਹੈ ਉਦੋਂ ਜਿਹੜੇ ਉਹ ਲੋਕ ਜਿਹੜੇ ਕਿ ਰਿਜਿਡ ਹਨ, ਜਿਹੜੇ ਕਿ ਕਹਿੰਦੇ ਹਨ ਕਿ ਅਸੀਂ ਜੀ ਜਿਉਂ ਦੀ ਤਿਉਂ ਹੀ ਚੱਲਾਂਗੇ, ਅਸੀਂ ਨਵੀਂ ਕੋਈ ਰੀਤੀ ਰਿਵਾਜ ਇੰਟਰੋਡਿਊਸ ਹੀ ਨਹੀਂ ਹੁੰਦੇ ਨੇ, ਉਹਨਾਂ ਤੋਂ ਫਿਰ ਵੱਡੀ ਕਮਿਊਨਿਟੀ ਦੇ ਵਿੱਚ ਇੱਕ ਦਰਾੜ ਪੈ ਜਾਂਦੀ ਹੈ, ਜਿਸ ਨੂੰ ਮਿਟਾਉਣ ਵਾਸਤੇ ਇਹ ਸਾਰੀ ਇੱਕ ਆਪਾਂ ਐਗਜ਼ਾਮਪਲ ਕਹਿ ਸਕਦੇ ਹਾਂ ਕਿ ਤੱਪੜਾਂ ਦਾ ਅਤੇ ਕੁਰਸੀਆਂ ਦਾ ਜਿਹੜਾ ਵਲਵਲਾ ਕਿੱਥੋਂ ਤੀਕ ਗਿਆ। ਸੋ ਅਜਿਹੀਆਂ ਚੀਜ਼ਾਂ ਤੇ ਵੀ ਸਾਨੂੰ ਬਹਿਸ ਕਰਦੀ, ਸਾਨੂੰ ਵਿਚਾਰ ਕਰਨ ਦੀ ਜ਼ਰੂਰਤ ਹੈ। ਤੇ ਜਿਹੜਾ ਮੀਡੀਆ ਹੈ, ਚਲੋ ਇਹਦੇ ਤੋਂ ਤੇ ਆਪਾਂ ਉਨਾ ਕੀ ਐਕਸਪੈਕਟ ਕਰ ਸਕਦੇ ਹਾਂ ਕਿ ਇਹ ਜ਼ਿਆਦਾ ਕਮਰਸ਼ੀਅਲਾਈਜ਼ਡ ਹੋ ਚੁੱਕਾ ਹੈ। ਜੇਕਰ ਆਪਾਂ ਅੱਜ ਆਪਣੇ ਮੀਡੀਆ ਦੀ ਗੱਲ ਕਰਦੇ ਹਾਂ, ਆਪਾਂ ਕੰਟੀਨਿਊਸਲੀ ਪ੍ਰੋਗਰਾਮ ਚਲਾਇਆ, ਕੋਈ ਬ੍ਰੇਕ ਨਹੀਂ ਲਈ, ਲੇਕਿਨ ਬਹੁਤ ਸਾਰੇ ਅਜਿਹੇ ਇੱਥੇ ਮੀਡੀਏ ਹਨ ਜਾਂ ਫਿਰ ਕਿਸੇ ਵੀ ਜਗ੍ਹਾ ਤੇ ਉਹ 5 ਮਿੰਟ ਜਾਂ 10 ਮਿੰਟ ਤੋਂ ਵੱਧ ਗੱਲ ਨਹੀਂ ਕਰਦੇ ਤੇ 10 ਮਿੰਟ ਉਹ ਕੋਈ ਨਾ ਕੋਈ ਹੋਰ ਆਪਣੀ ਤੂਤੀ ਵਜਾਈ ਰੱਖਦੇ ਹਨ। ਤੇ ਇਹਨਾਂ ਚੀਜ਼ਾਂ ਨੂੰ ਵੀ ਜ਼ਿੰਮੇਵਾਰੀ ਮੀਡੀਆ ਦੀ ਵੀ ਬਣਦੀ ਹੈ ਕਿ ਉਹ ਕਿਸ ਬੰਨੇ ਨੂੰ, ਕਿਸ ਸਾਈਡ ਨੂੰ ਡਾਇਰੈਕਸ਼ਨ ਦੇਣ। ਤੇ ਜਿਹੜੇ ਕਲਚਰਲ ਸੈਂਟਰ ਹਨ ਉੱਥੇ ਤੇ ਇਸ ਵੇਲੇ ਬਜ਼ੁਰਗਾਂ ਦੀ ਭਰਮਾਰ ਹੈ, ਨੌਜਵਾਨਾਂ ਦੀ ਤੇ ਆਈ ਨਹੀਂ ਗੀ। ਸੋ ਇਸ ਵੇਲੇ ਜ਼ਰੂਰਤ ਹੈ, ਤੁਹਾਡਾ ਬਹੁਤ ਵਧੀਆ ਕਹਿਣਾ ਹੈ, ਸੁਝਾਅ ਹੈ, ਲੇਕਿਨ ਮੈਂ ਸਮਝਦਾ ਕਿ ਇਹ ਹੋਣ ਦੇ ਬਾਵਜੂਦ ਵੀ ਆਪਾਂ ਜਿਉਂਦੀ ਤਿਉਂ ਪਛਾਣ ਆ ਰਹੇ ਹਾਂ, ਗਾਹ ਨਹੀਂ ਵੱਧ ਰਹੇ। ਪਨੂ ਸਾਹਿਬ, ਇਹਦੇ ਵਿੱਚ ਮੈਂ ਇੱਕ ਚੀਜ਼ ਜਿਹੜੀ ਤੁਸੀਂ ਕਿਹਾ, ਤੁਸੀਂ ਮੀਡੀਆ ਦੀ ਗੱਲ ਕੀਤੀ, ਮੈਂ ਮੀਡੀਆ ਦੀ ਇੱਕ ਗੱਲ ਹੋਰ ਬੜੀ ਕਰਨੀ ਚਾਹਾਂਗਾ। ਮੈਂ ਪਿਛਲੇ ਕੁਝ ਦਿਨਾਂ 'ਚ ਜਦੋਂ ਤੋਂ ਵੀ ਮੈਂ ਆਪਣੇ ਚੈਨਲ ਜੇ ਸਵਿਚ ਕਰਕੇ ਦੇਖਦਾ
ਤਾਂ ਮੀਡੀਆ ਨੇ ਹੈਲਪ ਕਰਨਾ ਤਾਂ ਦੂਰ ਦੀ ਗੱਲ ਹੈ। ਇੱਥੇ ਦੇ ਬਹੁਤ ਜ਼ਿਆਦਾ ਟੀਵੀ ਸਟੇਸ਼ਨ ਜੋ ਇੰਡੀਆ 'ਚੋਂ ਰਿਲੇ ਹੋ ਰਹੇ ਨੇ ਇੱਥੇ, ਤੁਸੀਂ ਉਹਨਾਂ ਦੇ ਉੱਤੇ ਵੇਖਦੇ ਹੋ, ਉਹਨਾਂ ਦੇ ਉੱਤੇ ਬਾਬਿਆਂ ਦੀਆਂ ਐਡਾਂ ਲਗਾਤਾਰ ਚੱਲ ਰਹੀਆਂ ਹਨ। ਔਰ ਉਹਨਾਂ ਦੇ ਧਾਰਮਿਕ ਉਹ ਚੈਨਲ ਖਵਾਉਂਦੇ ਹਨ, ਧਾਰਮਿਕ ਆਪਣੇ ਚੈਨਲ ਖਵਾਉਂਦੇ ਹਨ। ਧਾਰਮਿਕ ਸਥਾਨਾਂ ਤੋਂ ਉਹ ਕੀਰਤਨ ਰਿਲੇ ਕਰ ਰਹੇ ਹਨ, ਉੱਥੇ ਉਹ ਬਾਬੇ ਬੈਠੇ ਹਨ। ਬਿਲਕੁਲ। ਤੇ ਤੁਸੀਂ ਉਹ ਵੇਖੋ ਕਿ ਜੋਤਸ਼ੀਆਂ ਦੀਆਂ ਐਡਾਂ ਚੱਲ ਰਹੀਆਂ ਹਨ, ਉਹ ਇਹ ਕਹਿ ਰਹੇ ਨੇ ਜੇ ਤੁਹਾਡੀਆਂ ਪ੍ਰੋਬਲਮਸ ਨੇ ਤਾਂ ਤੁਸੀਂ ਸਾਨੂੰ ਫੋਨ ਕਰੋ। ਉਹ ਜਿਨ੍ਹਾਂ ਨੂੰ ਤੁਸੀਂ ਫੋਨ ਕਰੋਗੇ ਉਹ ਅੱਗੇ ਗੁੰਮਰਾਹ ਕਰਨ ਵਾਲੇ, ਤੁਹਾਡੇ ਤੋਂ ਪੈਸੇ ਠੱਗਣ ਵਾਲੀ ਜਨਤਾ ਬੈਠੀ ਹੋਈ ਹੈ। ਤਾਂ ਗੱਲ ਹੈ ਕਿ ਇਹ ਸਾਰਾ ਢਾਂਚਾ ਕਿਸੇ ਵੀ ਕਮਿਊਨਿਟੀ, ਜੇ ਅਸੀਂ ਆਪਣੇ ਪਿੰਡਾਂ ਵਿੱਚ ਹੁੰਦੇ ਸਾਂ ਤਾਂ ਸਾਡੇ ਪਿੰਡਾਂ ਦੇ ਵਿੱਚ ਸਾਡੇ ਜਵਾਕਾਂ ਕੋਲੇ ਅੱਜ ਤੋਂ ਕੋਈ 40-50 ਸਾਲ ਪਹਿਲਾਂ, ਮੈਂ ਤੁਸੀਂ 40-50 ਸਾਲ ਪਹਿਲਾਂ ਜੋ ਪਿੰਡਾਂ ਦਾ এনवायरमेंट ਸੀ, ਮੈਂ ਗੁਰਦੇਵ ਸਿੰਘ ਹੋਣਾ ਦੀ ਇੱਕ ਬੜੀ ਵਧੀਆ ਕਿਤਾਬ ਹੈ ਮੇਰਾ ਪਿੰਡ ਕਰਕੇ, ਉਹਨਾਂ ਨੂੰ ਇੱਕ ਯੂਨੈਸਕੋ ਅਵਾਰਡ ਵੀ ਮਿਲਿਆ ਹੈਰੀਟੇਜ ਨੂੰ ਸੰਭਾਲਣ ਦਾ। ਤੇ ਉਹਨਾਂ ਵਿੱਚ ਉਹਨਾਂ ਨੇ ਕੀਤਾ ਕਿ ਅੱਜ ਤੋਂ 30-40 ਸਾਲ ਪਹਿਲਾਂ ਦਾ ਜੋ ਪੰਜਾਬ ਸੀਗਾ, ਖਾਮੀਆਂ ਉਸ ਵਿੱਚ ਵੀ ਸਨ, ਪਰ ਉਹਦੇ ਵਿੱਚ ਇੱਕ ਕੰਟਰੋਲਡ এনवायरमेंट ਸੀ ਜੀ। ਉਸ ਪਿੰਡ ਦੇ ਲੋਕ ਸਨ, ਉਸ ਪਿੰਡ ਦੇ ਲੋਕ ਜੋ ਸਨ, ਉਹ ਜੋ ਬੱਚਿਆਂ ਨੂੰ ਕੀ ਇਨਫੋਰਮੇਸ਼ਨ ਆ ਰਹੀ ਹੈ ਉਹ ਕੰਟਰੋਲਡ ਸੀ। ਠੀਕ ਹੈ ਜੀ। ਬੱਚੇ ਜੋ ਸਨ ਵੱਡਿਆਂ ਦੇ ਨੇੜੇ ਬਹਿੰਦੇ ਸਨ, ਹਨਾ, ਵੱਡਿਆਂ ਕੋਲ ਕੁਝ ਸਿੱਖਦੇ ਸਨ। ਜੇ ਕੋਈ ਕੁਝ ਗਲਤ ਕਰਦਾ ਸੀਗਾ ਤੇ ਉਹਦੇ ਸਿਰਫ ਪੇਰੈਂਟਸ ਉਹਨੂੰ ਵਾਚ ਨਹੀਂ ਕਰ ਰਹੇ ਹੁੰਦੇ ਸਨ, ਉਹਨੂੰ ਪੂਰਾ ਪਿੰਡ ਵਾਚ ਕਰ ਰਿਹਾ ਹੁੰਦਾ ਸੀ। ਪਰ ਹੁਣ ਜਿਸ ਤਰ੍ਹਾਂ ਦੀ ਮਿਸ ਇਨਫੋਰਮੇਸ਼ਨ, ਸਾਡਾ ਆਪਣਾ ਹੀ ਜਿਹੜੇ ਸਾਡੇ ਘਰਾਂ ਵਿੱਚ ਜਿਹੜਾ ਅਸੀਂ ਕਹਿੰਦੇ ਪੰਜਾਬੀ ਮੀਡੀਆ ਜਾ ਰਿਹਾ ਜਾਂ ਹਿੰਦੀ ਮੀਡੀਆ ਜਾ ਰਿਹਾ, ਉਹ ਕੀ ਇਨਫੋਰਮੇਸ਼ਨ ਤੱਕ ਰਿਹਾ। ਜਦੋਂ ਉਦਾਂ ਦੀ ਸਿਹਤ ਜੇ ਬੱਚਿਆਂ ਨੂੰ ਜਾ ਰਹੀ ਹੈ ਤੇ ਬੱਚੇ ਕਿੱਧਰ ਨੂੰ ਵਧਣਗੇ। ਔਨ ਦੀ ਅਦਰ ਹੈਂਡ ਮੈਂ ਨਾਲ ਦੀ ਨਾਲ ਇਹ ਵੀ ਰਿਕਗਨਾਈਜ਼ ਕਰਨਾ ਚਾਹਾਂਗਾ ਕਿ ਸਾਡੇ ਇੱਥੇ ਕਈ ਵਧੀਆ ਕੈਂਪ ਵੀ ਹੋ ਰਹੇ ਨੇ, ਜਿੱਦਾਂ ਸਿੱਖ ਰਿਸਰਚ ਇੰਸਟੀਚਿਊਟ ਦੇ ਇੱਥੇ ਸਮਰ ਦੇ ਵਿੱਚ ਕੈਂਪ ਲੱਗਦੇ ਨੇ, ਤੇ ਉਹਨਾਂ ਦੇ ਇੱਥੇ ਕਾਨਫਰੰਸਿਸ ਵੀ ਹੁਣ ਹੋਣੀਆਂ ਸ਼ੁਰੂ ਹੋਈਆਂ ਨੇ। UBC ਦੇ ਵਿੱਚ ਇੱਕ ਵਿਮਨ ਕਾਨਫਰੰਸ ਉਹਨਾਂ ਦੀ ਹੁੰਦੀ ਹੈ। ਸੋ ਇਦਾਂ ਦੇ ਅਟੈਂਪ ਹੋ ਰਹੇ ਨੇ, ਪਰ ਉਹ ਬਹੁਤ ਜ਼ਿਆਦਾ ਮੀਡੀਆ ਦੇ ਵਿੱਚ ਰਿਕਗਨਾਈਜ਼ ਨਹੀਂ ਹੈ। ਤੇ ਅਸੀਂ ਇੱਕ ਗੱਲ ਇਹ ਵੀ ਅਸੀਂ ਕੁਝ ਦਿਨ ਪਹਿਲਾਂ ਕਰਦੇ ਸੀਗੇ ਕਿ ਅਸੀਂ ਇਦਾਂ ਦੇ ਜਿਉਂ ਅੱਗੇ ਅਸੀਂ ਇਦਾਂ ਦੇ ਪ੍ਰੋਗਰਾਮਸ ਨੂੰ ਮੂਹਰੇ ਲੈ ਕੇ ਆਵਾਂਗੇ, ਅਸੀਂ ਉਹਨਾਂ ਨੂੰ ਰਿਕਗਨਾਈਜੇਸ਼ਨ ਆਪਣੇ ਮੀਡੀਆ ਥਾਣੀ ਦੇਣ ਦੀ ਕੋਸ਼ਿਸ਼ ਕਰਾਂਗੇ। ਪਰ ਮੈਂ ਜਿਹੜੀ ਤੁਹਾਡੀ ਗੱਲ ਸੀਗੀ ਕਿ ਮੀਡੀਆ ਦਾ ਕਿੱਡਾ ਵੱਡਾ ਰੋਲ ਹੈ, ਕਿਉਂਕਿ ਜੇ ਘਰਾਂ ਦੇ ਵਿੱਚ ਹਸਬੈਂਡ ਵਾਈਫ ਦੋਵੇਂ ਕੰਮ ਕਰ ਰਹੇ ਨੇ ਤੇ ਇੱਕ ਬੱਚਾ ਕਿੰਨਾ ਟਾਈਮ ਆਪਣਾ ਟੀਵੀ ਤੇ ਸਪੈਂਡ ਕਰ ਰਿਹਾ, ਤੇ ਜਿਹੜੇ ਟੀਵੀ ਤੋਂ ਸ਼ੂਟ ਹੋ ਰਹੇ ਮੈਸੇਜ ਨੇ, ਸਾਨੂੰ ਐਜ਼ ਅ ਕਮਿਊਨਿਟੀ ਇਸ ਚੀਜ਼ ਨੂੰ ਕ੍ਰਿਟੀਕ ਕਰਨਾ ਚਾਹੀਦਾ। ਸਾਨੂੰ ਸਿਲੈਕਟ ਕਰਨਾ ਚਾਹੀਦਾ ਕਿ ਕਿਹੜੇ ਮੀਡੀਆ ਜਿਹੜੇ ਹਨ ਉਹ ਸਾਡੇ ਜਵਾਕਾਂ ਤੱਕ ਪਹੁੰਚਣ, ਕਿਹੜੇ ਮੀਡੀਆ ਰਿਸਪੌਂਸੀਬਲ ਨੇ ਕਿ ਉਹ ਕਿੱਦਾਂ ਦੀਆਂ ਧਾਰਨਾਵਾਂ ਸਾਡੇ ਬੱਚਿਆਂ ਨੂੰ ਦੇਣਗੇ। ਬਿਲਕੁਲ ਜੀ। ਮੈਂ ਪੰਨੂ ਸਾਹਿਬ ਇਹਦੇ ਵਿੱਚ ਇੱਕ ਗੱਲ ਹੋਰ ਐਡ ਕਰਨਾ ਚਾਹੁੰਦਾ ਕਿ ਕੁਝ ਮੁਲਕ ਇਹੋ ਜਿਹੇ ਵੀ ਨੇ ਜਿਨ੍ਹਾਂ ਦੇ ਲਾਜ਼ ਬੜੇ ਸਖਤ ਨੇ। ਜਿਵੇਂ ਮੈਂ ਗੱਲ ਕਰਨਾ ਚਾਹਾਂਗਾ ਫਿਲੀਪੀਨਜ਼ ਇੱਕ ਐਸਾ ਮੁਲਕ ਹੈ ਜਿੱਥੇ ਤੁਸੀਂ ਡਾਈਵੋਰਸ ਲੈ ਹੀ ਨਹੀਂ ਸਕਦੇ। ਅੱਛਾ। ਜਦੋਂ ਤੁਸੀਂ ਇੱਕ ਵਾਰੀ ਮੈਰਿਜ ਕਰ ਲੈਂਦੇ ਹੋ, ਰਜਿਸਟਰਡ ਹੋ ਜਾਂਦੀ ਹੈ, ਦੈਨ ਉੱਥੇ ਡਾਈਵੋਰਸ ਦਾ ਕਲਚਰ ਹੀ ਨਹੀਂ ਹੈਗਾ। ਤੁਸੀਂ ਡਾਈਵੋਰਸ ਲੈ ਹੀ ਨਹੀਂ ਸਕਦੇ। ਸੋ ਇਹੋ ਜਿਹੀਆਂ ਵੀ ਸਰਕਾਰਾਂ ਨੇ, ਉੱਥੋਂ ਦੀਆਂ ਜੋ ਪੁਰਾਣੀਆਂ ਸੋਚਾਂ ਨੇ, ਉਹਨਾਂ ਨੇ ਇੱਕ ਰਾਹ ਲੱਭਿਆ ਕਿ ਵੀ ਤੁਸੀਂ ਡਾਈਵੋਰਸ ਲੈ ਹੀ ਨਹੀਂ ਸਕਦੇ ਉਸ ਕੰਟਰੀ ਦੇ ਵਿੱਚ। ਦੂਸਰੀ ਗੱਲ ਮੈਂ ਸੰਸਥਾਵਾਂ ਦੀ ਕਰਾਂਗਾ, ਜਿਵੇਂ ਤੁਸੀਂ ਵੀ ਗੁਰਦੁਆਰਿਆਂ ਦੀ ਕੀਤੀ। ਇਤਨੀ ਪੁਖਰਾਜ ਜੀ ਡਿਵੋਰਸ ਤੇ ਨਹੀਂ ਕਰ ਸਕਦੇ, ਲੇਕਿਨ 2 3 4 5 ਵਿਆਹ ਕਰ ਸਕਦੇ ਆ, ਲੜਕੀ ਤੇ ਲੜਕਾ ਵੀ। ਮੈਂ ਪੁਖਰਾਜ ਜੀ ਮੈਂ ਇਸ ਗੱਲ ਤੇ ਸ਼ਾਇਦ ਟੋਟਲੀ ਮੈਂ ਸਹਿਮਤ ਨਹੀਂ ਹੋਵਾਂਗਾ। ਮੈਨੂੰ ਇਹ ਲੱਗਦਾ ਹੈ ਕਿ ਡਿਵੋਰਸ ਨਾ ਕਰ ਸਕ ਕਿਸੇ ਵੀ ਚੀਜ਼ ਨੂੰ ਜੇ ਤੁਸੀਂ ਐਕਸਟ੍ਰੀਮ ਦੇ ਵਿੱਚ ਇਨਫੋਰਸ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹ ਬੈਕਫਾਇਰ ਕਰੂਗਾ। ਸੋ ਮੈਨੂੰ ਲੱਗਦਾ ਕਿ ਜੇ ਹੁਣ ਕਿਸੇ ਦੀ ਕੋਈ ਮੈਰਿਜ ਹੈ ਉਹ ਅਬਿਊਸਿਵ ਮੈਰਿਜ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਕੋਲੇ ਹੱਕ ਹੋਣਾ ਚਾਹੀਦਾ। ਮੈਂ ਆਈ ਐਗਰੀ ਕਿ ਵੀ ਹੋਣਾ ਚਾਹੀਦਾ ਹੈ, ਬਟ ਉਹ ਉਸ ਕੰਟਰੀ ਦਾ ਲਾਅ ਹੈ ਜੀ, ਫਿਲੀਪੀਨਜ਼ ਦਾ ਲਾਅ ਹੈ ਕਿ ਉੱਥੇ ਤੁਸੀਂ ਡਾਈਵੋਰਸ ਨਹੀਂ ਲੈ ਸਕਦੇ। ਦੂਸਰੀ ਗੱਲ ਮੈਂ ਸੰਸਥਾਵਾਂ ਦੀ ਕਰਨ ਲੱਗਾ ਸੀਗਾ। ਅੱਛਾ, ਆਈ ਐਗਰੀ ਕਿ ਸਿੱਖ ਰਿਸਰਚ ਇੰਸਟੀਚਿਊਟ ਵਾਲਿਆਂ ਨੇ ਇੱਥੇ ਹਮਲਾ ਕੀਤਾ, ਹੋਰ ਵੀ ਆਰਗੇਨਾਈਜੇਸ਼ਨਸ ਕਰ ਰਹੀਆਂ, ਬਟ ਸਿੱਖਾਂ ਦੀ ਜਿਹੜੀ ਸਿਰਮੌਰ ਸੰਸਥਾ ਹੈ SGPC, ਉਹਨੇ ਅੱਜ ਤੱਕ ਕੁਝ ਇਸ ਤਰ੍ਹਾਂ ਦਾ ਕੋਈ ਕਦਮ ਨਹੀਂ ਉਠਾਇਆ, ਕੋਈ ਆਉਂਦਾ ਹੋਵੇ ਕਿ ਉਹਨਾਂ ਨੇ ਕੋਈ ਕਦਮ ਉਠਾਇਆ ਹੋਵੇ ਇਸ ਚੀਜ਼ ਦੇ ਪ੍ਰਤੀ, ਇਸ ਮੈਰਿਜਸ ਦੇ ਪ੍ਰਤੀ, ਇਸ ਡਾਈਵੋਰਸ ਦਾ ਜੋ ਰੇਟ ਵੱਧ ਰਿਹਾ ਦਿਨੋਂ ਦਿਨ ਉਹਦੇ ਪ੍ਰਤੀ, ਜੋ ਹੋਰ ਐਬ ਜਾਂ ਪੰਜਾਬ ਦੇ ਵਿੱਚ ਚੱਲ ਰਹੇ ਨੇ। ਆਈ ਐਗਰੀ ਕਿ SGPC ਜਾਂ ਹੋਰ ਸੰਸਥਾਵਾਂ ਦਾ ਇੱਥੇ ਅੱਗੇ ਆਉਣ ਦਾ ਬਹੁਤ ਵੱਡਾ ਰੋਲ ਬਣਦਾ ਹੈ, ਬਟ ਉਹ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ। ਯਾ ਜੀ ਪ੍ਰੋਬਲਮ ਇਹ ਹੈ ਕਿ ਉਹ ਕਿਸੇ ਇੱਕ ਹੀ ਵਿਅਕਤੀ ਵੱਲੋਂ ਖੁਸ਼ ਕਰ ਰਹੇ ਨੇ, ਪੋਲੀਟੀਕਲ ਪਾਰਟੀ ਵੱਲੋਂ ਚੱਲ ਰਹੀ ਹੈ। ਸੋ ਆਪਾਂ ਉਹਨਾਂ ਵੱਲ ਨਾ ਜ਼ਿਆਦਾ ਧਿਆਨ ਰੱਖੀਏ। ਲੈਟਸ ਸੀ ਕੀ ਹੁੰਦਾ ਹੈ ਆਉਣ ਵਾਲੇ ਟਾਈਮ ਦੇ ਵਿੱਚ। ਸ਼ਾਇਦ ਇਹ ਜਿਹੜੀ ਸਾਡੀ SGPC ਹੈ ਇੱਕ ਧਾਰਮਿਕ ਸੰਸਥਾ ਧਾਰਮਿਕ ਤੌਰ ਤੇ ਹੀ ਕੰਮ ਕਰੇ, ਨਾ ਕਿ ਪੋਲੀਟੀਕਲ ਪ੍ਰੈਸ਼ਰ ਦੇ ਥੱਲੇ ਰਹਿ ਕੇ ਕੰਮ ਕਰੇ। ਤੇ ਸ਼ਾਇਦ ਪਰਮਾਤਮਾ ਦੇ ਅੱਗੇ ਬੇਨਤੀ ਕਰੀਏ, ਦਾਤਾ ਕਿਰਪਾ ਕਰੀ ਸਿੱਖ ਕੌਮ ਤੇ, ਇਹਨੂੰ ਬਚਾ ਲਈ, ਕਿਉਂਕਿ ਹੁਣ ਤੇ ਇੱਕ ਅੱਧੇ ਨੇ ਕਾਬੂ ਕੀਤੀ ਹੈ ਜੀ। ਨਾ ਸਿਰਫ ਕੱਲੀ ਆਪਾਂ ਨੂੰ ਸਮਾਂ ਵੀ ਕੰਗ ਸਾਹਿਬ ਆਗਿਆ ਨਹੀਂ ਦਿੰਦਾ, ਇਸ਼ਾਰਾ ਹੋ ਰਿਹਾ। ਹਾਂਜੀ, ਨਹੀਂ ਮੈਂ ਸਿਰਫ ਆਖਰੀ ਗੱਲ ਇਹੀ ਕਹਿਣੀ ਚਾਹਾਂਗਾ ਕਿ ਅਸੀਂ ਜਿਹੜੀਆਂ ਵੀ ਗੱਲਾਂ ਕਰ ਰਹੇ ਹਾਂ ਇਹ ਸਿਰਫ ਸਿੱਖ ਭਾਈਚਾਰੇ ਨਾਲ ਸੰਬੰਧਿਤ ਨਹੀਂ ਹਨ। ਸਾਡਾ ਜੋ ਵੀ ਪੰਜਾਬੀ ਭਾਈਚਾਰਾ ਹੈ, ਉਹ ਤੋਂ ਵੱਡਾ ਸਾਡਾ ਇੰਡੀਅਨ ਭਾਈਚਾਰਾ ਵੀ ਹੈ। ਸਾਡੀਆਂ ਪ੍ਰੋਬਲਮ ਸਾਰੀਆਂ ਸਿਮਿਲਰ ਨੇ। ਤਾਂ ਮੈਂ ਇਹ ਕਹਾਂਗਾ ਕਿ ਅਸੀਂ ਆਪਣੇ ਤਾਂ ਸੁਝਾਅ ਦੇਵਾਂਗੇ ਹੀ ਆਪਣੀ ਤੁੱਛ ਬੁੱਧੀ ਦੇ ਅਨੁਸਾਰ, ਪਰ ਨਾਲ ਦੀ ਨਾਲ ਅਸੀਂ ਇਹ ਵੀ ਉਮੀਦ ਕਰਾਂਗੇ
ਕਿ ਅਸੀਂ ਇਦਾਂ ਦੇ ਮੁੱਦੇ ਲੈ ਕੇ ਆਉਂਦੇ ਰਵਾਂਗੇ। ਸਾਡੀ ਐਜ਼ ਇੱਕ ਨਵਾਂ ਮੀਡੀਆ, ਇੱਕ ਆਲਟਰਨੇਟ ਮੀਡੀਆ ਜਿਹੜਾ ਕਿ ਇੱਕ ਸਹੀ ਰਸਤੇ ਵੱਲ ਆਪਣੀ ਕਮਿਊਨਿਟੀ ਨੂੰ ਪਾਉਣ ਦੀ ਕੋਸ਼ਿਸ਼ ਕਰ ਰਿਹਾ, ਸਾਡੇ ਅੱਗੇ ਤੋਂ ਵੀ ਇਹ ਅਟੈਂਪਟ ਰਹਿਣਗੇ ਕਿ ਅਸੀਂ ਇਦਾਂ ਦੇ ਮੁੱਦੇ ਲੈ ਕੇ ਆਈਏ, ਪਰ ਨਾਲ ਦੀ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਤੋਂ ਵੀ ਇਹ ਐਕਸਪੈਕਟ ਕਰਾਂਗੇ ਕਿ ਉਹ ਵੀ ਇਸ ਕਨਵਰਸੇਸ਼ਨ ਦੇ ਵਿੱਚ ਸ਼ਾਮਿਲ ਹੋਣ, ਤਾਂ ਜੋ ਇਦਾਂ ਦੇ ਮੁੱਦਿਆਂ ਨੂੰ ਹੋਰ ਵੀ ਸੁਚੱਜੇ ਤਰੀਕੇ ਨਾਲ ਡੀਲ ਕੀਤਾ ਜਾ ਸਕੇ। ਜੇਕਰ ਇਸ ਨੂੰ ਤੁਸੀਂ ਹੋਰ ਵੀ ਰੌਚਕ ਬਣਾਓਗੇ ਤੇ ਇਸ ਦੇ ਵਿੱਚੋਂ ਬਹੁਤ ਕੁਝ ਸਾਨੂੰ ਤੁਹਾਡੇ ਕੋਲੋਂ ਸਿੱਖਣ ਨੂੰ ਮਿਲੇਗਾ। ਅਸੀਂ ਆਪਣੇ ਵੱਲੋਂ ਜਿੰਨੀ ਕੁ ਤੁਸ਼ ਬੁੱਧੀ ਹੈ ਉਹਦੇ ਅਕੋਰਡਿੰਗਲੀ ਅਸੀਂ ਵੱਧ ਤੋਂ ਵੱਧ ਜਾਣਕਾਰੀ ਇਕੱਤਰਤ ਕਰਕੇ ਆਪ ਦੇ ਨਾਲ ਸਾਂਝੀ ਕਰਦੇ ਹਾਂ। ਜੇਕਰ ਤੁਸੀਂ ਸਮਝਦੇ ਹੋ ਕਿ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਕੋਈ ਹਿੱਸਾ ਲੈ ਸਕਦੇ ਹੋ ਤੇ ਡਿਸਕਸ਼ਨ ਦੇ ਵਿੱਚ ਪਾਰਟਿਸਿਪੇਸ਼ਨ ਕਰ ਸਕਦੇ ਹੋ, ਤੇ ਜ਼ਰੂਰ ਅਸੀਂ ਆਪ ਜੀ ਨੂੰ ਕਹਿੰਦੇ ਹਾਂ ਕਿ 128 27 76 ਐਵੀਨਿਊ ਯੂਨਿਟ 122B ਤੇ ਆਓ, ਐਡਵਾਂਸ ਲਰਨਿੰਗ ਸੈਂਟਰ ਦੇ ਪਿਛਲੇ ਬੰਨੇ। ਔਰ ਲਾਈਵ ਪ੍ਰੋਗਰਾਮ ਇਹ 8 ਤੋਂ 9 ਹੁੰਦਾ ਹੈ, ਲੇਕਿਨ ਸਾਨੂੰ 1-2 ਰੋਜ਼ ਪਹਿਲਾਂ ਜ਼ਰੂਰ ਤੁਸੀਂ ਇਤਲਾਹ ਕਰ ਦਿਓ ਕਿ ਤੁਸੀਂ ਵੀ ਗੱਲ ਕਰਨੀ ਚਾਹੁੰਦੇ ਹੋ, ਇਸ ਮੁੱਦੇ ਤੇ ਗੱਲ ਕਰਨੀ ਚਾਹੁੰਦੇ ਹੋ, ਤਾਂ ਕਿ ਤੁਹਾਨੂੰ ਵੀ ਤੁਹਾਡੇ ਵਿਚਾਰਾਂ ਨੂੰ ਵੀ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਜਾ ਸਕੇ। ਇੱਕ ਵਾਰੀ ਫਿਰ ਜਾਣ ਤੋਂ ਪਹਿਲਾਂ ਆਪਾਂ ਹੋਕਾ ਦੇ ਦਈਏ ਜੀ ਕਿ ਇਸ ਚੈਨਲ ਨੂੰ ਤੁਸੀਂ ਫ੍ਰੀ ਟੂ 에ਅਰ ਘਰ ਦੇ ਵਿੱਚ ਵੇਖ ਰਹੇ ਹੋ, ਕੋਈ ਪੈਸਾ ਨਹੀਂ ਦੇ ਰਹੇ। ਇਸੇ ਤਰੀਕੇ ਨਾਲ ਤੁਸੀਂ ਆਪਣੇ ਹੋਰ ਵੀ ਭੈਣ ਭਾਈਆਂ ਨੂੰ ਇਤਲਾਹ ਕਰੋ ਕਿ ਜੇਕਰ ਤੁਸੀਂ ਕੋਈ ਵੀ ਇੱਕ ਭਾਰਤੀ ਚੈਨਲ ਲੈਂਦੇ ਹੋ ਤੇ ਉਹਦੇ ਪੈਸੇ ਦਿੰਦੇ ਹੋ, ਇਹਦੇ ਤੇ ਕੋਈ ਪੈਸੇ ਨਹੀਂ ਆ ਤੇ ਲੋਕਲ ਗੱਲਾਂ ਕਰ ਰਹੇ ਆ, ਫਿਲਮਾਂ, ਡਰਾਮੇ, ਖਬਰਾਂ, ਹੋਰ ਵੀ ਗੁਰਬਾਣੀ ਦੇ ਪ੍ਰੋਗਰਾਮ ਆਉਂਦੇ ਹਨ। ਸੋ ਇਹੋ ਇੱਕੋ ਇੱਕ ਚੈਨਲ ਹੈ ਜਿਹੜਾ ਕਿ ਤੁਹਾਡੇ ਖੇਤਰ 'ਚੋਂ ਚੱਲ ਰਿਹਾ ਹੈ, ਤੁਹਾਡੇ ਲਈ ਚੱਲ ਰਿਹਾ ਹੈ, ਤੁਹਾਡੇ ਦੁਬਾਰਾ ਚੱਲ ਰਿਹਾ ਹੈ। ਸੋ ਅਸੀਂ ਆਪ ਜੀ ਤੋਂ ਇਹੋ ਹੀ ਆਸ ਰੱਖਦੇ ਹਾਂ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਲੋਕਾਂ ਕੋਲ ਅਪੜਦਾ ਕਰੋ। ਇਸ ਤੋਂ ਇਲਾਵਾ ਇੱਕ ਆਪ ਜੀ ਨੂੰ ਹੋਰ ਬੇਨਤੀ ਹੈ ਕਿ ਤੁਸੀਂ ਜਿਸ ਵੀ ਕੇਬਲ ਕੰਪਨੀ ਦੇ ਨਾਲ ਜੁੜੇ ਹੋ ਉਹਨਾਂ ਨੂੰ ਫੋਨ ਕਰਕੇ ਸੁਰਸਾਗਰ ਟੈਲੀਵਿਜ਼ਨ ਚੈਨਲ ਨੂੰ ਲੈਣ ਵਾਸਤੇ ਰਿਕੁਐਸਟ ਕਰੋ ਕਿ ਸਾਨੂੰ ਸੁਰਸਾਗਰ ਚੈਨਲ ਦਿਓ। ਜੇਕਰ ਮੈਂ ਆਪ ਜੀ ਨੂੰ ਸ਼ਾਹ ਦਾ ਨੰਬਰ ਦੱਸ ਦਵਾਂ, ਵੈਸੇ ਤੁਹਾਡੇ ਬਿੱਲ ਜਿਹੜੇ ਆਉਂਦੇ ਹਨ ਉਹਨਾਂ ਤੇ ਨੰਬਰ ਮੋٹے ਕਰਕੇ ਉਹਨਾਂ ਨੇ ਲਿਖੇ ਹੁੰਦੇ ਹਨ ਕਿ ਕੋਈ ਨਵਾਂ ਚੈਨਲ ਲਵਾਉਣਾ ਹੈ ਤੇ ਇਸ ਨੰਬਰ ਤੇ ਕਾਲ ਕਰੋ 604 629 88 88। ਤੇ ਜੇਕਰ ਤੁਸੀਂ 4 ਨੱਪੋਗੇ ਤੇ ਪੰਜਾਬੀ 'ਚ ਗੱਲ ਕਰ ਸਕਦੇ ਹੋ। ਚਾਹੇ ਉਹ ਆਪਰੇਟਰ ਤੁਹਾਨੂੰ ਕਹਿੰਦੇ ਹਨ ਕਿ ਸਾਡੇ ਕੋਲ ਇਹ ਚੈਨਲ ਨਹੀਂ ਹੈ, ਉਹਨਾਂ ਨੂੰ ਇਹ ਕਹੋ ਕਿ ਸਾਡੇ ਵੱਲੋਂ ਰਿਕੁਐਸਟ ਪਾ ਦਿਓ ਕਿ ਸੁਰਸਾਗਰ ਚੈਨਲ ਸਾਡੇ ਘਰ ਅਪੜਦਾ ਕਰੋ। ਸੋ ਨੰਬਰ ਨੋਟ ਕਰੋ 604 629 88 88 ਤੇ ਤੁਸੀਂ ਕਾਲ ਕਰਕੇ ਸੁਰਸਾਗਰ ਚੈਨਲ ਦੀ ਮੰਗ ਕਰੋ, ਤਾਂ ਕਿ ਜਿਹੜੇ ਘਰਾਂ ਦੇ ਵਿੱਚ, ਜਿਹੜੇ ਬੇਸਮੈਂਟਾਂ ਦੇ ਵਿੱਚ ਹਨ ਜਾਂ ਅਪਾਰਟਮੈਂਟਾਂ ਦੇ ਵਿੱਚ ਹਨ, ਜਿਹੜੇ ਘਰ ਦੇ ਵਿੱਚ ਐਂਟੈਨਾ ਨਹੀਂ ਲਵਾ ਸਕਦੇ, ਉਹ ਕੇਬਲ ਰਾਹੀਂ ਇਸ ਚੈਨਲ ਨੂੰ ਵੇਖ ਸਕਣ। ਤੁਹਾਡੇ ਵਾਂਗੂ ਬਹੁਤ ਵੱਡੀ ਗਿਣਤੀ ਵਿੱਚ ਇਸ ਚੈਨਲ ਦੇ ਨਾਲ ਜੁੜੇ ਰਹਿੰਦੇ ਹਨ, ਲੇਕਿਨ ਇੱਕ ਘਾਟ ਮਹਿਸੂਸ ਹੋ ਰਹੀ ਹੈ ਕਿ ਤੁਸੀਂ ਪਾਰਟਿਸਿਪੇਟ ਨਹੀਂ ਕਰਦੇ, ਤੁਸੀਂ ਕਾਲ ਕਰਕੇ ਆਪਣੇ ਵਿਚਾਰ ਨਹੀਂ ਸਾਂਝੇ ਕਰਦੇ। ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਕੋਈ ਵੀ ਵਿਸ਼ਾ ਹੋਵੇ ਤੁਹਾਡੇ ਲਈ ਹੈ, ਤੁਹਾਡੀ ਨੌਲੇਜ 'ਚ ਵਾਧਾ ਕਰ ਲਈ ਹੈ, ਤੁਹਾਡੇ ਚੁਗਿਰਦੇ 'ਚੋਂ ਲਿਆ ਗਿਆ ਇਹ ਵਿਸ਼ਾ ਹੁੰਦਾ ਹੈ, ਤੇ ਅਸੀਂ ਇੱਥੇ ਬੈਠ ਕੇ ਸਾਰੀ ਰਿਸਰਚ ਕਰਦੇ ਹਾਂ ਤੇ ਆਉਣ ਵਾਲੇ ਟਾਈਮ 'ਚ ਆਪਾਂ ਐਕਸਪਰਟਿਜ਼ ਵੀ ਉਸ ਵਿਸ਼ੇ ਦੇ ਨਾਲ ਮੁਤੱਲਕ ਲਿਆਉਂਦੇ ਰਵਾਂਗੇ। ਸੋ ਆਪਾਂ ਅੱਗੇ ਲਓ ਆਗਿਆ ਚਾਹੁੰਦੇ, ਉਮੀਦ ਰੱਖਦੇ ਆਪਾਂ ਫਿਰ ਮਿਲਾਂਗੇ।